हाँ जी स्टार्ट करते ਆਪਾਂ ਅੱਜ ਦਾ ਟੌਪਿਕ। देखो ਅੱਜ ਅਸੀਂ ਇਸ ਚੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ कि इनडायरैक्ट टैक्स की होंगे आ, ठीक है, मतलब अप्रत्यक्ष कर जिन्होंने आप कह दें, ठीक है, असिद्धे कर असिद्धे टैक्स अप्रत्यक्ष कर जो मर्जी कह लो तुसीं इन्हां नूं, ठीक है। अज असीं इन्हां बारे पढ़न की कोशिश करांगे, बहुत इंपॉर्टेंट टॉपिक है साडे वास्ते इनडायरैक्ट टैक्स। देखो आपां जदों पढ़दे हां पहलां तां इह गल आ कि इनडायरैक्ट टैक्स साडे वास्ते किहड़े-किहड़े पेपरां 'च इंपॉर्टेंट आ। ਜਦੋਂ ਅਸੀਂ ਪੰਜਾਬ ਦਾ ਐਕਸਾਈਜ਼ ਦਾ ਪੇਪਰ ਦਿੰਨੇ ਆ ਨਾ ਜਾਂ ਉਹਦੀ ਤਿਆਰੀ ਕਰਦੇ ਆ, ਉਹਦੇ 'ਚ ਡਾਇਰੈਕਟ ਟੈਕਸ ਇੰਪੋਰਟੈਂਟ ਨਹੀਂ ਗੇ, ਇਨਡਾਇਰੈਕਟ ਟੈਕਸ ਇੰਪੋਰਟੈਂਟ ਆ, ਕਿਉਂਕਿ ਇਨਡਾਇਰੈਕਟ ਟੈਕਸ ਬਾਈ ਨੇਮ ਪੇਪਰ 'ਚ ਪੁੱਛੇ ਗਏ ਆ। ਉਹਦੇ 'ਚ GST, ਕਸਟਮ ਡਿਊਟੀ, ਐਕਸਾਈਜ਼ ਡਿਊਟੀ, ਬਕਾਇਦਾ ਇਹਦੇ ਤੇ ਸਾਫ਼ ਤੇ ਸਪਸ਼ਟ ਆ ਕਿ ਇਹ ਤਿੰਨ ਤਾਂ ਤੁਹਾਨੂੰ ਅੱਡ ਹੋਣੇ ਚਾਹੀਦੇ ਆ, ਜਿਨ੍ਹਾਂ ਦੇ ਸਵਾਲ ਸਿੱਧੇ ਪੇਪਰ 'ਚ ਆਉਣਗੇ। ਦੂਜੀ ਗੱਲ PPSC ਦੀ ਤਿਆਰੀ ਕਰ ਰਹੇ ਹੋ ਜਾਂ ਹੋਰ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤਾਂ ਫਿਰ ਇਹ ਤਾਂ ਨੋਰਮਲ ਜੀ ਗੱਲ ਆ ਕਿ ਇਹ ਸਾਡੀ ਇਕੋਨਮੀ ਦਾ ਪਾਰਟ ਤਾਂ PPSC 'ਚ ਤਾਂ ਹੈ ਹੀ ਆ, ਠੀਕ ਆ। सो बहुत इंपॉर्टेंट हो जाते हैं साडे कोल इनडायरैक्ट टैक्स। देखो इनडायरैक्ट टैक्स जिहड़े आ उहदा तां इक्को ही सिद्धांत लगदा जिहड़ा मैं अक्सर गल करदा हुंदा तुहाडे नाल। एक हुंदा है पॉइंट ऑफ इंसीडेंस कि कर लग्गिया किहदे ते आ, ते पॉइंट ऑफ इंपैक्ट ਉਹਦਾ असर किहदे ते पिया। जिहदे ते कर लग्गिया जिहदे ते टैक्स लग्गिया असर ਉਹਦੇ ते पिया तां डायरैक्ट टैक्स, ਉਹਦੇ ਤੇ असर नहीं पिया किसी होर ते पिया तां इनडायरैक्ट टैक्स अप्रत्यक्ष कर। किवें GST है जिवें अक्सर मैं GST की एग्जाम्पल दिना, जां एक्साइज ड्यूटी मैन्युफैक्चर ते लगदा है। ਜਿਹੜਾ ਬੰਦਾ ਕਾਰ ਬਣਾਉਂਦਾ ਹੈ ਨਾ ਮੈਨੂਫੈਕਚਰਿੰਗ ਕਰਦਾ ਹੈ ਉਹਦੇ ਤੇ ਐਕਸਾਈਜ਼ ਡਿਊਟੀ ਲੱਗਦੀ ਹੈ। ਪਰ ਤੁਹਾਨੂੰ ਪਤਾ ਉਹ ਜਿਹੜੀ ਗੱਡੀ ਕੰਪਨੀ ਕਾਰ ਬਣਾਉਂਦੀ ਆ ਉਹ ਕੰਪਨੀ ਜਦੋਂ ਜਿਹੜੀ ਕੰਪਨੀ ਨੇ ਟਾਇਰ ਬਣਾਏ ਉਹਦੇ ਤੇ ਐਕਸਾਈਜ਼ ਲੱਗਿਆ, ਉਹਨੇ ਆਪਣਾ ਐਕਸਾਈਜ਼ ਜੋੜ ਕੇ ਕਾਰ ਦੀ ਕੰਪਨੀ ਨੂੰ ਦੇਤਾ ਕਿ ਭਰਾਵਾ ਮੇਰਾ ਇੰਨਾ ਐਕਸਾਈਜ਼ ਲੱਗਿਆ ਮੈਨੂੰ ਉਹ ਵੀ ਚਾਹੀਦਾ ਹੈ। ਉਹ ਕਾਰ ਦੀ ਕੰਪਨੀ ਵਾਲੇ ਨੇ ਸ਼ੋਰੂਮ ਨੂੰ ਦੇਤਾ ਕਿ ਬਈ ਮੇਰਾ ਇੰਨਾ ਐਕਸਾਈਜ਼ ਲੱਗਿਆ ਮੈਨੂੰ ਇਹ ਚਾਹੀਦਾ ਤੇਰੇ ਤੋਂ। ਉਹ ਕਾਰ ਦੀ ਕੰਪਨੀ ਵਾਲੇ ਨੇ ਜਾਂ ਸ਼ੋਰੂਮ ਵਾਲੇ ਨੇ ਉਹ ਐਕਸਾਈਜ਼ ਅੱਗੇ ਕਿਹਦੇ ਪਾਤਾ? ਕਸਟਮਰ ਤੇ ਜਿਹੜਾ ਉਹ ਤੋਂ ਕਾਰ ਖਰੀਦ ਕੇ ਲੈ ਕੇ ਗਿਆ। ਇਟ ਮੀਨਸ ਐਕਸਾਈਜ਼ ਇੱਕ ਅਜਿਹਾ ਟੈਕਸ ਆ ਜਿਹੜਾ ਲੱਗਿਆ ਤਾਂ ਟਾਇਰ ਬਣਾਉਣ ਵਾਲੀ ਕੰਪਨੀ ਤੇ ਸੀ ਪਰ ਅਲਟੀਮੇਟਲੀ ਉਹਨੂੰ ਭਰਿਆ ਕਿੰਨੇ ਜਾ ਕੇ? ਕਸਟਮਰ ਨੇ। ਇੰਸੀਡੈਂਸ ਕਿਤੇ ਹੋਰ ਆ, ਪੈਦਾ ਕਿਤੇ ਹੋਰ ਹੋਇਆ, ਸੱਟ ਕਿਤੇ ਹੋਰ ਆ, ਪਰ ਉਹਦਾ ਅਸਰ ਕਿਤੇ ਹੋਰ ਦਿਸੇ, ਇੰਪੈਕਟ ਕਿਤੇ ਹੋਰ ਪਵੇ। ਇਹ ਇਨਡਾਇਰੈਕਟ ਟੈਕਸ ਦੇ ਲੱਛਣ ਆ। ਇਹੀ ਲੱਛਣ ਕਸਟਮ ਡਿਊਟੀ ਦੇ ਆ, ਠੀਕ ਆ। ਇਹੀ ਲੱਛਣ ਕਸਟਮ ਡਿਊਟੀ ਦੇ ਆ। ਜਿਹੜਾ ਬੰਦਾ ਬਾਹਰੋਂ ਕਸਟਮ ਡਿਊਟੀ ਭਰਦਾ ਹੈ ਉਹ ਕਸਟਮ ਡਿਊਟੀ ਅਖੀਰ 'ਚ ਉਸ ਬੰਦੇ ਤੋਂ ਵਸੂਲਦਾ ਜਿੰਨੇ ਅਖੀਰਲਾ ਕਸਟਮਰ ਜਿੰਨੇ ਉਹ ਚੀਜ਼ ਖਰੀਦਣੀ ਆ ਪੈਣੀ ਉਹਦੇ ਤੇ ਆ ਜਾ ਕੇ ਕਸਟਮ ਡਿਊਟੀ। ਆ ਸਮਝ ਆ ਗਈ ਗੱਲ? ਇਹ ਕਨਸੈਪਟ ਨੇ ਜਿਹੜੇ ਪਤਾ ਹੋਣੇ ਚਾਹੀਦੇ ਆ ਇਨਡਾਇਰੈਕਟ ਟੈਕਸ ਦੇ ਸਭ ਤੋਂ ਮੇਨ ਲੱਛਣ। ਕਿ ਇਨਡਾਇਰੈਕਟ ਟੈਕਸ ਜਿਹੜਾ ਜ਼ਿਆਦਾਤਰ ਤੁਹਾਡੀ ਆਮਦਨ ਤੇ ਘੱਟ ਤੁਹਾਡੇ ਖਰਚਿਆਂ ਤੇ ਵੱਧ ਲੱਗਦਾ ਹੈ। ਇਹਦਾ ਇੰਸੀਡੈਂਸ ਤੇ ਇੰਪੈਕਟ ਇੱਕੋ ਜਗ੍ਹਾ ਤੇ ਨਹੀਂ ਹੁੰਦਾ, ਠੀਕ ਆ। ਇਨਡਾਇਰੈਕਟ ਟੈਕਸ ਦੀਆਂ ਹੋਰ ਵੀ ਬੜੇ ਲੱਛਣ ਆ ਜਿਹੜੇ ਕਿ ਸਾਨੂੰ ਹੌਲੀ ਹੌਲੀ ਜਾ ਕੇ ਕਲੀਅਰ ਹੋਣਗੇ, ਠੀਕ ਆ। ਤੇ ਇਹਨੂੰ ਕਲੈਕਟ ਕਰਨਾ ਬਹੁਤ ਸੌਖਾ ਹੈ। ਇਹਨੂੰ ਇੱਕ ਬੰਦਾ ਅੱਗੇ ਸ਼ਿਫਟ ਕਰ ਸਕਦਾ ਹੈ। ਜਿਵੇਂ ਇੱਕ ਬੰਦੇ ਤੇ GST ਪਿਆ, ਉਹਨੇ GST ਆਪਣਾ ਕਿਸੇ ਹੋਰ ਤੇ ਪਾਤਾ, ਉਹਨੇ ਕਿਸੇ ਹੋਰ ਤੇ ਪਾਤਾ, ਅਖੀਰਲੇ ਕਸਟਮਰ ਨੂੰ ਇਹ GST ਪੇ ਕਰਨਾ ਪਿਆ। ਇਹਨੂੰ ਇੱਕ ਜਾਣੇ ਤੋਂ ਦੂਜੇ ਜਾਣੇ ਤੱਕ ਸ਼ਿਫਟ ਕੀਤਾ ਜਾ ਸਕਦਾ ਹੈ, ਠੀਕ ਆ। ਸੋ ਇਹ ਚੀਜ਼ਾਂ ਸਾਨੂੰ ਪਤਾ ਲੱਗ ਗਈਆਂ। ਇਨਡਾਇਰੈਕਟ ਟੈਕਸ ਜਿਹੜਾ ਹੈ ਉਹ ਇਸ ਤਰੀਕੇ ਨਾਲ ਉਹ ਆ ਕਿ ਇਨਡਾਇਰੈਕਟ ਟੈਕਸ ਜਿਹੜਾ ਹੈ ਉਹ ਲੋਕਾਂ ਤੋਂ ਡਾਇਰੈਕਟਲੀ ਨਹੀਂ ਵਸੂਲਿਆ ਜਾਂਦਾ। ਸਮਾਨ ਦੇਤਾ, ਸਮਾਨ ਦੇ ਵਿੱਚ ਇਨਕਲੂਸਿਵ ਆਫ ਆਲ ਟੈਕਸਿਸ, ਉਹ ਇਨਡਾਇਰੈਕਟ ਟੈਕਸ ਆ। ਇਸ ਕਰਕੇ ਇਹਨੂੰ ਕਲੈਕਟ ਕਰਨਾ ਵੀ ਬਹੁਤ ਸੌਖਾ ਹੈ, ਠੀਕ ਆ। ਤੁਸੀਂ ਇਹ ਥੋੜਾ ਟੈਨਸ਼ਨ ਕਰਨੀ ਆ ਕਿ ਬਈ ਉਹ ਬੰਦੇ ਨੇ ਇਨਡਾਇਰੈਕਟ ਟੈਕਸ ਬਣਾਇਆ ਕਿ ਨਹੀਂ, ਪੇ ਕੀਤਾ ਕਿ ਨਹੀਂ। ਤੁਸੀਂ ਤਾਂ ਇਹ ਗੱਲ ਕਹਿ ਦਿਓ ਕਿ ਬਈ ਜਿੰਨੀ ਤੂੰ ਪੇਸਟ ਕੱਢੇਗਾ ਆਪਣੇ ਪੇਸਟ ਦਾ ਰੇਟ ਵਿੱਚ ਟੈਕਸ ਪਾ ਕੇ ਕੱਢ, ਤੇ ਸਾਨੂੰ ਹਰ ਇੱਕ ਪੇਸਟ ਦਾ ਜਿਹੜਾ ਰੇਟ ਉਹਦਾ ਟੈਕਸ ਆ ਉਹ ਪੇ ਕਰੀ ਜਾ। ਸੋ ਇਹ ਹੁੰਦੇ ਆ ਇਨਡਾਇਰੈਕਟ ਟੈਕਸ, ਠੀਕ ਆ। ਮੈਨੂੰ ਕੋਈ ਕਵੇ ਕਿ ਇੰਸਟੀਟਿਊਟ ਦਾ GST ਤਾਂ ਮੈਂ ਕਹਾਂ ਕਿ ਕੋਈ ਚੱਕਰ ਵਾਲੀ ਗੱਲ ਹੀ ਨਹੀਂ, ਮੈਂ ਤਾਂ ਸਟੂਡੈਂਟ ਨੂੰ ਕਹਿ ਦੂੰਗਾ ਕਿ ਇਨਕਲੂਸਿਵ ਆ, ਇਹ ਫੀਸ ਦੇ ਵਿੱਚ ਇਨਕਲੂਡਡ ਆ। ਸੋ ਇਨਡਾਇਰੈਕਟ ਟੈਕਸ ਮੇਰੇ ਤੋਂ ਕਲੈਕਟ ਕਰਨਾ ਸੌਖਾ, ਮੈਂ ਅੱਗੇ ਕਿਸੇ ਤੋਂ ਲਵਾਂ ਨਾ ਲਵਾਂ ਮੇਰੇ ਤੇ ਸਿਰਦਰਦੀ ਆ। ਸਰਕਾਰ ਵਾਸਤੇ ਇਹ ਇਕੱਲੇ ਦੀ ਟੈਨਸ਼ਨ ਨਹੀਂ ਕਿ ਇਕੱਲੇ ਇੰਡੀਵਿਜੂਅਲ ਨੂੰ ਪੁੱਛੇ ਕਿ ਭਾਈ ਹਾਂ ਤੇਰੀ ਤਨਖਾਹ ਕਿੰਨੀ ਆ ਆਪਣਾ ਟੈਕਸ ਦੇ। ਇਹ ਸਮੱਸਿਆਵਾਂ ਡਾਇਰੈਕਟ ਟੈਕਸ 'ਚ ਤਾਂ ਦੇਖਣ ਨੂੰ ਮਿਲਦੀਆਂ ਹੈ ਬਟ ਇਨਡਾਇਰੈਕਟ ਟੈਕਸ 'ਚ ਇਹ ਚੀਜ਼ਾਂ ਨਹੀਂ ਗਈਆਂ। ਇਨਡਾਇਰੈਕਟ ਟੈਕਸ ਬਹੁਤ ਕਨਵੀਨੀਅੰਟ ਆ ਕਲੈਕਟ ਕਰਨਾ ਵੀ। ਸੋ ਇਹ ਇਨਡਾਇਰੈਕਟ ਟੈਕਸ ਦੀਆਂ ਕੁਝ ਖਾਸ ਗੱਲਾਂ ਸੀਗੀਆਂ, ਠੀਕ ਆ। ਇਨਡਾਇਰੈਕਟ ਟੈਕਸ ਜਿਹੜੇ ਆ ਲੋਕਾਂ ਦੇ ਖਰਚਿਆਂ ਤੇ ਜੋ ਖਰਚਦੇ ਆ ਉਹਦੇ ਤੇ ਜ਼ਿਆਦਾ ਨਿਰਭਰ ਹੁੰਦੇ ਆ ਐਜ਼ ਕੰਪੇਅਰ ਟੂ ਉਹਨਾਂ ਦੀ ਆਮਦਨੀ ਤੇ, ਠੀਕ ਆ ਜੀ। ਇਨਡਾਇਰੈਕਟ ਟੈਕਸ ਬਾਰੇ ਬਹੁਤ ਖਾਸ ਗੱਲਾਂ ਸਮਝਣ ਤੋਂ ਬਾਅਦ, ਠੀਕ ਆ। ਇਨਡਾਇਰੈਕਟ ਟੈਕਸ ਜਿਹੜੇ ਆ ਜ਼ਿਆਦਾਤਰ ਕੀ ਆ ਗੁਡਸ ਦੀ ਸਪਲਾਈ ਵਗੈਰਾ ਤੇ ਲੱਗਦੇ ਆ, ਸਮਾਨ ਦੀ ਸਪਲਾਈ ਤੇ ਲੱਗਦੇ ਆ, ਜੋ ਅਸੀਂ ਸੇਵਾਵਾਂ ਦਿੰਦੇ ਆ ਉਹਦੇ ਤੇ ਲੱਗਦੇ ਆ। ਬਾਅਦ 'ਚ ਜਿਹੜਾ ਬੰਦਾ ਸੇਵਾ ਪ੍ਰੋਵਾਈਡ ਕਰਦਾ, ਸਰਵਿਸ ਪ੍ਰੋਵਾਈਡਰ ਆ, ਜਿਵੇਂ ਮੈਂ ਇੱਕ ਐਜੂਕੇਸ਼ਨ ਨੂੰ ਸਰਵਿਸ ਪ੍ਰੋਵਾਈਡਰ ਹਾਂ, ਮੈਂ ਤੁਹਾਡੇ ਤੋਂ ਲਵਾਂ ਨਾ ਲਵਾਂ ਪਰ ਸਰਕਾਰ ਨੇ ਮੇਰੇ ਤੇ ਲਾ ਹੀ ਦੇਣਾ ਹੈ। ਇਹਨੂੰ ਆਪਾਂ GST ਗੁਡਸ ਐਂਡ ਸਰਵਿਸਿਜ਼ ਟੈਕਸ ਕਹਿੰਦੇ ਆ। ਇਹ ਬੇਸਿਕਲੀ ਆਪਣੇ ਆਪ 'ਚ ਹੈ ਕੀ ਆ? ਇਹ ਇੱਕ ਇਨਡਾਇਰੈਕਟ ਟੈਕਸ ਆ।
ਜੇ ਕੋਈ ਬੰਦਾ ਕੁਛ ਮੈਨੂਫੈਕਚਰ ਕਰ ਰਿਹਾ ਤਾਂ ਉਹਦੇ ਤੇ ਮੈਨੂਫੈਕਚਰਿੰਗ ਟੈਕਸ ਯਾਨੀ ਕਿ ਐਕਸਾਈਜ਼ ਡਿਊਟੀ ਲੱਗ ਹੀ ਜਾਣੀ ਆ। ਉਹਨੇ ਉਹ ਚੀਜ਼ ਮੈਨੂਫੈਕਚਰ ਕੀਤੀ ਹੈਗੇ, ਵਿਕੀ ਕਿ ਨਹੀਂ ਵਿਕੀ ਉਹ ਬਾਅਦ ਦੀ ਗੱਲ ਆ, ਪਰ ਉਹਦੇ ਤੇ ਮੈਨੂਫੈਕਚਰਿੰਗ ਟੈਕਸ ਲੱਗ ਹੀ ਜਾਣਾ ਹੈ। ਠੀਕ ਆ, ਇੱਕ ਬੰਦੇ ਨੇ ਬਾਹਰੋਂ ਸਮਾਨ ਲਿਆਂਦਾ, ਅੱਗੇ ਆ ਕੇ ਉਹ ਸਮਾਨ ਖਰਾਬ ਹੋ ਗਿਆ, ਕੋਈ ਟੈਨਸ਼ਨ ਨਹੀਂ ਸਰਕਾਰ ਦੀ, ਸਮਾਨ ਬਾਹਰੋਂ ਆ ਗਿਆ, ਬਾਹਰਲੇ ਬਾਰਡਰ ਤੇ ਉਹਦੇ ਤੇ ਕਸਟਮ ਡਿਊਟੀ ਲੱਗ ਹੀ ਜਾਣੀ ਆ। ਇਨਡਾਇਰੈਕਟ ਟੈਕਸ ਜਿੱਥੇ ਕੋਈ ਚੀਜ਼ ਪੈਦਾ ਹੋਈ ਜਾਂ ਸੋਰਸ ਆ ਉੱਥੇ ਹੀ ਲੱਗ ਜਾਂਦਾ ਹੈ। ਅੱਗੇ ਤੁਸੀਂ ਉਹਨੂੰ ਆਪਣੇ ਲਈ ਵਰਤ ਸਕੇ ਕਿ ਨਹੀਂ ਵਰਤ ਸਕੇ ਇਹ ਬਾਅਦ ਦੀ ਗੱਲ ਆ। ਮੇਰੀ ਗੱਲ ਸਮਝ ਗਏ ਨਾ? ਇਹ ਆ ਜੀ ਇਨਡਾਇਰੈਕਟ ਟੈਕਸ। ਠੀਕ ਆ, ਮੈਨੂੰ ਕਿਸੇ ਨੇ ਕਹਿਤਾ ਕਿ ਹਾਂ ਤੁਸੀਂ ਜੋ ਕਲੈਕਟ ਕੀਤਾ ਤੁਸੀਂ ਉੱਤੇ GST ਦਿਓ। ਠੀਕ ਆ, ਤਾਂ ਇਹ ਸਾਰੇ ਟੈਕਸ ਜਿਹੜੇ ਆ ਉਹ ਇੱਕ ਪ੍ਰਕਾਰ ਦੇ ਇਨਡਾਇਰੈਕਟ ਟੈਕਸ ਦੀ ਕੈਟੇਗਰੀ ਚ ਆਉਂਦੇ ਆ। ਉਮੀਦ ਕਰਦਾ ਕਿ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਠੀਕ ਆ, ਨੈਕਸਟ ਹੁਣ ਆਵੇ ਉਹ ਕੱਲੀ ਇਨਡਾਇਰੈਕਟ ਟੈਕਸ ਤੇ। ਕੱਲਾ ਇਨਡਾਇਰੈਕਟ ਟੈਕਸ ਜਿਹੜਾ ਅਸੀਂ ਥੋਰੋਲੀ ਪੜ੍ਹਨਾ ਹੈ, ਉਹ 'ਚ ਸਭ ਤੋਂ ਪਹਿਲਾ ਟੈਕਸ ਕਿਹੜਾ ਪੜ੍ਹਨ ਲੱਗੇ ਅਸੀਂ? ਕਸਟਮ ਡਿਊਟੀ। ਕਿ ਕਸਟਮ ਡਿਊਟੀ ਕੀ ਹੁੰਦਾ ਹੈ? ਕਸਟਮ ਬੇਸਿਕਲੀ ਇੱਕ ਅਜਿਹੀ ਪ੍ਰਕਿਰਿਆ ਹੈ ਜਦੋਂ ਸਾਡਾ ਸਮਾਨ ਆਪਣੇ ਦੇਸ਼ ਦੀਆਂ ਹੱਦਾਂ ਤੋਂ ਬਾਹਰੋਂ ਸਾਡੇ ਦੇਸ਼ 'ਚ ਆਉਂਦਾ ਹੈ ਤਾਂ ਉਹਦੇ ਤੇ ਇੱਕ ਚੁੰਗੀ, ਇੱਕ ਟੈਕਸ ਸਾਨੂੰ ਚੁਕਾਉਣਾ ਪੈਂਦਾ ਹੈ, ਜਿਹਨੂੰ ਅਸੀਂ ਕਸਟਮ ਡਿਊਟੀ ਕਹਿੰਦੇ ਆ। ਠੀਕ ਆ, ਇੱਕ ਡਿਊਟੀ ਦੇ ਰੂਪ 'ਚ ਇੱਕ ਟੈਕਸ ਜਿਹੜਾ ਹੈ ਉਹ ਸਾਨੂੰ ਫਿਕਸ ਟੈਕਸ ਜਿਹੜਾ ਹੈ ਉਹ ਪੇ ਕਰਨਾ ਪੈਂਦਾ ਹੈ। ਭਾਰਤ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਟੈਕਸ ਨੂੰ ਕਲੈਕਟ ਕਰੇ। ਭਾਰਤ ਸਰਕਾਰ ਆਪਣੀ ਜ਼ਿੰਮੇਵਾਰੀ ਨਾਲ ਇਸ ਟੈਕਸ ਨੂੰ ਕਲੈਕਟ ਕਰਦੀ ਆ। ਠੀਕ ਆ, ਆਪਣੇ ਆਪ 'ਚ ਇੱਕ ਬੇਹੱਦ ਇੰਪੋਰਟੈਂਟ ਟੈਕਸ ਜਿਹੜਾ ਹੈ ਉਹ ਹੁੰਦਾ ਹੈ। ਆ ਜਾਓ ਜੀ, ਹੁਣ ਆਪਾਂ ਇਹਦੇ ਬਾਰੇ ਚਰਚਾ ਕਰਦੇ ਹਾਂ, ਕਸਟਮ ਡਿਊਟੀ ਬਾਰੇ, ਕਿ ਬੇਸਿਕਲੀ ਹੈ ਕੀ ਆ। ਦੇਖੋ ਕਸਟਮ ਡਿਊਟੀ ਜਿਹੜੀ ਆ, ਠੀਕ ਆ, ਕਸਟਮ ਟੈਕਸ ਆ ਜਿਹੜਾ ਉਹ ਦੇਸ਼ ਦੀ ਕਸਟਮ ਅਥਾਰਟੀ ਲਾਉਂਦੀ ਆ। ਠੀਕ ਆ, ਇਹ ਕਸਟਮ ਟੈਕਸ ਦੇਸ਼ ਦੀ ਕਸਟਮ ਅਥਾਰਟੀ ਮਤਲਬ ਕਿ ਭਾਰਤ ਸਰਕਾਰ ਦਾ ਡਿਪਾਰਟਮੈਂਟ, ਮਿਨਿਸਟਰੀ ਆਫ ਫਾਈਨਾਂਸ ਆ। ਠੀਕ ਆ ਜੀ, ਮਿਨਿਸਟਰੀ ਆਫ ਫਾਈਨਾਂਸ, ਭਾਰਤ ਸਰਕਾਰ ਦੀ ਮਿਨਿਸਟਰੀ ਆਫ ਫਾਈਨਾਂਸ, ਜਾਨੀ ਕਿ ਸਾਡਾ ਵਿੱਤ ਮੰਤਰਾਲਾ। ਵਿੱਤ ਮੰਤਰਾਲੇ ਦੇ ਅੰਦਰ ਇੱਕ ਡਿਪਾਰਟਮੈਂਟ ਆ। ਠੀਕ ਆ ਜੀ, ਡਿਪਾਰਟਮੈਂਟ ਆਫ ਰੈਵਨਿਊ। ਵਿੱਤ ਮੰਤਰਾਲੇ ਦੇ ਅੰਦਰ ਇੱਕ ਰਾਜਸਵ ਵਿਭਾਗ ਆ, ਉਹਦੇ ਅੰਦਰ ਦੋ ਬੋਰਡ ਕੰਮ ਕਰਦੇ ਆ। ਠੀਕ ਆ ਜੀ, ਇੱਕ ਬੋਰਡ ਕੰਮ ਕਰਦਾ ਹੈ CBDT, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ। ਇੱਕ ਬੋਰਡ ਕੰਮ ਕਰਦਾ ਹੈ CBIT, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਸ। ਇਹ ਦੋ ਬੋਰਡ ਨੇ। ਇੱਕ ਬੋਰਡ ਦਾ ਕੰਮ ਆ ਪ੍ਰਤੱਖ ਟੈਕਸ ਇਕੱਠੇ ਕਰਨਾ ਤੇ ਦੂਜੇ ਬੋਰਡ ਦਾ ਕੰਮ ਆ ਅਪ੍ਰਤੱਖ ਕਰ, ਇਨਡਾਇਰੈਕਟ ਟੈਕਸ ਇਕੱਠੇ ਕਰਨਾ। ਕਸਟਮ, ਐਕਸਾਈਜ਼, GST ਉਸ ਬੋਰਡ ਦੀ ਜ਼ਿੰਮੇਵਾਰੀ ਹੈ ਇਕੱਠੇ ਕਰਨਾ। ਇਨਡਾਇਰੈਕਟ ਟੈਕਸ ਚਾਹੇ ਉਹ GST ਆ, ਚਾਹੇ ਉਹ ਕਸਟਮ ਡਿਊਟੀ ਆ, ਚਾਹੇ ਐਕਸਾਈਜ਼ ਆ, ਚਾਹੇ ਹੋਰ ਛੋਟੇ ਕਈ ਇਨਡਾਇਰੈਕਟ ਟੈਕਸ ਹੋਣਗੇ, ਉਹ ਸਾਰੇ। ਠੀਕ ਆ ਜੀ, ਹੁਣ ਅਸਲ 'ਚ ਕਸਟਮ ਡਿਊਟੀ ਹੈ ਕੀ ਆ? ਪਹਿਲਾਂ ਤਾਂ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ, ਮੈਨੂੰ ਇੱਕ ਗੱਲ ਸਮਝਾ ਲੈਣ ਦਿਓ ਨੂੰ ਚੰਗੀ ਤਰ੍ਹਾਂ ਕਿ ਅਸਲ 'ਚ ਨਾ ਸਾਡੇ ਦੇਸ਼ 'ਚ ਬਹੁਤ ਸਾਰੇ ਇਨਡਾਇਰੈਕਟ ਟੈਕਸ ਹੁੰਦੇ ਸੀ ਪਹਿਲਾਂ, ਜਦੋਂ ਆਪਣਾ ਸਮਾਨ ਭਾਰਤ 'ਚ ਵਿਕਦਾ ਸੀਗਾ। ਠੀਕ ਆ, ਭਾਰਤ ਦੀਆਂ ਸਟੇਟਾਂ 'ਚ ਵਿਕਦਾ ਸੀਗਾ ਤਾਂ ਹਰ ਸਟੇਟ ਉਹਦੇ ਤੇ ਇੱਕ ਟੈਕਸ ਲਾਉਂਦੀ ਹੁੰਦੀ ਸੀ ਜਿਹਨੂੰ ਕਹਿੰਦੇ ਸੀ ਸੇਲਸ ਟੈਕਸ। ਕੀ ਕਹਿੰਦੇ ਸੀ? ਸੇਲਸ ਟੈਕਸ। ਕਿਵੇਂ ਭਲਾ? ਮੈਨੂੰ ਇੱਕ ਗੱਲ ਦੇਖੋ, ਇੱਕ ਬੰਦੇ ਨੇ ਕੱਚ ਦਾ ਸਮਾਨ ਬਣਾਇਆ, ਉਹਨੇ ਕੱਚ ਦਾ ਸਮਾਨ ਬਣਾ ਕੇ ਕਿਸੇ ਹੋਲਸੇਲਰ ਨੂੰ ਵੇਚਤਾ। ਉਹਨੇ ਕਿਹਾ ਜੀ ਇਸ ਕੱਚ ਦਾ ਸਮਾਨ ਦਾ ਰੇਟ ਆ 400 ਰੁਪਈਆ, ਮੈਂ ਕੱਚ ਦਾ ਸਮਾਨ ਬਣਾਇਆ, ਇਹਦਾ 400 ਰੁਪਈਆ ਖਰਚਾ ਆਇਆ, ਮੈਂ ਤੈਨੂੰ ਵੇਚ ਰਿਹਾ 400 ਰੁਪਏ ਦਾ, ਤੂੰ ਇਦਾਂ ਕਰ ਇਹਦੇ ਤੇ ਮੈਨੂੰ 10% ਟੈਕਸ, 10% ਸਰਕਾਰ ਨੇ ਟੈਕਸ ਆ ਉਹ ਵਿੱਚ ਪਾ ਕੇ ਮੈਨੂੰ 440 ਦੇ ਦੇ, ਕਿਉਂਕਿ 40 ਰੁਪਏ ਮੈਂ ਸਰਕਾਰ ਨੂੰ ਦੇਣੇ ਆ। 440 ਰੁਪਏ ਦਿੱਤੇ ਉਹਨੇ ਵਿੱਚ 60 ਰੁਪਏ ਸ਼ੁੱਧ ਮੁਨਾਫਾ ਆਪਣਾ ਜੋੜ ਲਿਆ। ਉਹਨੇ ਉਹ ਚੀਜ਼ ਅਗਲੇ ਬੰਦੇ ਨੂੰ ਕਿੰਨੇ ਦੀ ਵੇਚੀ ਭਲਾ? ਹੋਲਸੇਲਰ ਨੇ ਦੁਕਾਨਦਾਰ ਨੂੰ 500 ਦੀ। ਉਹਨੂੰ ਸਰਕਾਰ ਨੂੰ ਉਹਨੇ 500 ਦਾ 10% ਦੇਣਾ ਪੈਣਾ ਸੀਗਾ ਤੇ 500 ਦਾ 10% ਕਿੰਨਾ ਹੋ ਗਿਆ ਭਲਾ? 50 ਰੁਪਏ। ਕਿੰਨਾ ਹੋ ਗਿਆ? 50 ਰੁਪਏ। ਉਹਨੇ 50 ਰੁਪਏ ਅੱਗੇ ਸਰਕਾਰ ਨੂੰ ਦੇਤੇ। ਮੇਰੀ ਗੱਲ ਸਮਝ ਗਏ? ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਬੰਦਾ ਸੀਗਾ 50 ਰੁਪਏ ਉਹਨੇ ਸਰਕਾਰ ਨੂੰ ਦਿੱਤੇ। ਠੀਕ ਆ, 500 ਦਾ 10%, ਉਹਨੇ 50 ਰੁਪਏ ਸਰਕਾਰ ਨੂੰ ਦਿੱਤੇ ਤੇ 50 ਰੁਪਏ ਆਪਣਾ ਮੁਨਾਫਾ ਰੱਖਿਆ ਤੇ 600 ਰੁਪਏ ਦਾ ਉਹਨੇ ਅੱਗੇ ਵੇਚਤਾ ਦੁਕਾਨਦਾਰ ਨੂੰ ਜਾਂ ਕਿਸੇ ਨੂੰ ਵੀ। ਤੇ 600 ਰੁਪਏ ਜਦੋਂ ਦੁਕਾਨਦਾਰ ਕੋਲ ਪਹੁੰਚਿਆ, ਤੁਸੀਂ ਇੱਕ ਗੱਲ ਨੋਟਿਸ ਕੀਤੀ, ਇੱਕ 10% ਟੈਕਸ ਸੀਗਾ। ਇੱਕ ਚੀਜ਼ ਸ਼ੁਰੂ 'ਚ ਸ਼ਾਇਦ 400 ਰੁਪਏ ਦੀ ਸੀਗੀ, ਜਦੋਂ 400 ਰੁਪਏ ਦੀ ਚੀਜ਼ ਤੇ 40% ਟੈਕਸ, 10% ਦੇ ਹਿਸਾਬ ਨਾਲ 40 ਰੁਪਏ ਟੈਕਸ ਲੱਗ ਗਿਆ। ਜਦੋਂ ਉਹ ਚੀਜ਼ ਅਗਲੇ ਬੰਦੇ ਕੋਲ ਗਈ, ਉਹਨੇ ਵਿੱਚ ਆਪਣੇ ਕਿੰਨੇ ਰੁਪਏ ਪ੍ਰੋਫਿਟ ਜੋੜਿਆ ਸੀਗਾ? 60 ਰੁਪਏ। ਜਿਹੜਾ ਸਰਕਾਰ ਕੋਲ ਅਗਲਾ ਹਿੱਸਾ ਟੈਕਸ ਦਾ ਜਾਣਾ ਚਾਹੀਦਾ ਸੀ, ਉਹ 60 ਦਾ 10% ਜਾਣਾ ਚਾਹੀਦਾ ਸੀ। ਤੇ ਸਰਕਾਰ ਨੇ ਕੀ ਚਲਾਕੀ ਕੀਤੀ? ਸਰਕਾਰ ਨੇ ਉਹਨੂੰ ਕਿਹਾ ਕਿ ਤੂੰ ਕਿੰਨੇ ਦੀ ਲੈ ਕੇ ਆਇਆ ਪਿੱਛੋਂ ਚੀਜ਼? ਕਹਿੰਦਾ ਜੀ 500 ਦੀ। ਕਹਿੰਦਾ ਤੂੰ 500 ਦੇ 10% ਕਰਾ। ਉਹ ਜਿਹੜਾ ਸਾਡੇ ਵਿੱਚ 400 ਰੁਪਈਆ ਸੀਗਾ ਉਸ 500 ਦੇ ਵਿੱਚ,
ਜਿਹੜਾ ਉਸ 500 ਦੇ ਵਿੱਚ 440 ਰੁਪਏ ਸੀਗੇ, ਇਹ ਉਹ ਹਿੱਸਾ ਹੈ ਜਿਹਦੇ ਤੇ ਆਲਰੇਡੀ ਪੁਰਾਣਾ ਬੰਦਾ ਵੀ ਟੈਕਸ ਪੇ ਕਰ ਚੁੱਕਿਆ ਹੈ ਤੇ ਉਸ ਹਿੱਸੇ ਤੇ ਨਵੇਂ ਬੰਦੇ ਨੂੰ ਵੀ ਟੈਕਸ ਪੇ ਕਰਨਾ ਪੈ ਰਿਹਾ। ਤੁਸੀਂ ਦੱਸੋ ਚੀਜ਼ ਕਿੰਨੀ ਮਹਿੰਗੀ ਹੋ ਗਈ। ਇਹਨੂੰ ਕਹਿੰਦੇ ਆ ਟੈਕਸ ਦੇ ਉੱਪਰ ਟੈਕਸ ਲੱਗ ਜਾਣਾ। ਸੇਲਸ ਟੈਕਸ ਦੀ ਇਹ ਸਭ ਤੋਂ ਮਾੜੀ ਆਦਤ ਸੀਗੀ, ਇਸ ਕਰਕੇ ਸੇਲਸ ਟੈਕਸ ਨੂੰ ਖਤਮ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ, ਕਿਉਂਕਿ ਇਹਦੇ 'ਚ ਇੱਕ ਇਫੈਕਟ ਕੰਮ ਕਰਦਾ ਸੀ, ਕਾਸਕੇਡਿੰਗ ਇਫੈਕਟ। ਕਾਸਕੇਡਿੰਗ ਇਫੈਕਟ ਦਾ ਮਤਲਬ ਹੁੰਦਾ ਹੈ CASDAIN। ਕਾਸਕੇਡਿੰਗ ਇਫੈਕਟ ਦਾ ਮਤਲਬ ਆ ਕਿ ਤੁਸੀਂ ਉਸ ਹਿੱਸੇ ਤੇ ਵੀ ਟੈਕਸ ਦਿਓ ਜਿਹੜੇ ਹਿੱਸੇ ਦੇ ਟੈਕਸ ਤੁਸੀਂ ਪਹਿਲਾਂ ਹੀ ਦੇ ਚੁੱਕੇ ਹੋ। ਉਸ ਹਿੱਸੇ ਦੇ ਤੁਸੀਂ ਟੈਕਸ ਕਿਉਂ ਦਿਓ ਭਾਈ? ਠੀਕ ਆ, ਤੁਸੀਂ ਤਾਂ ਸਿਰਫ ਉਹਨੇ ਹਿੱਸੇ ਦੇ ਟੈਕਸ ਦਿਓ ਜਿਹੜੀ ਚੀਜ਼ ਤੁਸੀਂ ਆਪ ਐਡ ਕੀਤੀ ਆ। ਇੱਕ ਬੰਦੇ ਨੇ ਕਾਰ ਬਣਾਈ ਆ, ਕਾਰ ਲਈ ਆ ਪਿਛਲੇ ਬੰਦੇ ਤੋਂ 3.5 ਲੱਖ ਦੀ, ਉਹਨੇ 3.5 ਲੱਖ ਦਾ 10% 35,000 ਟੈਕਸ ਭਰਿਆ। ਅਗਲੇ ਬੰਦੇ ਨੂੰ ਉਹਨੇ ਮੁਨਾਫਾ ਖੱਟ ਕੇ ਵੇਚਤੀ 4 ਲੱਖ ਦੀ, ਉਹਨੇ ਵਿੱਚ ਆਪਣਾ ਮੁਨਾਫਾ ਕਿੰਨੇ ਰੁਪਏ ਜੋੜਿਆ? 50,000। ਬਈ ਉਹ 50,000 ਦਾ 10% 5,000 ਰੁਪਏ ਟੈਕਸ ਭਰਦਾ ਤੇ ਚੰਗਾ ਲੱਗਦਾ ਏ। ਉਹਨੂੰ ਇਹ ਕਹਿਣਾ ਕਿ 3.5 ਦੀ ਤੈਨੂੰ ਪਿੱਛੇ ਮਿਲੀ ਆ, 50 ਤੂੰ ਆਪਣਾ ਜੋੜਿਆ, 4 ਲੱਖ ਹੋ ਗਿਆ, 4 ਲੱਖ ਦਾ 10% 40,000 ਟੈਕਸ ਦੇ। ਉਹ ਵਿਚਾਰਾ 3.5 ਲੱਖ ਦੀ ਕਾਰ ਖਰੀਦਣ ਵਾਲਾ 4 ਲੱਖ ਇੱਥੋਂ ਦੇ ਦੂਗਾ। ਨਾਲੇ ਉਹ 4 ਲੱਖ ਦਾ 10% ਕਿਉਂ ਦਵੇ? ਇਹਦੇ 'ਚ ਆਲਰੇਡੀ ਪਿਛਲਾ ਬੰਦਾ 3.5 ਲੱਖ ਦਾ ਟੈਕਸ ਤਾਂ ਦੇ ਹੀ ਚੁੱਕਿਆ ਹੈ, ਉਹਦੇ ਤੇ ਦੁਬਾਰਾ ਟੈਕਸ ਲਾਉਣਾ, ਦੈਟ ਇਜ਼ ਕਾਸਕੇਡਿੰਗ ਇਫੈਕਟ। ਕਾਸਕੇਡਿੰਗ ਇਫੈਕਟ ਮਾੜੀ ਗੱਲ ਆ, ਇਸ ਕਰਕੇ ਸੇਲਸ ਟੈਕਸ ਨੂੰ ਖਤਮ ਕਰ ਦਿੱਤਾ ਗਿਆ। ਸਾਡਾ ਸਮਾਨ ਇਸ ਕਰਕੇ ਮਹਿੰਗਾ ਹੁੰਦਾ ਸੀ ਕਿਉਂਕਿ ਉਹਦੇ ਤੇ ਕੀ ਲੱਗਦਾ ਹੁੰਦਾ ਸੀਗਾ? ਸੇਲਸ ਟੈਕਸ। ਫਿਰ ਪਰ ਇੱਕ ਪ੍ਰੋਬਲਮ, ਤੁਹਾਨੂੰ ਇੱਕ ਗੱਲ ਪਤਾ, ਭਾਰਤ ਦਾ ਸੰਵਿਧਾਨ ਇਹ ਵੀ ਗੱਲ ਕਹਿੰਦਾ ਹੈ ਕਿ ਜਿਹੜੇ ਟੈਕਸ ਆ ਨਾ ਉਹ ਸੂਬੇ ਤੇ ਸੈਂਟਰ 'ਚ ਵੰਡੇ ਹੋਏ ਆ। ਤੇ ਮੈਂ ਤੁਹਾਨੂੰ ਦੱਸਦਾ, ਸੇਲਸ ਟੈਕਸ ਜਿਹੜਾ ਹੈ ਨਾ ਇਹ ਸੈਂਟਰ ਦਾ ਵਿਸ਼ਾ ਨਹੀਂਗਾ, ਸਟੇਟਸ ਦਾ ਵਿਸ਼ਾ ਹੈ। ਕਿਹਦਾ ਵਿਸ਼ਾ ਹੈ? ਸਟੇਟਸ ਦਾ। ਤੇ ਜਿਹੜਾ ਸਬਜੈਕਟ ਸਟੇਟ ਦਾ ਹੋਵੇ, ਕੀ ਸੈਂਟਰ ਉਹਦੇ ਤੇ ਕੋਈ ਕਾਨੂੰਨ ਬਣਾ ਸਕਦੀ ਆ? ਨਹੀਂ ਬਣਾ ਸਕਦੀ। ਸੈਂਟਰ ਕਿਸੇ ਵੀ ਸਟੇਟ ਦੇ ਸਬਜੈਕਟ ਤੇ ਕਾਨੂੰਨ ਨਹੀਂ ਬਣਾ ਸਕਦੀ। ਇਸ ਕਰਕੇ ਸੈਂਟਰ ਨੇ ਸਟੇਟਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸੇਲਸ ਟੈਕਸ ਬਦਲ ਕੇ ਨਵਾਂ ਕਾਨੂੰਨ ਲੈ ਕੇ ਆਓ। ਸਟੇਟਾਂ ਨੇ ਸੈਂਟਰ ਨੂੰ ਪੁੱਛਿਆ ਕਿ ਅਸੀਂ ਕਿਹੜਾ ਕਾਨੂੰਨ ਲੈ ਕੇ ਆਈਏ, ਤਾਂ ਸੈਂਟਰ ਨੇ ਸਟੇਟਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਸੇਲਸ ਟੈਕਸ ਦੀ ਜਗ੍ਹਾ ਤੇ ਵੈਟ ਕਰ ਦਿਓ। ਕੀ ਕਰ ਦਿਓ? ਵੈਟ। ਇਹ ਵੈਟ ਕੀ ਆ? ਵੈਲਿਊ ਐਡਡ ਟੈਕਸ। ਕੀ ਨਾਮ ਆ? ਵੈਲਿਊ ਐਡਡ ਟੈਕਸ। ਕਹਿੰਦੇ ਜੀ ਇਹ ਕਿਵੇਂ ਹੋਊਗਾ? ਕਹਿੰਦੇ ਇਹ ਵੀ ਸੇਲਸ ਟੈਕਸ ਹੀ ਆ। ਇੱਕ ਬੰਦੇ ਨੇ ਸਮਾਨ ਪਿੱਛੇ 400 ਰੁਪਏ ਦਾ 400 ਰੁਪਏ ਦਾ ਇੱਕ ਸਮਾਨ ਕਿਸੇ ਨੂੰ ਵੇਚਦਾ। ਏ ਨੇ 400 ਰੁਪਏ ਦਾ ਸਮਾਨ ਬੀ ਨੂੰ ਵੇਚਤਾ ਤੇ 10% ਦੇ ਹਿਸਾਬ ਨਾਲ ਕਿੰਨੇ ਰੁਪਏ ਟੈਕਸ ਕਟਾਇਆ? 40। ਕਿੰਨੇ ਰੁਪਏ ਟੈਕਸ ਕਮਾਇਆ? 40। ਇਸ ਬੰਦੇ ਨੇ 40 ਰੁਪਏ ਟੈਕਸ ਭਰਿਆ। ਠੀਕ ਆ, ਤਾਂ ਇਹਨੇ ਬੀ ਨੇ ਉਹੀ ਸਮਾਨ ਸੀ ਨੂੰ ਵੇਚਤਾ। ਕਿਹਨੂੰ ਵੇਚਤਾ? ਸੀ ਨੂੰ। ਬੀ ਨੇ ਇਹਦੇ ਤੇ 60 ਰੁਪਏ ਮੁਨਾਫਾ ਆਪਣਾ ਜੋੜ ਲਿਆ ਵਿੱਚ, ਪੋਲਿਸ਼ ਕਰਕੇ 60 ਰੁਪਏ। ਤਾਂ ਬੀ ਨੇ ਜਿਹੜਾ ਸੀ ਨੂੰ 60 ਰੁਪਏ ਦਾ ਵੇਚਿਆ ਸਮਾਨ ਵਾਧੂ ਵਿੱਚ, ਕਿੰਨੇ ਦਾ ਵੇਚਿਆ ਭਲਾ? 460 ਦਾ। ਬੀ ਤੋਂ ਸੀ ਤੱਕ ਜਦੋਂ ਸਮਾਨ ਗਿਆ ਤਾਂ ਸਰਕਾਰ ਨੂੰ 460 ਦਾ 10% 46 ਰੁਪਏ ਟੈਕਸ ਨਹੀਂ ਗਿਆ, ਸਰਕਾਰ ਨੂੰ ਸਿਰਫ 60 ਰੁਪਏ ਦਾ 10% 6 ਰੁਪਏ ਟੈਕਸ ਗਿਆ। ਇਹਦਾ ਮਤਲਬ ਜਿਹੜਾ ਪਿਛਲਾ ਹਿੱਸਾ ਸੀ 400 ਰੁਪਇਆ, ਉਹਦੇ ਤੇ ਤਾਂ ਟੈਕਸ ਨਹੀਂ ਲੱਗਾ ਨਾ ਹੁਣ। ਇਟ ਮੀਨਸ ਸਰਕਾਰ ਦਾ ਮੁਨਾਫਾ ਘਟ ਗਿਆ, ਪਰ ਲੋਕਾਂ ਨੂੰ ਹੌਸਲਾ ਵੱਧ ਗਿਆ ਕਿ ਬਈ ਹੁਣ ਸਾਡੇ ਤੇ ਖਰਚਾ ਘਟ ਗਿਆ। ਲੋਕ ਜ਼ਿਆਦਾ ਸਮਾਨ ਬਣਾਉਣ ਲੱਗ ਪਏ, ਸਰਕਾਰ ਦੀ ਚੋਰੀ ਰੋਕਣ ਲੱਗ ਪਏ। ਇਸ ਕਰਕੇ ਟੈਕਸ ਰੈਵਨਿਊ ਸਰਕਾਰ ਦਾ ਵੱਧ ਗਿਆ। ਸੇਲਸ ਟੈਕਸ ਦੀ ਜਗ੍ਹਾ ਤੇ ਹੁਣ ਨਵੀਂ ਚੀਜ਼ ਆ ਗਈ, ਪਤਾ ਕੀ? ਕਿ ਭਰਾਵਾ ਤੂੰ ਜਿੰਨੇ ਰੁਪਏ ਆਪ ਆਪਣੀ ਵੱਲੋਂ ਕਲਾਕਾਰੀ ਐਡ ਕਰੇਗਾ, ਜਿੰਨੀ ਤੂੰ ਖੁਦ ਵੈਲਿਊ ਐਡ ਕਰੇਗਾ, ਤੂੰ ਉਸ ਖੁੱਲ ਵੈਲਿਊ ਐਡ ਕੀਤੀ ਤੇ ਟੈਕਸ ਭਰੇਗਾ। ਹੁਣ ਤੂੰ ਸੇਲਸ ਦੇ ਉੱਪਰ ਤੂੰ ਕਿੰਨੇ ਰੁਪਏ ਦੀ ਚੀਜ਼ ਖਰੀਦੀ ਹੈ ਬਈ? 460 ਰੁਪਏ ਦੀ। ਤੂੰ 460 ਤੇ ਸੇਲਸ ਤੇ ਟੈਕਸ ਨਹੀਂ ਲਾਏਗਾ। ਤੂੰ ਸਿਰਫ ਕਿੰਨੇ ਰੁਪਏ ਜੋੜੇ ਆਪਣੇ ਵੱਲੋਂ? 60 ਰੁਪਏ। ਤੂੰ ਸਿਰਫ 60 ਰੁਪਏ ਦੇ ਟੈਕਸ ਦੇਵੇਂਗਾ ਕਿਉਂਕਿ ਤੂੰ ਆਪਣੇ ਵੱਲੋਂ 60 ਰੁਪਏ ਦੀ ਵੈਲਿਊ ਐਡ ਕੀਤੀ ਹੈ। ਜਦੋਂ ਤੂੰ ਆਪਣੀ ਕੀਤੀ ਵੈਲਿਊ ਐਡ ਤੇ ਟੈਕਸ ਭਰੇਗਾ ਤਾਂ ਇਹ ਕੀ ਬਣ ਗਿਆ ਭਲਾ? ਵੈਲਿਊ ਐਡਡ ਟੈਕਸ। ਤੇ ਇਹਦਾ ਫੁੱਲ ਫਾਰਮ, ਸ਼ਾਰਟ ਫਾਰਮ ਕੀ ਹੋਗੀ ਭਲਾ? ਵੈਟ। ਵੈਟ ਸੇਲਸ ਟੈਕਸ ਨੂੰ ਰਿਪਲੇਸ ਕਰਕੇ ਆਇਆ ਸੀਗਾ। ਹਾਂ, ਪੰਜਾਬ ਨੇ, ਹਰਿਆਣੇ ਨੇ, ਸਾਰੀਆਂ ਸਟੇਟਾਂ ਨੇ ਵੈਟ ਲਾਗੂ ਕਰਤਾ, ਪਰ ਇਹਦੇ 'ਚ ਕੋਈ ਬਹੁਤ ਵੱਡਾ ਪੰਗਾ ਸੀਗਾ। ਪਤਾ ਕਿਉਂ? ਵੈਟ ਇੱਕ ਅਜਿਹਾ ਟੈਕਸ ਸੀਗਾ ਜਿਹੜਾ ਸਾਰੀਆਂ ਸਟੇਟਾਂ ਦੇ ਵਿੱਚ ਵੱਖੋ ਵੱਖ ਸੀਗਾ। ਸਾਰੀਆਂ ਸਟੇਟਾਂ 'ਚ ਕੀ ਸੀਗਾ? ਵੱਖੋ ਵੱਖ। ਪੰਜਾਬ ਆਪਣਾ ਵੈਟ ਲਾਉਂਦਾ ਸੀ, ਹਰਿਆਣਾ ਆਪਣਾ ਵੈਟ ਲਾਉਂਦਾ ਸੀ, ਯੂਪੀ ਆਪਣਾ ਵੈਟ ਲਾਉਂਦਾ ਸੀ। ਜਦੋਂ ਸਮਾਨ ਪੰਜਾਬ ਤੋਂ ਹਰਿਆਣੇ 'ਚ ਜਾਂਦਾ ਸੀ ਉਲਝ ਜਾਂਦਾ ਸੀ। ਇਸ ਕਰਕੇ ਲੋਕ ਨਾ, ਪੰਜਾਬ ਦਾ ਵੈਟ ਘੱਟ ਹੋਵੇ, ਹਰਿਆਣੇ ਦਾ ਜ਼ਿਆਦਾ ਹੈ, ਲੋਕ ਵੈਟ ਬਚਾ ਲੈਂਦੇ ਸੀ, ਚੋਰੀ ਸਮਾਨ ਕੱਢ ਲੈਂਦੇ ਸੀ, ਕਿਉਂਕਿ ਪੂਰੇ ਦੇਸ਼ 'ਚ ਸਾਰੀਆਂ ਸਟੇਟਾਂ ਦੇ ਵੈਟ ਸਟੇਟ ਸਰਕਾਰ ਦੇ ਦਾਇਰੇ 'ਚ ਸੀਗਾ। ਇਸ ਕਰਕੇ ਸੈਂਟਰ ਕੁਝ ਕਹਿ ਨਹੀਂ ਸੀ ਸਕਦੀ। ਸਾਰੀਆਂ ਸਟੇਟਾਂ ਨੇ ਆਪੋ ਆਪਣੀਆਂ ਚੀਜ਼ਾਂ ਤੇ ਵੈਟ ਆਪ ਲਾਇਆ। ਵੈਟ ਕੁਝ ਵੀ ਨਹੀਂਗਾ, ਆਪਣੇ ਆਪ 'ਚ ਇੱਕ ਸੇਲਸ ਟੈਕਸ ਹੀ ਆ। ਬਸ ਇਹਦੇ 'ਚ ਜਿਹੜੀ ਚੀਜ਼ ਤੁਸੀਂ ਨਹੀਂ ਕੀਤੀ ਤੁਸੀਂ ਉਹਦੇ ਤੇ ਟੈਕਸ ਨਹੀਂ ਦੇਣਾ, ਤੁਸੀਂ ਸਿਰਫ ਆਪਣੀ ਵੈਲਿਊ ਐਡਡ ਤੇ ਟੈਕਸ ਦੇਣਾ ਹੈ। ਆ ਗੱਲ ਸਮਝ ਆ ਗਈ? ਕਹਾਣੀ ਸਾਰਿਆਂ ਨੂੰ ਸਮਝ ਆ ਗਈ ਕਿ ਵੈਟ ਆਪਣੇ ਆਪ 'ਚ ਕੀ ਸੀਗਾ? ਕਹਾਣੀ ਕਲੀਅਰ ਹੈ ਨਾ ਸਾਰੀ? ਹੁਣ ਕੀ ਹੋਇਆ, ਜਦੋਂ ਵੈਟ ਆ ਗਿਆ 2008 'ਚ, 7-8 ਤੋਂ ਵੈਟ ਆ ਗਿਆ, ਪਰ 2015-16 ਤੱਕ ਜਾਂਦੇ ਜਾਂਦੇ ਸਮੱਸਿਆ ਹੋਰ ਵੱਧ ਗਈ। ਇੱਕ ਨਵੀਂ ਸਮੱਸਿਆ ਛਿੜ ਗਈ। ਉਹ ਨਵੀਂ ਸਮੱਸਿਆ ਇਹ ਸੀਗੀ ਕਿ ਸਾਰੀਆਂ ਚੀਜ਼ਾਂ 'ਚ ਵੈਟ ਨਹੀਂ ਹੈਗਾ। ਪੰਜਾਬ 'ਚ ਵੈਟ ਅੱਡਾ, ਹਰਿਆਣੇ 'ਚ ਅੱਡਾ, ਯੂਪੀ 'ਚ ਅੱਡਾ, ਚੰਡੀਗੜ੍ਹ ਅੱਡਾ। ਪਹਿਲੀ ਗੱਲ। ਦੂਜੀ ਸਮੱਸਿਆ, ਕਹਿੰਦੇ
एक बंदा है वो समान बेचता है, ठीक है, ਉਹਦੇ ਤੇ वैट लग सकता है। मैं सर्विस बेच रहा, मैं की बेच रहा, सर्विस, मैं सर्विस बेच रहा है तो मैं जो सर्विस प्रोवाइडर हाँ, मेरे ते वैट नहीं सी लगता, मेरे ते लगता सी सर्विस टैक्स। की लगता सीगा, वो भी मैं भी तो कुछ बेच ही रहा, वो गुड्स बेचता है उन्होंने लगता सी वैट, मैं सर्विस बेचता मेरे ते लगता सी सर्विस टैक्स। इत्थे भी कोई खतरा नहीं सी, ਜਿਹੜੇ गुड्स बेचते ਆ ਉਹਨਾਂ ਤੋਂ वैट ਲਈ ਜਾਓ, ਜਿਹੜੇ सर्विस बेचते ਉਹਨਾਂ ਤੋਂ सर्विस टैक्स ਲਈ ਜਾਓ। पर पंगा पता की है, एक ਇਹੋ ਜਿਹੇ इंस्टीट्यूट की गल करो ਜਿਹੜਾ बुक्स भी बेचे ਤੇ सर्विस भी बेचे, पगया पंगा, वो गुड्स भी बेच रहा है तो सर्विस भी। गोपाल स्वीट्स ते आ जाओ, गोपाल स्वीट्स वाले उत्थे बह के रोटी भी खवा रहे, सर्विस प्रोवाइडर भी आ, वो उत्थों अपना समान भी बेचते हैं। उन्होंने लोगों का की बनूगा ਜਿਹੜੇ गुड्स भी बेचते हैं, सर्विस भी बेचते हैं, उन्होंने अपना समान एवें एडजस्ट किया होंदा, गुड्स वाला सर्विसिस वाला गुड्स च, वो सरकार के टैक्स तो बच जाते हैं। सरकार को समझ नहीं सी आउंदा, सरकार कहती है कि जो गुड्स ते वैट लगता सी ते जो सर्विस ते सर्विस टैक्स लगता है, क्यों ना इनू एक ही कर दिता जाए, एक शिकायत है एक शिकायत है कि सारिया स्टेटां च एक कर दिता जाए। पर ये वास्ते एक पंगा सी सारिया स्टेटां नूं मनाउणा कि तुसीं अपने सारे गुड्स ते सर्विसिस दीयां जिहड़ियां ताकतां ने ना टैक्स इकट्ठा करन दीयां, वो केंद्र नूं दे दो। पर वो स्टेटां मनण किवें? ये गल संविधान च लिखी हुई है कि सर्विसिस नूं लैके ते गुड्स नूं लैके जिहड़ा वैट लगदा है, ये स्टेट सरकारां दे अधिकार खेतर च आऊगा। ਜਦੋਂ ਇਹ ਸਾਰਾ ਕੁਝ ਆ ਗਿਆ, ਸਾਰੀਆਂ ਸਟੇਟਾਂ ਨੇ ਸੈਂਟਰ ਨਾਲ ਬਹਿ ਕੇ ਗੱਲ ਕੀਤੀ, ਫਿਰ ਇਹਨਾਂ ਨੇ ਸੰਵਿਧਾਨ ਨੂੰ ਸੋਧਿਆ, ਇਹ ਬਣੀ ਕਨਸਟੀਟਿਊਸ਼ਨ ਦੀ 101 ਕਨਸਟੀਟਿਊਸ਼ਨਲ ਅਮੈਂਡਮੈਂਟ। ਸਾਰੇ ਇਨਡਾਇਰੈਕਟ ਟੈਕਸ, ਕਸਟਮ, ਐਕਸਾਈਜ਼, ਜਿੰਨੇ ਵੀ ਇਨਡਾਇਰੈਕਟ ਟੈਕਸ ਸੀ, ਇਨਡਾਇਰੈਕਟ ਡਾਇਰੈਕਟ ਨਹੀਂ, ਕਿਹੜੇ ਟੈਕਸ ਵਾਲਾ, ਇਨਡਾਇਰੈਕਟ, ਜਿੰਨੇ ਵੀ ਇਨਡਾਇਰੈਕਟ ਟੈਕਸ ਸੀਗੇ ਉਹ ਸਾਰੇ ਖਤਮ ਕਰ ਦਿੱਤੇ ਗਏ ਤੇ ਉਹਨਾਂ ਸਾਰੇ ਇਨਡਾਇਰੈਕਟ ਟੈਕਸਾਂ ਦੀ ਜਗ੍ਹਾ ਤੇ ਫਿਰ ਇੱਕ ਟੈਕਸ ਲਿਆਂਦਾ ਗਿਆ, GST, ਗੁੱਡਸ ਐਂਡ ਸਰਵਿਸਿਜ਼ ਟੈਕਸ। ਕਸਟਮ ਵੀ ਇਹਦੇ ਚ ਪਾਤਾ, ਐਕਸਾਈਜ਼ ਵੀ ਇਹਦੇ ਚ ਪਾਤਾ, ਸੇਲਸ ਟੈਕਸ सेंटर ने भी अपने बड़े टैक्स विच पाते, स्टेट ने अपने बड़े टैक्स विच पाते। किहड़े किहड़े? सेल स्टेटां दा सब तो तगड़ा टैक्स हुंदा सी वैट, वो विच पाता। पर किते ना किते जाके गरारी अड़ गई। कित्थे आके अड़ गई? स्टेटां नूं पता सी कि सानूं सब तो वध वैट इकट्ठा हुंदा है एक पेट्रोल तो ते एक दारू तो। स्टेटां कहंदियां ना पेट्रोल ते ना दारू नूं असीं, दारू ते पेट्रोल दा वैट बाहर, बाकी सारियां साडे जिन्नियां समान विकदा है सारा वैट GST दे अंडर। सेंटर कहंदा वाह बई बड़े सियाणे हो। सेंटर ने फिर एक कुंडी रखती कि साडा भी एक्साइज अद्धा बाहर आ, कई चीज़ों के उपर एक्साइज जिहड़ा GST के अंदर आ, कई चीज़ों के उपर एक्साइज इहो जिहा है जिवें मैडिकल के प्रोडक्ट आ गई, उन्हां दे सेंटर कहंदा इहदा तुसीं साडे नाल वैट नहीं शेयर किता दारू वाला, असीं तुहाडे नाल कुछ प्रोडक्ट्स के उपर एक्साइज नहीं शेयर करांगे। GST सारे टैक्सां नूं सबज्यूम करी बैठा है, पर कई चीज़ां इहदे दायरे चों बाहर आ, कुछ सेंटर ने बाहर कढा लियां क्योंकि उन्हां नूं अड़ी सी, स्टेट ने क्यों बाहर कढाइयां। सो इहदा मतलब बहुत सारे टैक्सां दा समूह जिहड़ा है वो GST आ, पर रौला पैण तो बाद कई चीज़ां हजे भी GST के दायरे चों बाहर ने। हौली हौली सारा कुछ GST दे, सोच के देखो जिस दिन शराब GST के दायरे च आ गई, पंजाब चंडीगढ़ तो पंजाब दारू आनी बंद हो जाऊगी, लोड़ ही नहीं, क्योंकि फिर पंजाब च भी उत्ते उही GST आ, चंडीगढ़ ते भी उही आ। हुण रौला की आ, ये जिहड़ा वैट सीगा ये सारियां चीज़ां तो घटा के GST च वाड़ता, पर दारू का वैट जिहड़ा सीगा वो दारू का वैट ही रहा, वो GST के दायरे च नहीं आया। पेट्रोल ते पेट्रोलीयम प्रोडक्ट्स ते जिहड़ा वैट आ वो वैट ही रहा, वो GST का हिस्सा नहीं बन सकिया। अदरवाइज GST का हिस्सा बन जाता तो GST के किसी स्लैब च आ जाता, ਜਾਂ 12% वाली तो एक पूरे देश चो एक सार हो जाता। मेरी गल समझ गए? इट मीनस कुछ चीज़ां हजे भी इनडायरैक्ट टैक्स दियां इहो जिहियां है जिहड़ियां GST वर्गे ਵੱਡੇ टैक्स के दायरे चों बाहर ने। पर बहुते टैक्स जिहड़े आ, पर पेपर च कई वारी तुहानूं यही नहीं पता लगता कि GST ने किहड़े टैक्स अपने अंदर समाए आ। GST कोई डायरैक्ट टैक्स नहीं गा ते ना ही इन्हें कोई डायरैक्ट टैक्स अपने अंदर समाया है। इन्हें किहड़े टैक्स अपने अंदर समा लए भला? इनडायरैक्ट टैक्स, कस्टम, एक्साइज, इंटरटेनमेंट टैक्स, सर्विस टैक्स, सेल्स टैक्स, वैट, फलाने फलाने कुछ हिस्सा इन्हां टैक्सां दा अज भी बाहर आ। अज ਜਿਹੜੇ हिस्से इन्हां दे बाहर आ उन्हां बारे आपां चर्चा करांगे। पर मान लो तुसीं मैनूं ये कह दो कि जी कस्टम तां हुण GST का हिस्सा ही बन गया, फिर कस्टम क्यों पढ़ रहे हैं? सारा कस्टम GST का हिस्सा नहीं बनया। कस्टम बहुत वड्डा टैक्स आ, कस्टम कई स्टैपां च लाया जाता है। कस्टम का एक हिस्सा GST बन गया है, जिहड़ा हिस्सा कस्टम का GST नहीं बनया वो अज भी कस्टम ही है। कस्टम टैक्स जिहड़ा पता किहड़ा है? सेंटर सरकार जिहड़ा बाहरों आउण वालीआं चीज़ां ते लाउंदी आ उहनूं कस्टम टैक्स या कस्टम ड्यूटी कहंदे आ। पर मेरी एक गल पल्ले बन लो, ये भी मैं अगे जाके कहूँगा कि इहनूं टैक्स क्यों नहीं कहंदे, ड्यूटी क्यों कहंदे आ। पर मसला ये नहीं गा, मसला ये आ कि सेंटर ने कस्टम वर्गा इंडायरैक्ट टैक्स GST दे विच क्यों नहीं पाया? क्योंकि जिहड़ा GST है ना, जिहड़ी चीज़ GST च आ गई वो जिन्ना भी इकट्ठा होऊगा
GST 'ਚ ਜਿਹੜੀ ਵੀ ਚੀਜ਼ ਆ ਗਈ ਉਹ ਜਿੰਨੀ ਵੀ ਇਕੱਠੀ ਹੋਊਗੀ ਉਹਨੂੰ ਸੈਂਟਰ ਤੇ ਸਟੇਟ ਆਪਸ 'ਚ ਸ਼ੇਅਰ ਕਰਨਗੇ। ठीक है, GST के दायरे जी भी चीज़ आ गई उन्होंने सेंटर ते स्टेट आपस इकट्ठा करनगे, ये गल बहुत क्लीयर है। ठीक है, सेंटर ते स्टेट उस टैक्स नूं आपस मिल के इकट्ठा करनगे, ये गल क्लीयर होगी। जे सेंटर सरकार अपना कस्टम ड्यूटी GST च पालूगी तो वो सेंटर नूं किहदे नाल वंडना पऊगा भला, स्टेटां नाल। ते सेंटर चाहुंदी नहीं, क्यों? स्टेटां ने किहड़ा अपना वैट जिहड़ा शराब वाला ते पेट्रोलीयम प्रोडक्ट्स वाला वो सेंटर नाल वंडिया। इट मीनस कुछ चीज़ां सेंटर ने अपने वास्ते रख लियां जां अपने बचा लई रख लियां, कुछ चीज़ां जिहड़ियां ने स्टेट ने अपने तरीके नाल रखियां होईयां। ठीक है, सो ये चीज़ां सानूं पता होणियां चाहीदियां। आ गल समझ आ गई सारिਆਂ ਨੂੰ? ठीक है, हाँ जी। ये आप कस्टम ड्यूटी ते सीगे। ठीक है, हाँ जी। नैक्सट हुण एक गल देखो, इत्थों तक कंसैप्ट क्लीयर हो गया। इट मीनस सानू ये पता लग गया कि जी इनडायरैक्ट टैक्स किहड़े-किहड़े टैक्स इनकलूडिड ने। इनडायरैक्ट टैक्स जिहड़ा है उहदे च किहड़े-किहड़े टैक्स इनकलूडिड ने। एक कस्टम ड्यूटी, एक किहड़ा आ गया जी अपने कोल एक्साइज ड्यूटी। एक कस्टम ड्यूटी आ गया, एक टैक्स किहड़ा आ गया एक्साइज ड्यूटी। एक टैक्स किहड़ा आ गया कस्टम ड्यूटी, एक्साइज ड्यूटी। इस तो बाद सेल्स टैक्स। किसी टाइम स्टेटां 'च लगदा हुंदा सी किहड़ा भला सेल्स टैक्स। हुण वो सेल्स टैक्स की जगह ते एक होर टैक्स आ गया, वो आ गया वैट। ये सारा सबस्यूम हो गया, पर वैट का कुछ हिस्सा स्टेटां ने चलाकी करके अपना जिहड़ा सी वो GST के दायरे चों बाहर कढा लिया। फिर इहदी जगह ते होर भी इंटरटेनमेंट टैक्स, किहड़ा इंटरटेनमेंट टैक्स। उस तो बाद सर्विस टैक्स। ये वो टैक्स ने, बहुत टैक्स ने होर जिहड़े मिल के ये वो इंडायरैक्ट टैक्स ने जिहड़े अज किहदे दायरे च आ गए भला GST च। पर कई चीज़ां अज भी इहदे दायरे चों बाहर ने, जिवें कस्टम जिहड़ा है ना, कस्टम 3-4 प्रकार नाल लगदा है। मैं एक एग्जाम्पल दिना, कस्टम कित्थे लगदा भला बाहरों आउण वालीआं चीज़ां ते। बाहरों आउण वालीआं हर एक चीज़ ते टैक्स लगदा है बई, बाहरों आउण वाली हर एक चीज़ ते की लगदा जी, एक टैक्स लगदा है। पर कई बारी पता की हुंदा है, जिवें चाइना वर्गा देश बड़ा चलाक आ। चाइना वर्गा देश की करदा है, बड़ी नीच हरकत करदा है। वो अपने देश तो किसी चीज़ नूं महंगा वेचदे आ। सुनो मेरी गल, आपदे देश तो किसी चीज़ नूं महंगा वेचदे आ, जदों वो चीज़ भारत विच नहीं हुंदी आ ना, जिहड़े उन्हां दे बिजनेसमैन एक्सपोर्ट करदे इंडिया च, वो कहंदे आ कि तुहानूं असीं सबसिडी दे दिंदे आ, तुसीं ये चीज़ इंडिया च सस्ती वेचो ताकि इंडिया दे बनाउण वाले मैਨੂਫੈਕਚਰਰ दा लक टुट जे ते बाद चों साडे ते निर्भर हो जे। तो ये गल माड़ी उन्हां दी। भारत सरकार फिर उन्हां दी जिहड़ी उत्थे सबसिडी दिंदे आ ना, जिन्नी वो अपने बंदे नूं सबसिडी दिंदे आ, उन्ना ही भारत इत्थे कस्टम ड्यूटी दे उपर एक होर ड्यूटी ला दिंदा है। उन्होंने कहते हैं काउंटर वेलिंग कस्टम ड्यूटी। काउंटर वेलिंग का मतलब आ बेसिक ड्यूटी तो लगनी आ। जिवें मान लो बाहरों आउण वाली हर एक चीज़ ते जे बाहरों आउण वाली पेस्ट ते 10% टैक्स आ, ते चाइना तो आउण वाली पेस्ट ते 10% दे नाल 3% होर होऊगा। वो 3% पता किहड़ा, जिन्ना उन्हां दे चाइना ने अपने उस एक्सपोर्टर नूं 3% की छूट दे रखी आ, भारत इन्ना ही 3% उन्हां दा इधर रेट चक दूगा ताकि बराबर हो जाए। उधरले देश च मिली हुई सबसिडी नूं इधर काउंटर करने वास्ते काउंटर वेलिंग ड्यूटी लगती है। मेरी गल समझ गए ना? कई बारी की हुंदा है, चाइना दे विच वैसे ही समान सस्ता हुंदा है, वो सबसिडी नहीं दिंदे अपने किसान नूं, वो उन्हां दे विच वैसे ही उधर चीज़ सस्ती बनती है, लेबर सस्ती है, उन्होंने कोई सबसिडी नहीं दी, उधर समान वैसे ही सस्ता है। भारत जो समान महंगा है, तो जो भारत चाहूगा भारत नुकसान होऊगा। इस करके भारत वाले की करते हैं, जिन्ना बेसिक ड्यूटी लैनी है उन्नी तो लेंदे ही लेंदे आ, वो अपना समान इधर डंप ना कर जाण ज़्यादा सस्ता होने करके भारत उहदे ते लैंदा है एंटी डंपिंग ड्यूटी। किहड़ी ड्यूटी भला? एंटी डंपिंग। ये एंटी डंपिंग भी कस्टम का ही एक प्रकार होगी, काउंटर वेलिंग भी कस्टम का एक पार्ट होगी, एक बेसिक कस्टम ड्यूटी भी हैगी आ। जदों सेंटर ते स्टेटां आपस च बैठियां ते रौला नबेड़िया कि बई कस्टम ड्यूटी जिहड़ी आ कि इहनूं GST दे विच रख लईए, स्टेटां ने तो बहुत कहा कि रखो, क्योंकि जे कस्टम ड्यूटी GST का पार्ट हो जाती तो कस्टम ड्यूटी सेंटर नूं किहदे नाल शेयर करनी पैनी सी, स्टेटां नाल। फिर निबड़िया पता की कि जी बेस जिहड़ी काउंटर वेलिंग ड्यूटी आ ते जिहड़ी एडिशनल उपरों लगदी आ, ये तो GST का पार्ट होगी। किहदा पार्ट होगी? GST का। पर जिहड़ी बेसिक ड्यूटी लगदी आ, जिहड़ी लगनी है 10%, वो GST का पार्ट नहीं होगी, उन्होंने सेंटर आप ही रखूगी।
ਸਮਝੌਤੇ ਐਵੇਂ ਹੋਏ ਆ। ਇਹਦਾ ਮਤਲਬ ਜੇ ਕੋਈ ਮੈਨੂੰ ਕਵੇ ਕਿ ਕਸਟਮ ਜਿਹੜਾ ਹੈ GST ਦੇ ਵਿੱਚ ਸਮਾ ਗਿਆ, ਤੁਸੀਂ ਕਹੋਗੇ ਨਹੀਂ, ਕਸਟਮ ਦਾ ਉੱਪਰਲਾ ਹਿੱਸਾ GST 'ਚ ਸਮਾਇਆ ਹੈ, ਮੁੱਢਲਾ ਕਸਟਮ ਆ ਜਿਹੜਾ ਬੇਸਿਕ ਕਸਟਮ ਡਿਊਟੀ ਆ ਉਹ ਹਜੇ ਵੀ ਉਹਦੇ GST ਦੇ ਦਾਇਰੇ 'ਚੋਂ ਬਾਹਰ ਹੀ ਆ ਗੱਲ ਕਲੀਅਰ ਆ। ਇਹ ਸਾਰੀਆਂ ਚੀਜ਼ਾਂ ਅੱਜ ਮੈਂ ਪੜਾਉਣੀਆਂ ਹੈ ਤੇ ਬੇਸਿਕ ਅੱਜ ਮੈਂ ਕਸਟਮ ਡਿਊਟੀ ਪੜਾਉਣੀ ਆ, ਕਿਉਂਕਿ ਹੁਣ ਮੈਂ ਤੁਹਾਨੂੰ ਕਸਟਮ ਪੜਾਉਂਗਾ, ਫਿਰ ਮੈਂ ਤੁਹਾਨੂੰ ਐਕਸਾਈਜ਼ ਪੜਾਉਂਗਾ। ਤੁਹਾਨੂੰ ਤਾਂ ਪੜ੍ਹਦੇ ਹੋਏ ਹੀ ਨਹੀਂ ਸਮਝ ਆਉਣਾ ਕਿ ਕਸਟਮ ਤੇ ਐਕਸਾਈਜ਼ ਕਿਉਂ ਪੜ੍ਹ ਰਹੇ ਆ, ਜਦੋਂ ਕਿ ਸਾਰੇ ਇੰਡਾਇਰੈਕਟ ਟੈਕਸ ਦੀ ਜਗ੍ਹਾ ਤੇ ਤਾਂ GST ਆ ਗਿਆ। ਸਾਰੇ ਇੰਡਾਇਰੈਕਟ ਟੈਕਸਾਂ ਦੀ ਜਗ੍ਹਾ ਤੇ GST ਨਹੀਂ ਆਇਆ। GST ਨੇ ਇਹਨਾਂ ਟੈਕਸਾਂ ਦਾ ਕੁਛ ਹਿੱਸਾ ਆਪਣੇ ਪੱਲੇ ਪਾਇਆ ਹੈ। ਸਾਰਾ GST ਇਹਨਾਂ ਸਾਰਾ ਕੁਝ GST ਦੇ ਦਾਇਰੇ 'ਚ ਸ਼ਾਮਲ ਨਹੀਂ ਹੋਇਆ। ਆਜੋ ਜੀ ਹੁਣ ਲਾਈਏ ਦਿਮਾਗ, ਪੇਪਰ 'ਚ ਆਉਣ ਵਾਲੇ ਸਿੱਧੇ ਸਵਾਲਾਂ ਨਾਲ ਮੱਥਾ ਮਾਰਦੇ ਆਪਾਂ। ਕਹਿੰਦਾ ਕਸਟਮ ਇੱਕ ਉਹ ਆ ਜਿਹਨੂੰ ਸਾਡੇ ਦੇਸ਼ ਦਾ ਕਸਟਮ ਮਹਿਕਮਾ ਲਾਉਂਦਾ ਹੈ। ਕਸਟਮ ਮਹਿਕਮਾ ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ ਆਉਂਦਾ ਹੈ। ਡਿਪਾਰਟਮੈਂਟ ਆਫ ਰੈਵਨਿਊ ਮਿਨਿਸਟਰੀ ਆਫ ਫਾਈਨਾਂਸ ਦੇ ਅੰਡਰ। ਇਹ ਗੱਲ ਸਮਝ ਆ ਗਈ। ਹੁਣ ਅੱਗੇ ਆ ਜਾਓ, ਸਭ ਤੋਂ ਇੰਪੋਰਟੈਂਟ ਗੱਲ, ਠੀਕ ਆ। ਕਈ ਵਾਰੀ ਕੀ ਹੁੰਦਾ ਹੈ, ਕਈ ਵਾਰੀ ਕੋਈ ਦੇਸ਼ ਸਾਡੇ ਦੇਸ਼ 'ਚ ਆਪਣਾ ਸਮਾਨ ਇੰਪੋਰਟ ਕਰਦਾ ਹੈ ਸਸਤਾ ਕਰਕੇ, ਉਹਨੂੰ ਪੈਨਲਾਈਜ਼ ਕਰਨ ਵਾਸਤੇ, ਉਹਨੂੰ ਸਜ਼ਾ ਦੇਣ ਵਾਸਤੇ ਵੀ, ਮੈਂ ਹੁਣੇ ਦੱਸਿਆ ਨਾ, ਕਈ ਵਾਰੀ ਕਈ ਦੇਸ਼ ਆਪਣੇ ਦੇਸ਼ 'ਚ ਸਾਡੇ ਦੇਸ਼ 'ਚ ਜਾਣਬੁੱਝ ਕੇ ਸਮਾਨ ਸਸਤਾ ਕਰਕੇ ਵੇਚਦੇ ਆ, ਫਿਰ ਉਹਦੇ ਤੇ ਅਸੀਂ ਕਸਟਮ ਡਿਊਟੀ ਦੇ ਉੱਪਰ ਇੱਕ ਹੋਰ ਡਿਊਟੀ ਲਾ ਦਿੰਦੇ ਆ। ਹੁੰਦੀ ਉਹ ਵੀ ਕਸਟਮ ਡਿਊਟੀ ਆ, ਬਟ ਉਹਦਾ ਨਾਮ ਕੋਈ ਐਵੇਂ ਦਾ ਰੱਖ ਦਿੰਦੇ ਆ, ਕਦੀ ਕਾਊਂਟਰਵੇਲਿੰਗ ਡਿਊਟੀ, ਕਦੀ ਉਹਨੂੰ ਕਹਿ ਦਿੰਦੇ ਆ ਐਂਟੀ ਡੰਪਿੰਗ ਡਿਊਟੀ। ਉਹ ਇਸ ਕਰਕੇ ਤਾਂ ਕਿ ਸਾਡੇ ਦੇਸ਼ ਦਾ ਕਿਸਾਨ ਨਾ ਰੁੱਲ ਜੇ। ਜੇ ਚਾਈਨਾ ਵਾਲਿਆਂ ਨੂੰ ਖੁੱਲ੍ਹ ਦੇ ਦਿੱਤੀ ਜਾਵੇ ਨਾ ਕਿ ਭਾਰਤ 'ਚ ਜਿੰਨਾ ਮਰਜ਼ੀ ਸਸਤਾ ਸਮਾਨ ਵੇਚ ਲਓ, ਤੇ ਰੋਲ ਦੇਣਗੇ ਸਾਡੇ ਕਿਸਾਨ ਨੂੰ। ਪਿੱਛੇ ਜੇ ਭਾਰਤ ਸਰਕਾਰ ਨੇ ਇੱਕ ਨਾ ਕਈ ਦੇਸ਼ਾਂ ਨਾਲ ਗਰੁੱਪ ਸਮਝੌਤਾ ਹੋਣਾ ਸੀ RCEP, ਠੀਕ ਆ, ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਨਾਮ ਦਾ ਸਮਝੌਤਾ ਸੀਗਾ। ਉਹਦੇ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਆ ਗਈ ਸੀਗੀ। ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਆ ਗਈ ਸੀ। ਜਿਹੜਾ ਭਾਰਤ ਦਾ ਸਮਾਨ ਸੀਗਾ ਨਾ, ਠੀਕ ਆ, ਭਾਰਤ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਸੀ ਕਿ ਤੁਸੀਂ RCEP ਦੇ ਮੈਂਬਰ ਬਣ ਜਾਓ। ਤੇ RCEP ਦੇ ਮੈਂਬਰ ਬਣਨ ਦੀ ਇੱਕ ਸਭ ਤੋਂ ਵੱਡੀ ਸ਼ਰਤ ਪਤਾ ਕੀ ਸੀਗੀ, ਕਿ ਤੁਹਾਨੂੰ ਸਾਰੇ ਦੇਸ਼ਾਂ ਨੂੰ ਆਪੋ ਆਪਣੇ ਦੇਸ਼ਾਂ 'ਚ ਕਸਟਮ ਡਿਊਟੀਆਂ ਖਤਮ ਕਰਨੀਆਂ ਪੈਣਗੀਆਂ ਜਾਂ ਇੱਕਸਾਰ ਕਰਨੀਆਂ ਪੈਣਗੀਆਂ। ਭਾਰਤ ਕਹਿੰਦਾ ਜੇ ਅਸੀਂ ਆਪਣੇ ਦੇਸ਼ 'ਚ ਕਸਟਮ ਡਿਊਟੀ ਇੱਕਸਾਰ ਕਰਤੀ, ਸਾਡਾ ਕਿਸਾਨ ਤਾਂ ਰੁੱਲ ਜੂਗਾ, ਕਿਉਂਕਿ ਫਿਰ ਸਾਡੇ ਦੇਸ਼ 'ਚ ਉਨਾ ਹੀ ਟੈਕਸ ਲਵਾਂਗੇ ਜਿੰਨਾ ਤੁਸੀਂ ਸਾਡੇ ਦੇਸ਼ ਦੇ ਕਿਸਾਨਾਂ ਤੋਂ ਆਪਣੇ ਦੇਸ਼ 'ਚ ਲੈਂਦੇ ਹੋ। ਸਾਡਾ ਸਮਾਨ ਮਹਿੰਗਾ ਬਣਦਾ ਹੈ, ਤੁਹਾਡਾ ਸਸਤਾ ਬਣਦਾ, ਕਿਉਂਕਿ ਤੁਸੀਂ ਆਪਣੇ ਬੀਜ ਦੀ ਇੰਨੀ ਕੁਆਲਿਟੀ ਵਧਾ ਲਈ ਆ ਕਿ ਤੁਹਾਡੇ ਉੱਥੇ 1 ਕਿੱਲੇ 'ਚ ਬਹੁਤ ਝਾੜ ਨਿਕਲ ਆਉਂਦਾ, ਸਾਡੇ ਨਹੀਂ ਨਿਕਲਦਾ। ਤੁਹਾਡਾ ਕਿਸਾਨ ਬਹੁਤ ਮੁਨਾਫੇ 'ਚ ਵੀ ਜਾਊਗਾ ਜੇ ਉਹ 2 ਕਿੱਲਿਆਂ ਦੀ ਖੇਤੀ ਵੀ ਫਸਲ ਵੀ ਵੇਚਦੇ, ਸਾਡੇ ਕਿਸਾਨ ਨੂੰ ਉਹਨਾਂ ਫਾਇਦਾ ਨਹੀਂ ਹੋਣਾ। ਉਨੀ ਹੀ ਟੈਕਸ ਰੇਟ ਲਾ ਕੇ ਭਾਰਤ ਨੇ ਕਸਟਮ ਡਿਊਟੀ ਦੀ ਗਰਾਰੀ ਅੜੀ ਦੇਖ ਕੇ ਆਪਣੇ ਆਪ ਨੂੰ RCEP ਦੇ ਮੈਂਬਰ ਦੇ ਤੌਰ ਤੇ ਵਾਪਸ ਖਿੱਚ ਲਿਆ ਸੀਗਾ। RCEP 16 ਦੇਸ਼ਾਂ ਦਾ ਇੱਕ ਗਰੁੱਪ ਸੀਗਾ, ਜਿਹਦੇ 'ਚ ਭਾਰਤ ਦੇ ਨੇੜੇ ਤੇੜੇ ਵਾਲੇ 16 ਦੇਸ਼ ਸੀਗੇ, ਪਰ ਇਹਦਾ ਭਾਰਤ ਮੈਂਬਰ ਨਹੀਂ ਬਣਿਆ। ਹੁਣ RCEP 'ਚ ਕਿੰਨੇ ਦੇਸ਼ ਰਹਿ ਗਏ ਆ? 15। ਇਹਦੇ ਬਾਰੇ ਫੇਰ ਪੜਾਉਂਗਾ, ਪਰ ਮੈਂ ਇੱਕ ਗੱਲ ਦੱਸੋ, ਆਹ ਗੱਲ ਸਮਝ ਆ ਗਈ। ਕਸਟਮ ਡਿਊਟੀ ਬਾਰੇ ਇੱਕ ਗੱਲ ਕਲੀਅਰ ਆ ਕਿ ਜਦੋਂ ਵੀ ਸਮਾਨ ਬਾਹਰੋਂ ਸਾਡੇ ਦੇਸ਼ 'ਚ ਆਉਂਦਾ ਹੈ ਜਾਂ ਸਾਡੇ ਦੇਸ਼ 'ਚੋਂ ਬਾਹਰ ਜਾਂਦਾ ਹੈ, ਮਤਲਬ ਆਯਾਤ ਅਤੇ ਨਿਰਯਾਤ, ਚਾਹੇ ਕੋਈ ਆਯਾਤ ਦੀ ਚੀਜ਼ ਹੋਵੇ, ਚਾਹੇ ਕੀ ਹੋਵੇ, ਭਾਵੇਂ ਨਿਰਯਾਤ ਹੋਵੇ, ਆਯਾਤ ਨਿਰਯਾਤ ਦੇ ਕੇਸ 'ਚ ਇੱਕ ਟੈਕਸ ਲੱਗਦਾ ਹੈ। ਉਸ ਟੈਕਸ ਨੂੰ ਆਪਾਂ ਕੀ ਕਹਿੰਦੇ ਆ ਜੀ? ਕਸਟਮ ਡਿਊਟੀ ਕਹਿੰਦੇ ਆ। ਕੀ ਕਹਿੰਦੇ ਆਪਾਂ ਉਸ ਟੈਕਸ ਨੂੰ? ਕਸਟਮ ਡਿਊਟੀ ਕਹਿੰਦੇ ਆ। ਕਿਸੇ ਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਜਿਹੜਾ ਟੈਕਸ ਇਹਦੇ ਤੇ ਲੱਗਦਾ ਹੈ ਜਦੋਂ ਕੋਈ ਚੀਜ਼ ਬਾਹਰੋਂ ਸਾਡੇ ਦੇਸ਼ 'ਚ ਆਉਂਦੀ ਆ, ਜਦੋਂ ਕੋਈ ਚੀਜ਼ ਬਾਹਰੋਂ ਸਾਡੇ ਦੇਸ਼ 'ਚ ਆਉਂਦੀ ਆ, ਉਹਦੇ ਤੇ ਜਿਹੜਾ ਕਸਟਮ ਲੱਗਦਾ ਹੈ ਉਹਨੂੰ ਕਹਿੰਦੇ ਆ ਇੰਪੋਰਟ ਡਿਊਟੀ। ਕੀ ਕਹਿੰਦੇ ਆਪਾਂ ਉਹਨੂੰ? ਇੰਪੋਰਟ ਡਿਊਟੀ। ਜਦੋਂ ਕੋਈ ਚੀਜ਼ ਸਾਡੇ ਦੇਸ਼ ਤੋਂ ਬਾਹਰ ਜਾਂਦੀ ਆ ਤੇ ਭਾਰਤ ਸਰਕਾਰ ਉਹਦੇ ਤੇ ਟੈਕਸ ਲਾਉਂਦੀ ਆ ਤਾਂ ਉਹਨੂੰ ਕੀ ਕਹਿੰਦੇ ਆਪਾਂ? ਐਕਸਪੋਰਟ ਡਿਊਟੀ। ਤੁਸੀਂ ਇਹ ਕਹੋਗੇ ਕਿ ਮੈਂ ਇੰਡੀਆ 'ਚੋਂ ਸਮਾਨ ਬਾਹਰ ਵੇਚਣਾ ਚਾਹੁੰਦਾ, ਇਹਦੇ ਤੇ ਐਕਸਪੋਰਟ ਡਿਊਟੀ ਕਿਉਂ ਲੱਗਦੀ ਆ? ਕਈ ਵਾਰੀ ਪਤਾ ਕੀ ਹੁੰਦਾ ਹੈ, ਮੈਨੂੰ ਇੱਕ ਗੱਲ ਦੱਸੋ, ਮੈਂ ਆਪਣਾ ਸਮਾਨ ਬਾਹਰ ਵੇਚਣਾ ਹੈ, ਕੋਈ ਵੀ ਮੈਨੂਫੈਕਚਰਰ ਆਪਣਾ ਸਮਾਨ ਵੇਚਣਾ ਚਾਹਵੇ ਤੇ ਬਾਅਦ 'ਚ ਪਤਾ ਲੱਗੇ ਕਿ ਇਸ ਸਮਾਨ ਦੀ ਬਾਹਰ ਲੋੜ, ਭਾਰਤ 'ਚ ਬਹੁਤ ਲੋੜ ਆ, ਤੇ ਮੈਂ ਕਹਾਂ ਨਹੀਂ, ਮੈਨੂੰ ਭਾਰਤ 'ਚ ਬਚਦਾ ਹੀ ਨਹੀਂ, ਮੈਂ ਤਾਂ ਬਾਹਰ ਵੇਚਣਾ ਹੈ। ਭਾਰਤ ਸਰਕਾਰ ਕਵੇ ਕਿ ਤੈਨੂੰ ਸਮਾਨ ਬਾਹਰ ਵੇਚਣ ਨਹੀਂ ਦੇਣਾ। ਕੀ ਕੋਈ ਭਾਰਤ ਸਰਕਾਰ ਦੀ ਐਡੀ ਹਿੰਮਤ ਹੈਗੀ ਹੈ ਕਿ ਮੈਨੂੰ ਸਮਾਨ ਵੇਚਣ ਤੋਂ ਰੋਕ ਲੇ? ਨਹੀਂ, ਬਸ ਉਹ ਇੱਕੋ ਹੀ ਕੰਮ ਕਰੂਗੀ, ਐਕਸਪੋਰਟ ਡਿਊਟੀ ਵਧਾ ਦੂਗੀ ਕਿ ਜੇ ਮੈਂ 2500 ਰੁਪਏ ਦੀ ਚੀਜ਼ ਬਾਹਰ ਵੇਚਣੀ ਆ ਤੇ ਮੈਨੂੰ 1000 ਰੁਪਏ ਟੈਕਸ ਦੇਣਾ ਪਊਗਾ, ਮੈਂ ਆਪੇ ਨਹੀਂ ਵੇਚੂੰਗਾ, ਕਿਉਂਕਿ ਉਹ 2500 ਰੁਪਏ ਦੀ ਚੀਜ਼ ਆਪੇ ਕਿੰਨੇ ਦੀ ਹੋ ਜੂਗੀ ਭਲਾ? 3500 ਰੁਪਏ ਦੀ। ਫਿਰ ਮੈਂ ਕੀ ਕਰੂੰਗਾ? ਬਾਹਰੋਂ ਸਾਡੇ ਦੇਸ਼ 'ਚ ਕੋਈ ਸਮਾਨ ਵੇਚਣ ਆਵੇ ਤਾਂ ਉੱਤੇ ਜਿਹੜਾ ਕਸਟਮ ਲੱਗਦਾ ਉਹਨੂੰ ਕਹਿੰਦੇ ਆ ਇੰਪੋਰਟ ਡਿਊਟੀ, ਆਯਾਤ ਡਿਊਟੀ। ਜੇ ਸਾਡੇ ਦੇਸ਼ 'ਚੋਂ ਕੋਈ ਸਮਾਨ ਬਾਹਰ ਵਿਕੇ ਉਹਨੂੰ ਕੀ ਕਹਿੰਦੇ ਆ? ਐਕਸਪੋਰਟ ਡਿਊਟੀ, ਯਾਨੀ ਕਿ ਨਿਰਯਾਤ ਡਿਊਟੀ। ਠੀਕ ਆ, ਪਰ ਇਹ ਦੋਵੇਂ ਕਸਟਮ ਡਿਊਟੀ ਦਾ ਪਾਰਟ ਆ। ਨੈਕਸਟ ਉਸ ਤੋਂ ਅੱਗੇ ਆ ਜਾਓ। ਠੀਕ ਆ, ਹੁਣ ਇੱਕ ਗੱਲ ਹੋਰ, ਪਹਿਲੀ ਗੱਲ ਇਹ ਆ ਕਿ ਜਿਹੜਾ ਬਾਹਰੋਂ ਸਮਾਨ ਸਾਡੇ ਦੇਸ਼ 'ਚ ਆਉਂਦਾ ਹੈ ਉਹਦੇ 'ਤੇ ਟੈਕਸ ਕਿਉਂ ਲਾਇਆ ਜਾਂਦਾ ਹੈ? ਉਹਦੇ ਟੈਕਸ ਦੇ ਕਈ ਕਾਰਨ ਆ। ਇੱਕ ਤਾਂ ਸਾਡੇ ਦੇਸ਼ ਦੀ ਆਮਦਨੀ ਵੱਧਦੀ ਹੈ। ਜੇ ਬਾਹਰੋਂ ਆਉਣ ਵਾਲੀਆਂ ਚੀਜ਼ਾਂ 'ਤੇ ਟੈਕਸ ਨਾ ਲਾਇਆ ਤਾਂ ਤੁਸੀਂ ਸੋਚ ਸਕਦੇ ਹੋ ਕੀ ਹੋਊਗਾ। ਜੇ ਅਮਰੀਕਾ ਦੀ ਮੱਕੀ ਇੰਡੀਆ 'ਚ ਵਿਕਣ ਦਿੱਤੀ ਜਾਵੇ ਬਿਨਾਂ ਕਿਸੇ ਟੈਕਸ ਤੋਂ,
ਤੁਸੀਂ ਕਲਪਨਾ ਕਰਕੇ ਦੇਖ ਸਕਦੇ ਹੋ ਕਿ ਭਾਰਤ ਦੀ ਮੱਕੀ ਸਰਵਾਈਵ ਕਰੂਗੀ ਉਹਦੇ ਬਰਾਬਰ? ਨਹੀਂ। ਭਾਰਤ ਦੀ ਮੱਕੀ ਤਾਂ ਹੀ ਸਰਵਾਈਵ ਕਰੂਗੀ ਕਿਉਂਕਿ ਅਮਰੀਕਾ ਦੀ ਮੱਕੀ ਦੀ ਕੁਆਲਿਟੀ ਵੀ ਚੰਗੀ ਹੋਊਗੀ ਤੇ ਉਹ ਸਸਤੀ ਵੀ ਹੋਊਗੀ, ਕਿਉਂਕਿ ਉੱਥੇ ਖੁੱਲੇ ਖੇਤਾਂ 'ਚ ਲੱਗੀ ਆ। ਉਹ ਭਾਰਤ 'ਚ ਕਿਸਾਨਾਂ ਕੋਲ ਛੋਟੇ ਛੋਟੇ ਖੇਤ ਆ, ਇਸ ਕਰਕੇ ਭਾਰਤ ਦੇ ਕਿਸਾਨਾਂ ਨੂੰ ਮੈਦਾਨ ਵਧੀਆ ਮਿਲੇ, ਇਸ ਕਰਕੇ ਭਾਰਤ ਸਰਕਾਰ ਕੀ ਕਰਦੀ ਆ, ਜਿੰਨਾ ਅਮਰੀਕਾ ਦੀ ਮੱਕੀ ਦਾ ਰੇਟ ਆ ਭਾਰਤ ਦਾ ਰੇਟ ਉਸ ਤੋਂ ਵੱਧ ਹੋਊਗਾ, ਕਿਉਂਕਿ ਭਾਰਤ 'ਚ ਖਰਚਾ ਜ਼ਿਆਦਾ ਹੈ ਮੱਕੀ ਲਾਉਣ ਤੇ, ਕਿਉਂਕਿ ਭਾਰਤ 'ਚ ਖੇਤ ਛੋਟੇ ਛੋਟੇ ਆ। ਬਾਹਰ ਇੱਕ ਇੱਕ ਕਿਸਾਨ ਕੋਲ 2500 ਏਕੜ ਜ਼ਮੀਨ ਆ, ਉਹ ਥੋੜਾ ਵੀ ਉਹ ਬਚ ਜੂਗਾ ਉਹਨੂੰ। ਭਾਰਤ ਸਰਕਾਰ ਕੀ ਕਰੂਗੀ, ਜਿੰਨੇ ਦਾ ਉਹਦਾ ਸਮਾਨ ਆ ਉਧਰ ਆ, ਜੇ ਭਾਰਤ ਦੀ ਮੱਕੀ ਉਸ ਤੋਂ ਮਹਿੰਗੀ ਆ, ਉਹਨਾਂ ਦੀ ਮੱਕੀ ਨੂੰ ਭਾਰਤ ਦੀ ਮੱਕੀ ਦੇ ਬਰਾਬਰ ਕਰਨ ਵਾਸਤੇ ਭਾਰਤ 'ਚ ਇੱਕ ਟੈਕਸ ਲਾ ਦੂਗੀ ਜਿਹਨੂੰ ਆਪਾਂ ਕਹਾਂਗੇ ਇੰਪੋਰਟ ਡਿਊਟੀ। ਜੇ ਸਪੋਜ਼ ਕਰੋ ਭਾਰਤ 'ਚ ਕਿਸਾਨ ਦੀ ਮੱਕੀ 1200 ਰੁਪਏ ਕਿਲੋ ਆ ਜਾਂ 1200 ਰੁਪਏ ਕੁਆਂਟਲ ਆ, ਜੋ ਵੀ ਆ ਰੇਟ ਉਹਦਾ, ਠੀਕ ਆ, ਬਾਹਰੋਂ ਮੱਕੀ ਆਈ ਆ ਉਹ ਹੈਗੀ ਆ 1100 ਰੁਪਏ, ਤਾਂ ਓਬਵੀਅਸ ਜੀ ਗੱਲ ਆ ਭਾਰਤ ਵਾਲੇ ਉਹਦੇ ਤੇ ਕਿੰਨਾ ਟੈਕਸ ਲਾ ਦੇਣਗੇ, 100 ਰੁਪਏ, ਤਾਂ ਕਿ ਕਸਟਮ ਡਿਊਟੀ ਲੱਗ ਗਈ 100 ਰੁਪਏ। ਹੁਣ ਉਹ ਵੀ ਭਾਰਤ ਦੇ ਬਾਜ਼ਾਰ 'ਚ ਕਿੰਨੇ ਦੀ ਹੋ ਗਈ ਭਲਾ, 1200 ਦੀ, ਤੇ ਭਾਰਤ ਵਾਲੀ ਵੀ ਭਾਰਤ ਦੇ ਬਾਜ਼ਾਰ 'ਚ ਕਿੰਨੀ ਹੋ ਗਈ, 1200 ਦੀ। ਹੁਣ ਕੰਪੀਟੀਸ਼ਨ ਰਿਹਾ ਕੁਆਲਿਟੀ ਦਾ, ਉੱਥੇ ਭਾਰਤ ਨੂੰ ਉਹਨਾਂ ਦਾ ਮੁਕਾਬਲਾ ਕਰਨਾ ਪਊਗਾ। ਭਾਰਤ ਸਰਕਾਰ ਆਪਣੇ ਕਿਸਾਨਾਂ ਦੇ, ਆਪਣੇ ਮੈਨੂਫੈਕਚਰਰਸ ਦੇ ਹੱਕ 'ਚ ਖੜਨ ਵਾਸਤੇ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਤੇ ਉਨੀ ਡਿਊਟੀ ਲਾਉਂਦੀ ਆ ਤਾਂ ਕਿ ਉਹ ਭਾਰਤ 'ਚ ਭਾਰਤ ਦੀਆਂ ਚੀਜ਼ਾਂ ਦੇ ਰੇਟ ਦੇ ਬਰਾਬਰ ਰੇਟ ਕਰ ਲੈਣ। ਪੱਲੇ ਪੈ ਗਈ ਗੱਲ। ਇਹ ਕਨਸੈਪਟ ਹੁੰਦਾ ਜੀ ਕਸਟਮ ਡਿਊਟੀ ਲਾਉਣ ਦਾ। ਆਜੋ ਜੀ ਅੱਗੇ। ਸੋ ਇਹ ਇੱਕ ਤਾਂ ਭਾਰਤ ਦੇ ਕਿਸਾਨਾਂ ਤੇ ਬੋਝ ਨਾ ਪਵੇ। ਕਸਟਮ ਡਿਊਟੀ ਰੇਟ ਜਿਹੜੇ ਨੇ ਇਹ ਦੋ ਪ੍ਰਕਾਰ ਦੇ ਹੁੰਦੇ ਨੇ। ਆਹ ਸੁਣੋ ਮੇਰੀ ਗੱਲ, ਆਹ ਪੇਪਰ 'ਚ ਆਉਣ ਵਾਲੀ ਗੱਲ ਆ ਕਿ ਕਸਟਮ ਡਿਊਟੀ ਦੇ ਰੇਟ ਦੋਵੇਂ ਪ੍ਰਕਾਰ ਦੇ ਹੁੰਦੇ ਆ, ਇੱਕ ਸਪੈਸੀਫਿਕ, ਇੱਕ ਐਡ ਵੈਲੋਰਮ। ਜਿਨ੍ਹਾਂ ਨੇ ਮੇਰੀਆਂ ਇਕਨੋਮੀ ਦੀਆਂ ਕਲਾਸਾਂ ਲਾਈਆਂ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਈ ਸਪੈਸੀਫਿਕ ਟੈਕਸ ਦਾ ਮਤਲਬ ਪਤਾ ਕੀ ਹੁੰਦਾ, ਸਿੱਧਾ ਰੁਪਈਆਂ 'ਚ ਕਿ 200 ਰੁਪਏ ਟੈਕਸ, 500 ਰੁਪਏ ਟੈਕਸ, 2500 ਰੁਪਏ ਟੈਕਸ। ਤੇ ਐਡ ਵੈਲੋਰਮ ਦਾ ਮਤਲਬ ਕੀ ਹੁੰਦਾ ਭਲਾ, ਟੈਕਸ ਪਰਸੈਂਟੇਜ ਦੇ ਰੂਪ 'ਚ ਕਿ 10% ਟੈਕਸ, 15%। ਸਾਡੇ ਦੇਸ਼ 'ਚ ਕਸਟਮ ਡਿਊਟੀ ਦੋ ਪ੍ਰਕਾਰ ਨਾਲ ਲੱਗਦੀ ਆ, ਇੱਕ ਤਾਂ ਸਿੱਧਾ ਕਿ ਬਾਹਰੋਂ ਜੇ ਆਹ ਚੀਜ਼ ਆਈ ਤਾਂ ਸਿੱਧਾ 1000 ਰੁਪਇਆ, ਜਾਂ ਪਰਸੈਂਟੇਜ ਕਿ ਜਿੰਨੇ ਦੀ ਚੀਜ਼ ਆਈ ਤਾਂ ਉਹਦਾ ਪਰਸੈਂਟ। ਦੋਵੇਂ ਪ੍ਰਕਾਰ ਨਾਲ ਭਾਰਤ 'ਚ ਕਸਟਮ ਡਿਊਟੀ ਇਕੱਠੀ ਕੀਤੀ ਜਾਂਦੀ ਹੈ। ਸਮਝ ਆ ਗਈ ਚੀਜ਼। ਭਾਰਤ 'ਚ ਆਲਮੋਸਟ ਸਾਰੀਆਂ ਚੀਜ਼ਾਂ, ਬਾਹਰੋਂ ਆਉਣ ਵਾਲੀ ਮੈਡੀਕਲ ਦੀਆਂ ਦਵਾਈਆਂ, ਬਾਹਰੋਂ ਆਉਣ ਵਾਲੀਆਂ ਖਾਦਾਂ ਤੇ ਬਾਹਰੋਂ ਆਉਣ ਵਾਲਾ ਅਨਾਜ, ਜੇ ਇਹ ਤਿੰਨ ਚੀਜ਼ਾਂ ਨੂੰ ਕੱਢ ਦਿੱਤਾ ਜਾਵੇ ਤਾਂ ਤਕਰੀਬਨ ਹਰ ਇੱਕ ਚੀਜ਼ ਜਿਹੜੀ ਬਾਹਰੋਂ ਭਾਰਤ 'ਚ ਆਉਂਦੀ ਆ ਉਹਦੇ ਤੇ ਭਾਰਤ ਸਰਕਾਰ ਕਿਹੜਾ ਟੈਕਸ ਵਸੂਲਦੀ ਆ ਭਲਾ, ਕਸਟਮ ਡਿਊਟੀ। ਤਕਰੀਬਨ ਹਰ ਇੱਕ ਚੀਜ਼ ਜਿਹੜੀ ਬਾਹਰੋਂ ਆਉਂਦੀ ਆ ਤੇ ਭਾਰਤ 'ਚ ਇਹਦੇ ਵਾਸਤੇ ਬਕਾਇਦਾ ਇੱਕ ਕਸਟਮ ਡਿਊਟੀ ਐਕਟ 1962 ਬਣਿਆ ਹੋਇਆ ਹੈ, ਜਿਹੜਾ ਕਸਟਮ ਐਕਟ 1962 ਬਣਿਆ ਹੋਇਆ, ਜਿਹਦੇ ਤਹਿਤ ਭਾਰਤ ਇਹ ਟੈਕਸ ਵਸੂਲਦੀ ਆ। ਲਿਖਿਆ ਹੋਇਆ ਭਾਰਤ ਦਾ ਡਿਪਾਰਟਮੈਂਟ ਆਫ ਐਕਸਾਈਜ਼ ਐਂਡ ਕਸਟਮ, ਦੱਸਿਆ ਸੀ ਨਾ, ਇਹਦਾ ਹੁਣ ਨਾਮ ਬਦਲ ਕੇ ਹੋ ਗਿਆ CBIT। ਕੀ ਨਾਮ ਹੋ ਗਿਆ ਭਲਾ, CBIT ਐਂਡ ਕਸਟਮਸ, ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸ ਐਂਡ ਕਸਟਮਸ। ਠੀਕ ਆ, ਇਹ ਅਦਾਰਾ ਹੈ, ਇਹ ਕਿਹੜੀ ਮਿਨਿਸਟਰੀ ਦੇ ਅੰਡਰ ਆ ਭਲਾ, ਫਾਈਨਾਂਸ ਮਿਨਿਸਟਰੀ ਦੇ। ਤੇ ਫਾਈਨਾਂਸ ਮਿਨਿਸਟਰੀ ਦੇ ਅੰਡਰ ਕਿਹੜਾ ਡਿਪਾਰਟਮੈਂਟ ਆ ਜਿਹਦੇ ਅੰਡਰ ਕੰਮ ਕਰਦਾ ਹੈ, ਡਿਪਾਰਟਮੈਂਟ ਆਫ ਰੈਵਨਿਊ। ਤਾਂ ਉਹਦੇ ਅੰਡਰ ਦੋ ਆਫਿਸ ਨੇ, ਉਹਨਾਂ ਚੋਂ ਇਹ ਇੱਕ ਆਫਿਸ ਆ। ਇਹ ਜਿਹੜੀ CBEC ਆ ਉਹ ਕਿਹੜੇ ਡਿਪਾਰਟਮੈਂਟ ਦੇ ਅੰਡਰ ਆ, ਰਾਜਸਵ ਵਿਭਾਗ, ਡਿਪਾਰਟਮੈਂਟ ਆਫ ਰੈਵਨਿਊ। ਠੀਕ ਆ, ਕਿਹੜੀ ਮਿਨਿਸਟਰੀ ਆ, ਮਿਨਿਸਟਰੀ ਆਫ ਫਾਈਨਾਂਸ। ਇਹ ਕੀ ਕਰਦਾ ਹੈ, ਇਹੀ ਕਸਟਮ ਡਿਊਟੀ ਨਾਲ ਰਿਲੇਟਡ, ਕਸਟਮ ਡਿਊਟੀ ਤੋਂ ਚੋਰੀ ਕਿਵੇਂ ਰੋਕੀ ਜਾਵੇ, ਕਸਟਮ ਡਿਊਟੀ ਦੀ ਇਵੇਜ਼ਨ, ਸਮਗਲਿੰਗ ਕਿਵੇਂ ਰੋਕੀ ਜਾਵੇ, ਤੇ ਹੋਰ ਵੀ ਜਿਹੜੇ ਫੈਸਲੇ ਨੇ ਸਾਰੇ ਇਹੀ ਲੈਂਦਾ ਹੈ। ਭਾਰਤ ਦਾ ਜਿਹੜਾ CBIT ਆ ਨਾ, ਇਹ ਬਹੁਤ ਇੰਪੋਰਟੈਂਟ ਆ, ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸ ਐਂਡ ਕਸਟਮਸ, ਜਿਹਦਾ ਕਿ ਪੁਰਾਣਾ ਨਾਮ ਹੁੰਦਾ ਸੀ CBEC, ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮਸ। ਠੀਕ ਆ, ਐਕਸਾਈਜ਼ ਤੇ ਪਹਿਲੀ ਗੱਲ ਇਹ ਆ, ਜੇ ਮੈਂ ਤੁਹਾਨੂੰ ਗਿਣਾਉਣ ਆ ਜਾਣਾ ਤਾਂ ਤੁਹਾਨੂੰ ਪਤਾ ਇੰਡਾਇਰੈਕਟ ਟੈਕਸ 12-13 ਨਿਕਲ ਆਉਣਗੇ, ਪਰ ਸਭ ਤੋਂ ਤਗੜੇ ਬਾਗੜ ਬਿੱਲੇ ਦੋ ਇੰਡਾਇਰੈਕਟ ਟੈਕਸ ਕਿਹੜੇ ਮੰਨੇ ਜਾਂਦੇ ਆ, ਇੱਕ ਐਕਸਾਈਜ਼ ਤੇ ਇੱਕ ਕਿਹੜਾ ਭਲਾ, ਕਸਟਮ। ਇਸ ਕਰਕੇ ਇਸ ਮਹਿਕਮੇ ਦਾ ਨਾਮ CBEC ਹੁੰਦਾ ਸੀਗਾ। ਹੁਣ ਸਭ ਤੋਂ ਖਤਰਨਾਕ ਟੈਕਸ ਕਿਹੜਾ ਭਲਾ, GST। ਕਿਹੜਾ ਟੈਕਸ ਆ, GST, ਜਿਹਦੇ ਅੰਦਰ ਸਾਰੇ ਟੈਕਸ ਸਮਾ ਗਏ ਆ, ਇੱਕ ਦੋ ਨੂੰ ਛੱਡ ਕੇ। ਥੋੜਾ ਜਿਹਾ ਹਿੱਸਾ ਕਸਟਮ ਦਾ ਬਾਹਰ ਆ, ਥੋੜਾ ਜਿਹਾ ਹਿੱਸਾ ਕਿਹਦਾ ਬਾਹਰ ਆ, ਐਕਸਾਈਜ਼ ਦਾ। ਐਕਸਾਈਜ਼ ਤਾਂ ਆਲਮੋਸਟ ਅੰਦਰ ਹੀ ਆ। ਇਸ ਕਰਕੇ ਇਸ ਮਹਿਕਮੇ ਦਾ ਨਾਮ ਬਦਲ ਕੇ ਪਤਾ ਕੀ ਰੱਖਤਾ ਹੈ, CBIT ਐਂਡ C, ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸ, ਸਾਰੇ ਇੰਡਾਇਰੈਕਟ ਟੈਕਸ, ਤੇ ਇੱਕ ਨਾਲ ਹੋਰ ਕਿਹੜਾ ਭਲਾ, ਕਸਟਮ। ਵੈਸੇ ਐਂਡ C ਵੀ ਨਾ ਰੱਖਦੇ ਤਾਂ ਵੀ ਸੋਹਣਾ ਸੀ ਕੰਮ, ਕਿਉਂਕਿ ਸਾਰੇ ਇੰਡਾਇਰੈਕਟ ਟੈਕਸ ਹੁੰਦੇ ਆ। ਆਹ ਦੱਸੋ ਜੀ, ਕਹਾਣੀ ਸਮਝ ਆ ਗਈ ਕਿ ਕਿਵੇਂ ਸਾਡੇ ਦੇਸ਼ 'ਚ ਕਿਹੜਾ ਕਿਹੜਾ ਡਿਪਾਰਟਮੈਂਟ ਕੀ ਕੀ ਕੰਮ ਕਰਦਾ ਹੈ। ਯਾਦ ਰੱਖਿਓ, ਸਾਡੇ ਦੇਸ਼ 'ਚ ਜਿਹੜਾ CBEC ਹੈ ਨਾ, ਉਹ ਸਾਰੇ ਕੰਮ ਕਰਦਾ ਹੈ। ਕਸਟਮ ਨੂੰ ਕਿਵੇਂ ਰੈਗੂਲੇਟ ਕਰਨਾ ਹੈ, ਕਸਟਮ ਦੀਆਂ ਕਿਵੇਂ ਨਿਗਰਾਨੀ ਕਰਨੀ ਆ, ਇਹ ਸਾਰੇ ਕੰਮ ਉਹਦੇ ਹੀ ਆ। ਠੀਕ ਆ, ਹਾਂ। ਹੁਣ ਸਭ ਤੋਂ ਪਹਿਲੀ ਗੱਲ, ਪੇਪਰ 'ਚ ਇਹ ਵੀ ਇੱਕ ਸਵਾਲ ਆਉਂਦਾ ਹੈ ਕਿ ਭਾਰਤ ਦੇ ਵਿੱਚ ਕੋਈ ਚੀਜ਼ ਉਤਰੀ ਜਹਾਜ਼ ਤੋਂ, ਮੰਨ ਲਓ ਭਾਰਤ 'ਚ ਇੱਕ ਜਹਾਜ਼ ਤੋਂ ਗੱਡੀ ਉਤਰੀ ਆ, ਉਸ ਗੱਡੀ ਤੇ ਕਸਟਮ ਕਿਵੇਂ ਲਾਉਣਾ ਹੈ।
ਕਿਵੇਂ ਪਤਾ ਲੱਗੂਗਾ ਕਿ ਇਸ ਗੱਡੀ ਦਾ ਕਸਟਮ ਕਿੰਨਾ ਲੈਣਾ ਹੈ? ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ ਹੈ, ਭਾਰਤ ਤੇ ਅਮਰੀਕਾ ਦੇ ਰਾਸ਼ਟਰਪਤੀ ਆਪਸ 'ਚ ਮਿਲੇ ਹੋਣ ਤੇ ਭਾਰਤ ਤੇ ਅਮਰੀਕਾ ਨੇ ਰਾਸ਼ਟਰਪਤੀ ਨੇ ਆਪਸ 'ਚ ਸਲਾਹ ਕੀਤੀ ਹੋਵੇ ਕਿ ਤੁਸੀਂ ਸਾਡੇ ਦੇਸ਼ ਦੇ ਸਮਾਨ ਤੇ ਕਸਟਮ ਡਿਊਟੀ ਘਟਾ ਦਿਓ, ਅਸੀਂ ਤੁਹਾਡੇ ਦੇਸ਼ ਦੇ ਸਮਾਨ ਤੇ ਕਸਟਮ ਡਿਊਟੀ ਘਟਾ ਦਾਂਗੇ। ਇਹਦੇ ਨਾਲ ਸਾਡੇ ਦੇਸ਼ 'ਚ ਅਮਰੀਕਾ ਕਹੂਗਾ ਕਿ ਸਾਡੇ ਦੇਸ਼ 'ਚ ਇੰਡੀਆ ਦੇ ਸਮਾਨ ਦੀ ਸੇਲ ਵਧੂਗੀ ਕਿਉਂਕਿ ਕਸਟਮ ਡਿਊਟੀ ਘੱਟ ਹੋਊਗੀ, ਤੁਹਾਡੇ ਦੇਸ਼ 'ਚ ਅਮਰੀਕਾ ਦੇ ਸਮਾਨ ਦੀ ਸੇਲ ਵੱਧ ਜੂਗੀ ਕਿਉਂਕਿ ਉੱਤੇ ਕਸਟਮ ਡਿਊਟੀ ਘੱਟ ਹੋਊਗੀ। ਭਾਰਤ ਸਰਕਾਰ ਕਸਟਮ ਡਿਊਟੀ ਲਾਉਣ ਲੱਗੇ ਕਿਹੜੀ ਗੱਲ ਦਾ ਧਿਆਨ ਰੱਖਦੀ ਆ? ਪਹਿਲਾਂ ਤਾਂ ਇਸ ਗੱਲ ਦਾ ਕਿ ਆਖਰ ਉਹ ਸਮਾਨ ਕਿੱਥੋਂ ਆਇਆ ਹੈ। ਜੇ ਉਹ ਇਹੋ ਜਿਹੇ ਦੇਸ਼ 'ਚੋਂ ਆਇਆ ਜਿਹਦੇ ਨਾਲ ਸਾਡੀ ਬਣਦੀ ਆ ਤੇ ਕਸਟਮ ਡਿਊਟੀ ਘੱਟ, ਜੇ ਇਹੋ ਜਿਹੀ ਜਗ੍ਹਾ ਤੋਂ ਆਇਆ ਜਿਹਦੇ ਨਾਲ ਸਾਡੀ ਨਹੀਂ ਬਣਦੀ ਤਾਂ ਕਸਟਮ ਡਿਊਟੀ ਵੱਧ। ਪਹਿਲਾ ਤਰੀਕਾ ਕਿ ਉਹ ਸਮਾਨ ਬਣਿਆ ਕਿੱਥੇ ਆ। ਦੂਜਾ, ਠੀਕ ਆ, ਜਾਂ ਇਹ ਸਮਾਨ ਆਇਆ ਕਿੱਥੋਂ ਆ, ਕਿ ਕਿਹੜੇ ਸਟੇਸ਼ਨ ਤੋਂ ਇਸ ਟਾਈਮ ਆਇਆ ਹੈ। ਠੀਕ ਆ, ਯਾਦ ਰੱਖਿਓ ਪਲੀਜ਼, ਸਮਾਨ ਇੱਥੇ ਬਣਿਆ, ਇੱਥੋਂ ਚੱਲਿਆ ਤੇ ਇੱਥੇ ਪਹੁੰਚਿਆ। ਜਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਆ POO, ਪਲੇਸ ਆਫ ਓਰੀਜਨ। ਜਿੱਥੋਂ ਸਮਾਨ ਬਣਿਆ ਉਹਨੂੰ ਆਪਾਂ ਕੀ ਕਹਿੰਦੇ ਆ? ਪਲੇਸ ਆਫ ਓਰੀਜਨ। ਜਿੱਥੇ ਅਸੈਂਬਲ ਹੋਇਆ, ਜਿਸ ਜਗ੍ਹਾ ਤੇ ਸਮਾਨ ਅਸੈਂਬਲ ਹੋਇਆ ਉਹਨੂੰ ਕਹਾਂਗੇ ਪਲੇਸ ਆਫ ਐਕੁਆਈਜੇਸ਼ਨ, ਜਿੱਥੇ ਉਹ ਸਮਾਨ ਨੂੰ ਇਕੱਠਾ ਕੀਤਾ ਗਿਆ। ਤੇ ਜਦੋਂ ਅਸੀਂ ਇੱਥੇ ਇੰਡੀਆ 'ਚ ਸਮਾਨ ਖਰੀਦਣਾ ਹੈ, ਅਸੀਂ ਆ ਵੀ ਦੇਖਾਂਗੇ ਕਿ ਇਸ ਦੇਸ਼ ਨਾਲ ਸਾਡੀ ਕਿੰਨੀ ਬਣਦੀ ਆ, ਅਸੀਂ ਇਹ ਵੀ ਦੇਖਾਂਗੇ ਕਿ ਸਮਾਨ ਬਣਿਆ ਕਿੱਥੇ, ਉਹਦੇ ਨਾਲ ਸਾਡੀ ਕਿੰਨੀ ਬਣਦੀ ਆ। ਇਹ ਦੋ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ। ਤੀਜਾ, ਸਮਾਨ ਦੇ ਵਿੱਚ ਮਟੀਰੀਅਲ ਕਿਹੜਾ ਲੱਗਿਆ ਹੈ। ਜੇ ਉਹਦੇ 'ਚ ਮਟੀਰੀਅਲ ਇਹੋ ਜਿਹਾ ਲੱਗਿਆ ਜਿਸ 'ਚ ਭਾਰਤ ਤੇ ਬਹੁਤ ਜ਼ਿਆਦਾ ਟੈਕਸ ਵਸੂਲਿਆ ਜਾਂਦਾ ਹੈ ਤਾਂ ਭਾਰਤ ਉਹਦੇ 'ਤੇ ਜ਼ਿਆਦਾ ਟੈਕਸ ਵਸੂਲੂਗਾ। ਕਈ ਪਤਾ ਨਹੀਂ ਕਿ ਇੱਕ ਸਮਾਨ ਇਹੋ ਜਿਹੇ ਮਟੀਰੀਅਲ ਦਾ ਬਣਿਆ ਹੋਵੇ ਜਿਹਦੇ 'ਤੇ ਅਮਰੀਕਾ 'ਚ ਟੈਕਸ ਨਾ ਬਰਾਬਰ ਹੋਵੇ, ਭਾਰਤ 'ਚ ਉਸ ਮਟੀਰੀਅਲ 'ਤੇ ਟੈਕਸ ਹੀ ਬਹੁਤ ਹੋਵੇ, ਪੋਸੀਬਿਲਿਟੀ ਹੈ ਨਾ। ਤਾਂ ਮਟੀਰੀਅਲ ਕਿਹੜਾ ਲੱਗਿਆ ਹੈ ਉਹਦੇ 'ਤੇ ਵੀ ਟੈਕਸ। ਤੇ ਚੌਥੀ ਗੱਲ ਤਾਂ ਪਤਾ ਹੀ ਹੈ ਸਾਰਿਆਂ ਨੂੰ, ਵੇਟ ਐਂਡ ਡਾਇਮੈਂਸ਼ਨਸ। ਇਹ ਤਾਂ ਨਾਰਮਲ ਗੱਲ ਆ ਕਿ ਉਹ ਮਟੀਰੀਅਲ ਕਿੰਨਾ ਭਾਰਾ ਹੈ ਤੇ ਉਹ ਕਿੰਨੀ ਉਹਦੀ ਚੜਾਈ ਲੰਬਾਈ ਆ, ਉਹਦੇ 'ਤੇ ਵੀ ਨਿਰਭਰ ਕਰਦਾ ਹੈ। ਸੋ ਇਸ ਤਰੀਕੇ ਨਾਲ ਭਾਰਤ 'ਚ ਟੈਕਸ ਲੱਗਦਾ ਹੈ। ਹੁਣ ਤੁਸੀਂ ਕਹੋਗੇ ਭਾਰਤ 'ਚ ਕਸਟਮ ਡਿਊਟੀ ਕਿਵੇਂ ਲੱਗਦੀ, ਕਿਹੜੇ ਚੀਜ਼ ਨੂੰ ਆਧਾਰ ਮੰਨ ਕੇ? ਉਹ ਤਾਂ ਮੈਂ ਦੱਸਤੀ। ਭਾਰਤ 'ਚ ਕੋਈ ਕੈਲਕੂਲੇਟਰ ਹੈਗਾ ਹੈ ਕਸਟਮ ਡਿਊਟੀ ਪਤਾ ਕਰਨ ਦਾ? ਬਿਲਕੁਲ ਹੈਗਾ ਹੈ। ਆ ਸੁਣੋ ਮੇਰੀ ਗੱਲ, ਭਾਰਤ ਦੇ ਵਿੱਚ ਇੱਕ ਨਾ ਰੂਲ ਬਣੇ ਆ ਕਸਟਮ ਵੈਲਿਊਏਸ਼ਨ ਰੂਲਸ, ਕਿ ਭਾਰਤ 'ਚ ਕਸਟਮ ਡਿਊਟੀ ਕਿਵੇਂ ਕੈਲਕੂਲੇਟ ਕਰਨੀ ਆ। ਉਹਦਾ ਰੂਲ ਆ ਕਿ ਕੋਈ ਚੀਜ਼ ਕਿੰਨੀ ਲੰਮੀ ਚੌੜੀ ਆ, ਕੋਈ ਚੀਜ਼ ਕਿਹੜੇ ਮਟੀਰੀਅਲ ਦੀ ਬਣੀ ਆ, ਕੋਈ ਚੀਜ਼ ਕਿਹੜੇ ਦੇਸ਼ 'ਚੋਂ ਆਈ ਆ ਤੇ ਉਹਦੇ ਨਾਲ ਸਾਡੀ ਕਿੰਨੀ ਬਣਦੀ ਆ। ਉਹ ਸਾਰਾ ਕੁਝ ਇੱਕ ਫਾਰਮੂਲੇ 'ਚ ਪੁੱਟ ਕਰ ਦਿਓ, ਉੱਥੋਂ ਨਿਕਲ ਕੇ ਆਉਂਦਾ ਕਿ ਇਸ ਦੇਸ਼ ਨਾਲ ਅਸੀਂ ਕਸਟਮ ਡਿਊਟੀ ਕਿੰਨੀ ਲਾਉਣੀ ਆ। ਤਾਂ ਉੱਥੋਂ ਅਸੀਂ ਆਪਣੀ ਕਸਟਮ ਡਿਊਟੀ ਜਿਹੜੀ ਆ ਜੀ ਉਹ ਪਤਾ ਕਰ ਸਕਦੇ ਹਾਂ। ਤੇ ਇਹਦੇ ਅੰਦਰ ਇਹ 2007 'ਚ ਰੂਲ ਬਣੇ ਸੀਗੇ। ਕਿਹੜੇ ਸਾਲ 'ਚ ਬਣੇ ਸੀ ਰੂਲ? 2007 'ਚ ਇਹ ਰੂਲ ਬਣੇ ਸੀ, ਜਿਹਦੇ 'ਚ ਇਹ ਦੱਸਿਆ ਗਿਆ ਸੀਗਾ ਕਿ ਕਸਟਮ ਡਿਊਟੀ ਕਿਵੇਂ ਲਾਉਣੀ ਆ। ਪਹਿਲਾਂ ਤਾਂ ਇਹ ਵੀ ਦੇਖਿਆ ਜਾਊਗਾ ਕਿ ਸਮਾਨ ਬਣਿਆ ਕਿੱਥੇ ਆ, ਫਿਰ ਇਹ ਕਿ ਸਮਾਨ ਆਇਆ ਕਿੱਥੋਂ ਆ, ਫਿਰ ਇਹ ਕਿ ਸਮਾਨ ਦੀ ਮਟੀਰੀਅਲ ਕਿਹੜਾ ਹੈ, ਫਿਰ ਇਹ ਕਿ ਸਮਾਨ ਦਾ ਵੇਟ ਕਿਵੇਂ ਦਾ ਹੈ, ਕਿੰਨਾ ਕੁ ਭਾਰ ਆ ਉਹਦਾ। ਉਸ ਤੋਂ ਬਾਅਦ ਫਿਰ ਅੱਗੇ 3-4 ਰੂਲ ਨੇ, ਜਿਹੜੇ ਆਪਾਂ ਰੂਲ ਨਹੀਂ ਪੜ੍ਹੇ, ਕਸਟਮ ਵੈਲਿਊਏਸ਼ਨ ਇੰਪੋਰਟ ਰੂਲਸ 2007। ਉਹਦੇ ਤਹਿਤ 3-4 ਰੂਲ ਨੇ, ਇਹ ਵੀ ਨਿਗਰਾਨੀ ਰੱਖੀ ਜਾਵੇ। ਕਹਿੰਦਾ ਰੂਲ 4 ਤੇ 5 ਕੀ ਕਹਿੰਦਾ ਹੈ? ਰੂਲ 4 ਤੇ 5 ਕਹਿੰਦਾ ਹੈ ਕਿ ਮੰਨ ਲਓ ਤੁਹਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਫਲਾਣੀ ਚੀਜ਼ ਤੇ ਕਿੰਨਾ ਟੈਕਸ ਲਾਈਏ, ਤਾਂ ਤੁਸੀਂ ਪਤਾ ਕੀ ਕਰੋਗੇ? ਤੁਸੀਂ ਸਭ ਤੋਂ ਪਹਿਲਾਂ ਉਹਦੀ ਕੰਪੈਰੀਟਿਵ ਵੈਲਿਊ ਕੱਢੋਗੇ ਕਿ ਉਹੋ ਜੀ ਕਿਸੇ ਹੋਰ ਚੀਜ਼ ਤੇ ਕਿੰਨਾ ਟੈਕਸ ਲੱਗਦਾ ਹੈ। ਜੇ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਪੇਸਟ ਤੇ ਕਿੰਨਾ ਟੈਕਸ ਲਾਉਣਾ ਹੈ, ਠੀਕ ਆ, ਜਾਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ ਮਾਊਥ ਫਰੈਸ਼ਨਰ ਨਹੀਂ ਆਉਂਦੇ ਕੋਲਗੇਟ ਵਰਗੇ, ਜਿਹੜੀ ਆਪਣੀ ਟੁੱਥ ਪੇਸਟ ਹੁੰਦੀ ਹੈ, ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਸ ਮਾਊਥ ਫਰੈਸ਼ਨਰ ਤੇ ਕਿੰਨਾ ਟੈਕਸ ਲਾਉਣਾ ਹੈ, ਉਲਝ ਗਏ। ਫਿਰ ਤੁਸੀਂ ਕੀ ਕਰੋ, ਉਹਦੇ ਵਰਗੀ ਕੋਈ ਹੋਰ ਚੀਜ਼ ਦੇਖ ਲਓ, ਮਾਊਥ ਫਰੈਸ਼ਨਰ ਵਰਗੀ ਪੇਸਟ, ਜਿੰਨਾ ਕੁ ਪੇਸਟ ਤੇ ਟੈਕਸ ਆ ਕੰਪੈਰੀਟਿਵਲੀ ਉਹਨਾਂ ਕੀ ਟੈਕਸ ਉਹਦੇ ਤੇ ਲਾ ਦਿਓ। ਕਿਉਂਕਿ ਭਾਰਤ ਸਰਕਾਰ ਦਾ 2007 ਦਾ ਵੈਲਿਊਏਸ਼ਨ ਰੂਲਸ ਵੀ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਕਿਸੇ ਚੀਜ਼ ਤੇ ਟੈਕਸ ਨਹੀਂ ਸਮਝ ਆ ਰਿਹਾ, ਉਹਦੇ ਤੁਲਨਾ ਦੀ ਕੋਈ ਹੋਰ ਚੀਜ਼ ਚੱਕੋ, ਉਹਦੇ ਕੰਪੈਰੀਟਿਵਲੀ ਉਹਦੇ ਤੇ ਟੈਕਸ ਦੇਖ ਲਓ ਕਿੰਨਾ ਕਾ, ਉਹਨਾਂ ਹੀ ਉਹਦੇ ਤੇ ਲੇਪ ਦਿਓ। ਇਹ ਰੂਲ 4 ਤੇ 5 ਆ। ਰੂਲ 7 ਕਹਿੰਦਾ ਹੈ ਕਿ ਜਿਹੜੇ ਕਿਸੇ ਚੀਜ਼ ਤੇ ਟੈਕਸ ਲਾਉਣਾ ਹੈ ਤੇ ਤੁਹਾਨੂੰ ਹੋਰ ਕੁਝ ਨਹੀਂ ਸਮਝ ਆ ਰਿਹਾ, ਤੁਸੀਂ ਇਹ ਦੇਖ ਲਓ ਕਿ ਜਿਹੜੇ ਚੀਜ਼ 'ਚੋਂ ਚੀਜ਼ ਬਣੀ ਆ ਉੱਥੇ ਕਿੰਨੇ ਦੀ ਵਿਕ ਰਹੀ ਆ, ਉਹਦੇ ਹਿਸਾਬ ਨਾਲ ਹੀ ਉਹਨਾਂ ਕੀ ਟੈਕਸ ਇੱਧਰ ਲਾ ਦਿਓ। ਆ ਗੱਲ ਸਮਝ ਆ ਗਈ। ਤੀਸਰੀ ਚੀਜ਼ ਜਿਹੜੀ ਆ ਕੰਪਿਊਟਡ ਵੈਲਿਊ ਦੈਟ ਇੰਪਲੋਏ ਕਾਸਟ ਰਿਲੇਟਡ ਟੂ, ਹਾਂ ਅਗਲੀ ਗੱਲ, ਜੇ ਉਹ ਵੀ ਨਹੀਂ ਦੇਖਣਾ, ਤੁਸੀਂ ਇਹ ਦੇਖ ਸਕਦੇ ਹੋ ਕਿ ਉਹ ਸਮਾਨ ਜਿਹੜੇ ਮਟੀਰੀਅਲ ਦਾ ਬਣਿਆ ਹੋਇਆ ਹੈ ਉਹਦੇ ਤੇ ਖਰਚਾ ਕਿੰਨਾ ਕੁ ਆਇਆ ਹੈ, ਜਿੰਨਾ ਕੁ ਉੱਤੇ ਖਰਚਾ ਆਇਆ ਉਹ ਜੋੜ ਕੇ ਉਹਦੇ ਤੇ ਉੱਪਰਲਾ ਟੈਕਸ ਲਾ ਦਿਓ। ਠੀਕ ਆ, ਇਹ ਵੀ ਇੱਕ ਤਰੀਕਾ ਹੈ। ਇਹ ਵੀ ਭਾਰਤ ਸਰਕਾਰ ਦੇ ਜਿਹੜੇ ਵੈਲਿਊਏਸ਼ਨ ਰੂਲ 8 ਆ ਉਹ ਇਹ ਕਹਿੰਦਾ ਹੈ। ਵੈਲਿਊਏਸ਼ਨ ਰੂਲ 9 ਕੀ ਕਹਿੰਦਾ ਹੈ ਕਿ ਬਈ ਜਿਹੜਾ ਉੱਪਰਲਾ ਹੈ ਕਿ ਤੁਸੀਂ ਕਿਸੇ ਦੂਜੇ ਦੇਸ਼ ਦੇ ਸਮਾਨ ਤੇ ਹਿਸਾਬ ਜੇ ਨਾਲ ਟੈਕਸ ਲਾ ਲਓ। ਠੀਕ ਆ, ਕਿਹੜੇ ਤਰੀਕੇ ਨਾਲ ਤੁਸੀਂ ਉੱਤੇ ਟੈਕਸ ਲਾਉਣਾ ਸੀਗਾ, ਉਹਦਾ ਮਟੀਰੀਅਲ ਵਗੈਰਾ ਦੇਖ ਕੇ ਖਿੱਚ ਕੇ ਟੈਕਸ ਲਾਉਣਾ ਹੈ ਤਾਂ ਰੂਲ 8 ਆ। ਜੇ ਥੋੜੀ ਬਹੁਤੀ ਫਲੈਕਸੀਬਿਲਿਟੀ ਦੇਣੀ ਆ ਕਿ ਚਲੋ ਯਾਰ ਤੁਹਾਡਾ ਖਰਚਾ ਤਾਂ ਬਣਦਾ ਸੀ 10% ਟੈਕਸ ਦਾ, ਚਲੋ ਤੁਸੀਂ 8 ਦੇ ਦਿਓ,
ਇਹ ਫਲੈਕਸੀਬਿਲਿਟੀ ਨਾਲ ਤੁਸੀਂ ਅਗਲੀ ਚੀਜ਼ ਤੇ ਟੈਕਸ ਥੋੜਾ ਜਿਹਾ ਫਲਕਚੁਏਟ ਕਰ ਲੈਣਾ, ਘੱਟ ਵੱਧ ਕਰ ਲੈਣਾ ਹੈ, ਤਾਂ ਰੂਲ ਕਿਹੜਾ ਕੰਮ ਆਊਗਾ? 9। ਇਹਦਾ ਮਤਲਬ ਭਾਰਤ 'ਚ ਕਸਟਮ ਡਿਊਟੀ ਜਿਹੜੀ ਆ ਉਹਦੇ ਰੂਲਸ 2007 'ਚ ਬਣੇ ਆ। ਕਿਹੜੇ ਸਾਲ 'ਚ ਬਣੇ ਆ? 7 'ਚ। ਰੂਲ 4 ਤੇ 5 ਕੀ ਕਹਿੰਦਾ ਹੈ, ਰੂਲ 7 ਕੀ ਕਹਿੰਦਾ, ਰੂਲ 8 ਕੀ ਕਹਿੰਦਾ, ਰੂਲ 9 ਕੀ ਕਹਿੰਦਾ ਹੈ। ਇਸ ਤੋਂ ਪਹਿਲਾਂ ਇਹ ਵੀ ਗੱਲ ਯਾਦ ਰੱਖਿਓ ਕਿ ਭਾਰਤ 'ਚ ਜਿਹੜਾ ਟੈਕਸ ਲੱਗਦਾ ਹੈ, ਕਸਟਮ ਡਿਊਟੀ ਲੱਗਦੀ ਆ, ਉਹ ਕਿਹੜੀਆਂ 4 ਚੀਜ਼ਾਂ ਦੇਖਦੀ ਆ। ਇਹ ਬਹੁਤ ਇੰਪੋਰਟੈਂਟ ਆ ਬਿਕੋਜ਼ ਇਹੀ ਉਹ ਚੀਜ਼ ਹੈ ਜਿਹੜੀ ਐਕਸਾਈਜ਼ ਦੇ ਪੇਪਰ 'ਚ ਆਉਣੀ ਆ। ਕਸਟਮ ਡਿਊਟੀ ਜਿਹੜੀ ਆ ਇਹ 'ਚੋਂ ਕੁਝ ਵੀ ਪੁੱਛਿਆ ਜਾ ਸਕਦਾ ਹੈ। ਇਸ ਤੋਂ ਬਾਅਦ ਐਕਸਾਈਜ਼ ਇੰਪੋਰਟੈਂਟ ਆ। ਖੈਰ ਆ ਜਾਓ ਇੱਥੇ, ਆਹ ਦੱਸੋ ਜੀ ਰੂਲ ਪੜ੍ਹਦੇ ਆਪਾਂ, ਠੀਕ ਆ। ਹੁਣ ਆਪਾਂ ਇਸ ਗੱਲ ਤੇ ਖੜ ਗਏ ਆ ਕੇ ਕਿ ਭਾਰਤ 'ਚ ਕਿੰਨੇ ਪ੍ਰਕਾਰ ਦੀ ਕਸਟਮ ਡਿਊਟੀ ਆ, ਇਹ ਪਤਾ ਹੋਣੀ ਚਾਹੀਦੀ ਆ, ਬੜੀ ਆਸਾਨ ਆ। ਕਸਟਮ ਡਿਊਟੀ ਬੇਸਿਕਲੀ ਪਤਾ ਲੱਗ ਗਿਆ ਕੀ ਆ? ਬਾਹਰੋਂ ਕੋਈ ਸਾਡੇ ਦੇਸ਼ 'ਚ ਸਮਾਨ ਆਵੇ ਤਾਂ ਉੱਤੇ ਲੱਗਣ ਵਾਲੀ ਇੰਪੋਰਟ ਡਿਊਟੀ, ਜਾਂ ਸਾਡੇ ਦੇਸ਼ 'ਚ ਕੋਈ ਸਮਾਨ ਬਾਹਰ ਜਾਵੇ ਤਾਂ ਉੱਤੇ ਲੱਗਣ ਵਾਲੀ ਕਿਹੜੀ ਡਿਊਟੀ ਭਲਾ? ਐਕਸਪੋਰਟ ਡਿਊਟੀ ਹੀ ਕਸਟਮ ਡਿਊਟੀ ਅਖਵਾਉਂਦੀ ਹੈ। ਗੌਰ ਕਰਿਓ ਇਸ ਗੱਲ ਤੇ ਜਿਹੜੀ ਮੈਂ ਹੁਣ ਦੱਸਣ ਲੱਗਾ। ਇਹ ਆ ਗਿਆ ਆਪਣੇ ਕੋਲ ਬੇਸਿਕ ਕਸਟਮ ਡਿਊਟੀ। ਭਾਰਤ ਵਿੱਚ ਬੇਸਿਕ ਕਸਟਮ ਡਿਊਟੀ ਦਾ ਕੀ ਕਨਸੈਪਟ ਆ? ਭਾਰਤ 'ਚ ਬੇਸਿਕ ਕਸਟਮ ਡਿਊਟੀ, ਤੁਹਾਨੂੰ ਪਤਾ ਭਾਰਤ ਦਾ ਜਿਹੜਾ ਕਸਟਮ ਐਕਟ 1962 ਆ ਉਹਦੇ 'ਚ ਬਕਾਇਦਾ ਲਿਖਿਆ ਹੈ ਕਿ ਬਾਹਰੋਂ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਤੇ ਭਾਰਤ ਸਰਕਾਰ ਇੱਕ ਟੈਕਸ ਵਸੂਲੂਗੀ ਜਿਹਨੂੰ ਭਾਰਤ 'ਚ ਕਸਟਮ ਡਿਊਟੀ ਕਿਹਾ ਜਾਊਗਾ, ਠੀਕ ਆ। ਹਰ ਚੀਜ਼ ਤੇ ਉਨੀ ਕਸਟਮ ਡਿਊਟੀ ਆ ਜਿੰਨੀ ਦੂਜੇ ਦੇਸ਼ਾਂ ਦੀ, ਜਦੋਂ ਸਾਡਾ ਦੇਸ਼ ਸਮਾਨ ਬਾਹਰ ਜਾਂਦਾ ਹੈ, ਜਿੰਨਾ ਬਾਹਰਲੇ ਦੇਸ਼ ਸਾਡੇ ਦੀ ਡਿਊਟੀ ਲਾਉਣਗੇ ਉਨੀ ਹੀ ਡਿਊਟੀ ਅਸੀਂ ਉਹਨਾਂ ਤੇ ਲਾਵਾਂਗੇ। ਇਹਨੂੰ ਕਵਾਂਗੇ ਕਸਟਮ ਡਿਊਟੀ। ਤੇ ਇਹ ਕਿਹੜੇ ਐਕਟ ਦੇ ਤਹਿਤ ਲੱਗਦੀ ਆ? ਕਸਟਮ ਡਿਊਟੀ ਐਕਟ 1962। ਕਿਹਦੇ ਲੱਗਦੀ ਆ? ਕਸਟਮ ਡਿਊਟੀ ਐਕਟ 1962। ਇਹ ਬੇਸਿਕ ਆ। ਪਿੱਛੇ ਜੇ ਬੜਾ ਰੌਲਾ ਪਿਆ ਸੀ ਕਿ ਕਸਟਮ ਡਿਊਟੀ ਜਿਹੜਾ ਹੈ ਉਹਨੂੰ ਵੀ GST ਦਾ ਹਿੱਸਾ ਬਣਾ ਲਓ, ਸੈਂਟਰ ਮੰਨਿਆ ਨਹੀਂ, ਕਿਉਂਕਿ ਫਿਰ ਸੈਂਟਰ ਨੂੰ GST ਦਾ ਤਾਂ ਸਾਰਾ ਟੈਕਸ ਕਿਹਦੇ ਨਾਲ ਅੱਧੋ ਅੱਧ ਵੰਡਣਾ ਪੈਂਦਾ ਹੈ? ਸਟੇਟਾਂ ਨਾਲ। ਕਸਟਮ ਡਿਊਟੀ ਬਾਹਰ ਆ ਤਾਂ ਬਚੀ ਹੋਈ ਆ, ਇਹ ਸਟੇਟਾਂ ਨਾਲ ਵੰਡਣ ਦੀ ਸੈਂਟਰ ਨੂੰ ਕੋਈ ਲੋੜ ਨਹੀਂ। ਫਿਰ ਇਸ ਤੋਂ ਬਾਅਦ ਇਸ ਕਸਟਮ ਡਿਊਟੀ ਦੇ ਉੱਪਰ ਇੱਕ ਹੋਰ ਡਿਊਟੀ ਲੱਗਦੀ ਆ, ਪ੍ਰੋਟੈਕਟਿਵ ਡਿਊਟੀ, ਠੀਕ ਆ। ਹੁਣ ਮੰਨ ਲਓ ਮੈਂ ਪੰਜਾਬ ਦੇ ਵਿੱਚ ਨਿੰਬੂ ਲਾ ਲਏ, ਠੀਕ ਆ। ਮੇਰਾ ਇਸ ਸਾਲ ਖਿਆਲ ਆ ਗਿਆ ਕਿ ਮੈਂ ਨਿੰਬੂ ਐਕਸਪੋਰਟ ਕਰਨੇ ਵੀ ਚਾਹੀਦੇ ਆ, ਕਿਉਂਕਿ ਮੈਨੂੰ ਪਤਾ ਹੈ ਕਿ ਨਿੰਬੂ ਐਕਸਪੋਰਟ ਕਰੂੰਗਾ ਮੈਨੂੰ ਕੁਝ ਬਚੂਗਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਭਾਰਤ 'ਚ ਇਸ ਟਾਈਮ ਨਿੰਬੂ ਦੀ ਬੜੀ ਸ਼ਾਰਟੇਜ ਚੱਲ ਰਹੀ ਹੈ? ਜੇ ਭਾਰਤ ਸਰਕਾਰ ਨੂੰ ਪਤਾ ਲੱਗੇ ਕਿ ਭਾਰਤ 'ਚੋਂ ਕੋਈ ਇਹੋ ਜਿਹੀ ਚੀਜ਼ ਐਕਸਪੋਰਟ ਹੋ ਰਹੀ ਆ, ਭਾਰਤ 'ਚ ਕੋਈ ਇਹੋ ਜਿਹੀ ਚੀਜ਼ ਐਕਸਪੋਰਟ ਹੋ ਰਹੀ ਆ ਜਿਹੜੀ ਚੀਜ਼ ਐਕਸਪੋਰਟ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਦੇ ਭਾਰਤ 'ਚ ਬੜੀ ਲੋੜ ਆ, ਅਸੀਂ ਐਕਸਪੋਰਟ ਕਰਨ ਵਾਲੇ ਬੰਦੇ ਨੂੰ ਰੋਕ ਨਹੀਂ ਸਕਦੇ, ਪਰ ਭਾਰਤ ਉਹਦੇ ਤੇ ਇੱਕ ਇਹੋ ਜਿਹੀ ਐਕਸਾਈਜ਼ ਡਿਊਟੀ, ਇਹੋ ਜਿਹਾ ਕਸਟਮ ਡਿਊਟੀ ਲਾ ਦੇ ਕਿ ਉਹ ਇੰਨੀ ਮਹਿੰਗੀ ਕਰ ਦੇ ਕਿ ਉਹ ਬਾਹਰ ਜਾ ਕੇ ਉਹਦੀ ਵਿਕੇ ਹੀ ਨਾ। ਜਿਹੜਾ ਟੈਕਸ ਇਸ ਕਰਕੇ, ਜਿਹੜੀ ਕਸਟਮ ਡਿਊਟੀ ਇਸ ਕਰਕੇ ਭਾਰਤ ਸਰਕਾਰ ਇਹ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਤੇ ਨਹੀਂ ਲੱਗਦੀ, ਭਾਰਤ 'ਚੋਂ ਬਾਹਰ ਜਾਣ ਵਾਲੀਆਂ ਚੀਜ਼ਾਂ ਤੇ ਉਹ ਡਿਊਟੀ ਜਿਹੜੀ ਇਸ ਕਰਕੇ ਲਾਈ ਜਾਵੇ ਕਿ ਭਾਰਤ ਦਾ ਜਿਹੜਾ ਮੈਨੂਫੈਕਚਰਰ ਆ ਉਹ ਆਪਣੀ ਚੀਜ਼ ਬਾਹਰ ਵੇਚਣ ਦੀ ਸੋਚੇ ਵੀ ਨਾ, ਤੇ ਆਪਣੀ ਚੀਜ਼ ਇੰਡੀਆ 'ਚ ਹੀ ਵੇਚੇ ਤੇ ਘੱਟੋ ਘੱਟ ਇੰਡੀਆ 'ਚ ਉਹ ਚੀਜ਼ ਪੂਰੀ ਹੋ ਸਕੇ ਕਿਉਂਕਿ ਉਹਦੀ ਕਮੀ ਚੱਲ ਰਹੀ ਹੈ। ਇਸ ਪ੍ਰਕਾਰ ਦੀ ਡਿਊਟੀ ਨੂੰ, ਇਸ ਪ੍ਰਕਾਰ ਦੇ ਟੈਕਸ ਨੂੰ ਕਿਹਾ ਜਾਂਦਾ ਹੈ ਪ੍ਰੋਟੈਕਟਿਵ ਡਿਊਟੀ। ਮਤਲਬ ਸੁਰੱਖਿਆ ਡਿਊਟੀ ਉਦੋਂ ਲਗਾਈ ਜਾਂਦੀ ਹੈ ਜਦੋਂ ਕਸਟਮ ਅਧਿਕਾਰੀ ਇਹ ਮੰਨਦੇ ਆ ਕਿ ਇਸ ਚੀਜ਼ ਦਾ ਐਕਸਪੋਰਟ ਜਿਹੜਾ ਹੈ ਉਹ ਦੇਸ਼ ਦੀ ਇਕਨੋਮੀ ਨੂੰ ਨੁਕਸਾਨ ਪਹੁੰਚਾਊਗਾ, ਇਸ ਕਰਕੇ ਇਹਨੂੰ ਬਾਹਰ ਵਿਕਣ ਨਹੀਂ ਦੇਣਾ, ਇੰਡੀਆ 'ਚ ਹੀ ਰੱਖੋ। ਤਾਂ ਉਦੋਂ ਬਾਹਰ ਵਿਕਣ ਵਾਲੀਆਂ ਚੀਜ਼ਾਂ ਤੇ ਇੱਕ ਟੈਕਸ ਲੱਗਦਾ ਹੈ। ਜਿਹੜੀ ਚੀਜ਼ ਬਾਹਰ ਵਿਕਣ ਜਾਂਦੀ ਹੈ ਨਾ ਤਾਂ ਉਸ ਚੀਜ਼ ਤੇ ਇੱਕ ਟੈਕਸ ਲੱਗਦਾ ਹੈ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਪ੍ਰੋਟੈਕਟਿਵ ਡਿਊਟੀ। ਕਿਹੜੀ ਡਿਊਟੀ ਕਹਿੰਦੇ ਆਪਾਂ? ਪ੍ਰੋਟੈਕਟਿਵ। ਅੱਗੇ ਆ ਗਿਆ ਐਜੂਕੇਸ਼ਨ ਸੈਸ, ਦੱਸਣ ਦੀ ਲੋੜ ਹੀ ਨਹੀਂ। ਸੈਸ ਬਾਰੇ ਮੈਂ ਅਕਸਰ ਬਹੁਤ ਗੱਲਾਂ ਕਰਦਾ ਕਿ ਟੈਕਸ ਦੇ ਉੱਪਰ ਇੱਕ ਟੈਕਸ ਲੱਗਦਾ ਜਿਹਨੂੰ ਆਪਾਂ ਕੀ ਕਹਿੰਦੇ ਆ? ਸੈਸ। ਭਾਰਤ 'ਚ ਕਸਟਮ ਡਿਊਟੀ ਦੇ ਉੱਪਰ 2% ਸੈਸ ਲੈਂਦੇ ਆ ਐਜੂਕੇਸ਼ਨ ਦਾ। ਸੈਸ ਇੱਕ ਅਜਿਹੇ ਪ੍ਰਕਾਰ ਦਾ ਟੈਕਸ ਆ ਜਿਹੜਾ ਟੈਕਸ ਦੇ ਉੱਪਰ ਲੱਗਦਾ ਹੈ। ਸਪੋਜ਼ ਕਰੋ ਭਾਰਤ 'ਚ ਕਸਟਮ ਡਿਊਟੀ ਇਕੱਠੀ ਹੋ ਗਈ 10 ਕਰੋੜ, ਕਿੰਨੀ ਹੋ ਗਈ? 10 ਕਰੋੜ। ਉਸ 10 ਕਰੋੜ ਦੇ ਉੱਪਰ 2%, ਕਿੰਨੇ ਪਰਸੈਂਟ? ਉਸ 10 ਕਰੋੜ ਦੇ ਉੱਪਰ 2% ਯਾਨੀ ਕਿ 20 ਲੱਖ ਰੁਪਈਆ ਕੀ ਇਕੱਠਾ ਕੀਤਾ ਜਾਊਗਾ ਭਲਾ? ਐਜੂਕੇਸ਼ਨ ਸੈਸ 10 ਕਰੋੜ ਦੇ ਉੱਪਰ। ਉਹ 2% 20 ਲੱਖ ਹੋ ਗਿਆ, ਉਹ 20 ਲੱਖ ਸਿਰਫ ਐਜੂਕੇਸ਼ਨ ਵਾਸਤੇ ਵਰਤਿਆ ਜਾਊਗਾ ਕਿਉਂਕਿ ਸੈਸ ਦਾ ਮਤਲਬ ਆ ਇੱਕ ਅਜਿਹਾ ਟੈਕਸ ਜਿਹੜਾ ਕਿਸੇ ਇੱਕ ਸਪੈਸੀਫਿਕ ਪਰਪਸ ਵਾਸਤੇ ਹੀ ਵਰਤਿਆ ਜਾ ਸਕੇ, ਉਸ ਤੋਂ ਬਿਨਾ ਉਹ ਕਿਸੇ ਹੋਰ ਪਰਪਸ ਲਈ ਵਰਤਿਆ ਨਹੀਂ ਜਾ ਸਕਦਾ, ਇਸ ਕਰਕੇ ਇਹਨੂੰ ਐਜੂਕੇਸ਼ਨ ਸੈਸ ਕਿਹਾ। ਅੱਗੇ ਆਪਾਂ ਕਿਹਾ ਸੇਫਗਾਰਡ ਡਿਊਟੀ। ਅੱਗੇ ਕਿਹੜੀ ਆ ਗਈ ਆਪਣੇ ਕੋਲ? ਠੀਕ ਆ, ਅੱਗੇ ਆਪਣੇ ਕੋਲ ਸੇਫਗਾਰਡ ਰਿਪੀਟ ਹੋ ਗਈ, ਸੇਮ ਉਹੀ ਹੈ, ਠੀਕ ਆ। ਪ੍ਰੋਟੈਕਟਿਵ ਡਿਊਟੀ ਕਹਿ ਲਓ ਜਾਂ ਕੀ ਕਹਿ ਲਓ ਇਹਨੂੰ ਆਪਾਂ, ਸੇਫਗਾਰਡ ਡਿਊਟੀ। ਨੈਕਸਟ ਉਸ ਤੋਂ ਬਾਅਦ ਅੱਗੇ ਆ ਗਈ ਕਾਊਂਟਰਵੇਲਿੰਗ ਡਿਊਟੀ। ਆ ਕਿਹੜੀ ਹੈ ਜੀ ਆਪਣੇ ਕੋਲ? ਕਾਊਂਟਰਵੇਲਿੰਗ ਡਿਊਟੀ। ਸਭ ਤੋਂ ਇੰਪੋਰਟੈਂਟ ਦੋ ਡਿਊਟੀਆਂ ਨੇ ਕਸਟਮ ਦੀਆਂ, ਇੱਕ ਕਾਊਂਟਰਵੇਲਿੰਗ, ਇੱਕ ਕਿਹੜੀ? ਐਂਟੀ ਡੰਪਿੰਗ। ਕਿਹੜੀ ਹੈ ਜੀ? ਇੱਕ ਕਾਊਂਟਰਵੇਲਿੰਗ ਟਾਈਪ ਦੀ ਕਸਟਮ ਡਿਊਟੀ, ਇੱਕ ਕਿਹੜੀ ਹੈ? ਐਂਟੀ ਡੰਪਿੰਗ। ਦੇਖੋ ਭਾਰਤ ਦੇ ਵਿੱਚ ਕੋਈ ਸਮਾਨ ਬਾਹਰੋਂ ਆਉਂਦਾ ਹੈ, ਠੀਕ ਆ। ਭਾਰਤ 'ਚ ਕੋਈ ਸਮਾਨ ਮੰਨ ਲਓ ਬਾਹਰੋਂ ਆ ਰਿਹਾ ਹੈ, ਭਾਰਤ ਵਿੱਚ ਕੋਈ ਵੀ ਸਮਾਨ ਜੇ ਬਾਹਰੋਂ ਆ ਰਿਹਾ ਹੈ ਤੇ ਚਾਈਨਾ ਤੋਂ ਆ ਰਿਹਾ ਮੰਨ ਲਓ, ਠੀਕ ਆ। ਭਾਰਤ 'ਚ ਕੋਈ ਵੀ ਸਮਾਨ ਚਾਈਨਾ ਤੋਂ ਆ ਰਿਹਾ ਤੇ ਭਾਰਤ ਨੂੰ ਇੱਕ ਗੱਲ ਪਤਾ ਲੱਗ ਗਈ ਕਿ ਚਾਈਨਾ 'ਚ ਜਿਹੜਾ ਪੈਰਾਸ਼ੂਟ ਆਇਲ ਆ ਨਾ 60 ਰੁਪਏ ਦਾ ਵਿਕਦਾ ਹੈ,
पर जदों उन्होंने पैराशूट ऑयल भारत 'च भेजना सीगा, भारत 'ਚ ਉਹਦਾ ਰੇਟ ਆ 60 रुपए, ਜਾਂ ਭਾਰਤ 'ਚ ਉਹਦਾ ਰੇਟ ਹੈਗਾ ਹੈ 60 रुपए, ਜਦੋਂ ਚਾਈਨਾ ਦਾ ਭਾਰਤ ਆਉਂਦਾ ਹੈ ਉਹ ਵੀ 60 ਦਾ ਹੀ ਪੈ ਜਾਂਦਾ ਹੈ ਖਰਚੇ ਖੁਰਚੇ ਪਾ ਕੇ। ਪਰ ਭਾਰਤ ਨੂੰ ਇੱਕ ਗੱਲ ਪਤਾ ਲੱਗੀ ਕਿ ਚਾਈਨਾ ਵਾਲੇ ਕੀ ਕਰ ਰਹੇ ਆ, ਆਪਣੇ ਦੇਸ਼ 'ਚ ਜਿਹੜੇ ਲੋਕ ਪੈਰਾਸ਼ੂਟ ਦਾ ਆਇਲ ਤਿਆਰ ਕਰਦੇ ਆ ਉਹਨਾਂ ਨੂੰ 30-30 रुपए ਸਬਸਿਡੀ ਦੇ ਰਹੇ ਆ, ਤੇ ਇਹ ਕਹਿ ਰਹੇ ਆ ਕਿ 60 रुपए ਦਾ ਹੁਣ ਤੁਹਾਨੂੰ ਕਿੰਨੇ ਦਾ ਪੈ ਗਿਆ ਭਲਾ, 30 ਦਾ। ਹੁਣ ਤੁਸੀਂ ਇੰਡੀਆ ਵੇਚੋ ਤੇ ਇੰਡੀਆ ਸਸਤਾ ਕਰਕੇ ਵੇਚੋ ਤਾਂ ਕਿ ਇੰਡੀਆ ਦਾ ਮੈਨੂਫੈਕਚਰਰ ਖਤਮ ਹੋ ਜੇ। ਚਾਈਨਾ ਨੇ ਕੀ ਕੀਤਾ, ਆਪਣੇ ਦੇਸ਼ 'ਚ ਉਹਨਾਂ ਨੂੰ ਕੀ ਦੇਤੀ ਭਲਾ, ਸਬਸਿਡੀ ਦੇਤੀ। ਸਬਸਿਡੀ ਭਾਰਤ ਨੂੰ ਇਹ ਗੱਲ ਪਤਾ ਲੱਗ ਗਈ ਕਿ ਬਈ ਉਹਨਾਂ ਨੇ ਸਬਸਿਡੀ ਦੇ ਰੱਖੀ ਆ। ਭਾਰਤ ਨੇ ਚਾਈਨਾ ਤੋਂ ਆਉਣ ਵਾਲੇ ਤੇਲ ਤੇ ਪਹਿਲਾਂ ਕੀ ਲਾ ਰੱਖੀ ਸੀ ਭਲਾ, ਬੇਸਿਕ ਕਸਟਮ ਡਿਊਟੀ। ਬੇਸਿਕ ਕਸਟਮ ਡਿਊਟੀ ਨਾਲ ਉਹਨਾਂ ਦਾ ਜਿਹੜਾ ਤੇਲ ਸੀਗਾ ਉਹ 50 ਤੋਂ 60 रुपए ਹੋ ਗਿਆ ਸੀਗਾ। ਅਦਰਵਾਈਜ਼ ਉੱਥੇ 10 रुपए ਸਸਤਾ ਹੀ ਸੀ, 50 ਤੋਂ 60 रुपए ਹੋ ਗਏ, ਬਰਾਬਰ ਹੋ ਗਿਆ ਸੀ। ਪਰ ਉਹਨਾਂ ਨੇ 20-20 30-30 रुपए ਡਿਸਕਾਊਂਟ ਦੇ ਕੇ ਤੇਲ ਦਾ ਰੇਟ ਹੋਰ ਘਟਾਤਾ। ਹੁਣ ਭਾਰਤ ਦੀ ਸਰਕਾਰ ਨੂੰ ਇੱਕ ਬਹਾਨਾ ਮਿਲ ਗਿਆ ਕਿ ਤੁਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਸਬਸਿਡੀ ਦਿੱਤੀ ਆ, ਉਹਦੇ ਨਾਲ ਤੁਹਾਡਾ ਸਮਾਨ ਹੋ ਗਿਆ ਸਸਤਾ, ਤੁਸੀਂ ਇਸ ਕਰਕੇ ਇੰਡੀਆ 'ਚ ਸਸਤਾ ਵੇਚ ਰਹੇ ਹੋ। ਇਸ ਕਰਕੇ ਅਸੀਂ ਹੁਣ ਤੁਹਾਡੇ ਆਏ ਹੋਏ ਸਮਾਨ ਤੇ 20-20 रुपए ਟੈਕਸ ਹੋਰ ਲਾਵਾਂਗੇ, ਕਸਟਮ ਡਿਊਟੀ ਦੇ ਉੱਪਰ ਜਾ ਕੇ ਲਾਵਾਂਗੇ। ਉਹ ਇਸ ਕਰਕੇ ਕਿ ਤੁਸੀਂ ਆਪਣੇ ਲੋਕਾਂ ਨੂੰ ਕੀ ਦੇ ਰੱਖੀ ਹੈ ਭਲਾ, ਸਬਸਿਡੀ। ਅਸੀਂ ਉਸ ਸਬਸਿਡੀ ਨੂੰ ਅਗੇਂਸਟ ਜਾਵਾਂਗੇ, ਅਸੀਂ ਇੱਕ ਟੈਕਸ ਲਾਵਾਂਗੇ ਜਿਹਦਾ ਨਾਮ ਰੱਖਾਂਗੇ ਐਂਟੀ ਸਬਸਿਡੀ ਡਿਊਟੀ। ਕਿਹੜਾ ਟੈਕਸ ਭਲਾ, ਐਂਟੀ ਸਬਸਿਡੀ ਡਿਊਟੀ ਦਾ ਹੀ ਦੂਜਾ ਨਾਮ ਆ ਕਾਊਂਟਰਵੇਲਿੰਗ ਡਿਊਟੀ। ਕਿਹੜੀ ਡਿਊਟੀ ਭਲਾ, ਕਾਊਂਟਰਵੇਲਿੰਗ ਡਿਊਟੀ। ਇਸੇ ਕਰਕੇ ਹੀ ਲਾਈ ਜਾਂਦੀ ਆ। ਤੇ ਯਾਦ ਰੱਖਿਓ, ਮੰਨ ਲਓ ਮੈਂ ਚਾਈਨਾ ਦੇ ਖਿਲਾਫ ਕਾਊਂਟਰਵੇਲਿੰਗ ਡਿਊਟੀ ਲਾ ਦਾਂ ਤੇ ਚਾਈਨਾ ਵਾਲੇ ਨਾਰਾਜ਼ ਹੋ ਕੇ ਇੱਕ ਵਿਸ਼ਵ ਵਪਾਰ ਸੰਗਠਨ ਆ ਜਿਹਨੂੰ ਆਪਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਆ, WTO, ਉਹ ਉੱਥੇ ਚਲੇ ਜਾਣ ਤੇ ਉੱਥੇ ਜਾ ਕੇ ਕਹਿਣ ਕਿ ਇੰਡੀਆ ਵੀ WTO ਦਾ ਮੈਂਬਰ ਆ, ਅਸੀਂ ਵੀ, ਤੇ ਚਾਈਨਾ ਇਹ ਕਵੇ ਕਿ ਇੰਡੀਆ ਵਾਲੇ ਧੱਕਾ ਕਰ ਰਹੇ ਆ। ਫਿਰ ਚਾਈਨਾ WTO ਪ੍ਰੋਪਰ ਇਨਸਪੈਕਸ਼ਨ ਕਰੂਗਾ। ਕੀ ਕਰੂਗਾ, ਪ੍ਰੋਪਰ ਇਨਸਪੈਕਸ਼ਨ ਕਰੂਗਾ ਤੇ ਇਹ ਦੇਖੂਗਾ ਕਿ ਵਾਕਈ ਚਾਈਨਾ ਦੀ ਸਰਕਾਰ ਨੇ ਸਬਸਿਡੀ ਦਿੱਤੀ ਸੀ ਜਿਹਦੇ ਕਰਕੇ ਭਾਰਤ ਵਾਲਿਆਂ ਨੇ ਕਾਊਂਟਰਵੇਲਿੰਗ ਡਿਊਟੀ ਲਾਈ ਆ। ਜੇ ਤਾਂ ਸਬਸਿਡੀ ਦਿੱਤੀ ਹੋਈ ਤਾਂ ਕੇਸ ਇੰਡੀਆ ਦੇ ਹੱਕ 'ਚ, ਅਦਰਵਾਈਜ਼ ਭਾਰਤ ਵਾਲਿਆਂ ਨੂੰ ਉਹ ਕਸਟਮ ਡਿਊਟੀ ਜਿਹੜੀ ਭਾਰਤ ਨੇ ਲਾਈ ਆ ਕਾਊਂਟਰਵੇਲਿੰਗ, ਜਿਹੜੀ ਇਸ ਕਰਕੇ ਲਾਈ ਆ ਕਿ ਸਬਸਿਡੀਜ਼ ਤੋਂ ਕੱਟਿਆ ਜਾਵੇ, ਉਹ ਭਾਰਤ ਨੂੰ ਹਟਾਉਣੀ ਪਊਗੀ। ਮੇਰੀ ਗੱਲ ਸਮਝ ਗਏ ਨਾ, ਭਾਰਤ ਸਰਕਾਰ ਨੂੰ ਉਹ ਕਸਟਮ ਡਿਊਟੀ ਜਿਹੜੀ ਆ ਜੀ ਉਹ ਕੀ ਕਰਨੀ ਪਊਗੀ, ਖਤਮ ਕਰਨੀ ਪਊਗੀ, ਉਹ ਕਸਟਮ ਡਿਊਟੀ ਹਟਾਉਣੀ ਪਊਗੀ। ਐਨੀ ਡਾਊਟ, ਕਲੀਅਰ ਹੈ ਕੰਸੈਪਟ। ਭਾਰਤ ਸਰਕਾਰ ਨੂੰ ਉਹ ਕਸਟਮ ਡਿਊਟੀ ਕਿਸੇ ਵੀ ਹਾਲਤ 'ਚ ਖਤਮ ਕਰਨੀ ਪਊਗੀ ਜੇ ਭਾਰਤ ਨੇ, ਨਹੀਂ ਤਾਂ ਭਾਰਤ WTO ਦੀ ਮੈਂਬਰਸ਼ਿਪ ਤੋਂ ਜਾਊਗਾ। ਇਟ ਮੀਨਸ ਕਾਊਂਟਰਵੇਲਿੰਗ ਡਿਊਟੀ ਇਸ ਕਰਕੇ ਲੱਗਦੀ ਆ, ਇਸ ਦੇਖੋ ਤੁਸੀਂ ਚਾਈਨਾ ਤੋਂ ਇੰਡੀਆ ਸਮਾਨ ਲੈ ਕੇ ਆਉਣਾ ਹੈ, ਕਿੱਥੇ ਭਲਾ, ਚਾਈਨਾ ਤੋਂ ਇੰਡੀਆ ਸਮਾਨ ਲੈ ਕੇ ਆਉਣਾ ਹੈ। ਚਾਈਨਾ 'ਚ ਉਹ ਚੀਜ਼ ਦਾ ਰੇਟ ਸੀਗਾ 60 रुपए 40 रुपए, ਕਿੰਨੇ ਰੁਪਏ ਸੀਗਾ, 40 रुपए। ਜਦੋਂ ਤੁਸੀਂ ਭਾਰਤ ਦੀ ਧਰਤੀ ਤੇ ਉਹ ਚੀਜ਼ ਆਈ, ਭਾਰਤ ਨੇ ਉਹਦੇ ਤੇ 20 रुपए ਲਾਤੀ ਬੇਸਿਕ ਕਸਟਮ ਡਿਊਟੀ। ਕਿਹੜੀ ਲਾਤੀ, ਬੇਸਿਕ। ਇਸ ਤੋਂ ਬਾਅਦ ਪਤਾ ਲੱਗਿਆ ਭਾਰਤ ਸਰਕਾਰ ਨੂੰ ਕਿ ਚਾਈਨਾ 'ਚ ਹਜੇ ਉਹ ਚੀਜ਼ ਤੇ 10 रुपए ਸਬਸਿਡੀ ਹੋਰ ਦਿੱਤੀ ਹੈ, ਤੇ ਭਾਰਤ ਨੇ ਉਸ ਸਬਸਿਡੀ ਨੂੰ ਕੱਟਣ ਵਾਸਤੇ ਇੱਕ ਭਾਰਤ 'ਚ ਹੋਰ ਡਿਊਟੀ ਲਾਤੀ, ਕਾਊਂਟਰਵੇਲਿੰਗ ਡਿਊਟੀ ਦਾ ਮਤਲਬ ਆ ਦੂਜਾ ਦੇਸ਼ ਜੇ ਆਪਣੇ ਦੇਸ਼ 'ਚ ਕਿਸੇ ਨੂੰ ਸਬਸਿਡੀ ਦੇ ਰਿਹਾ ਹੈ, ਉਹਦੇ ਕਰਕੇ ਇੰਡੀਆ 'ਚ ਉਹਦਾ ਸਮਾਨ ਸਸਤਾ ਵਿਕ ਰਿਹਾ ਹੈ ਤੇ ਉਹਨੂੰ ਮਹਿੰਗਾ ਕੀਤਾ ਜਾਵੇ। ਤੁਸੀਂ ਕਹੋਗੇ ਭਾਰਤ ਸਰਕਾਰ ਕਿੰਨੀ ਬੇਵਕੂਫ ਆ ਕਿ ਆਪਣੇ ਦੇਸ਼ ਦੇ ਵਿੱਚ ਬਾਹਰੋਂ ਆਏ ਸਮਾਨ ਨੂੰ ਜਾਣਬੁੱਝ ਕੇ ਮਹਿੰਗਾ ਕਰ ਦਿੰਦੀ ਹੈ। ਉਹ ਇਸ ਕਰਕੇ ਕਰਦੀ ਹੈ ਕਿ ਕਿਤੇ ਸਾਰਾ ਸਮਾਨ ਬਾਹਰਲਿਆਂ ਦਾ ਨਾ ਵਿਕ ਜੇ। ਇੰਡੀਆ ਦਾ ਮੈਨੂਫੈਕਚਰਰ ਕੀ ਕਰੂਗਾ ਫਿਰ? ਇਸ ਕਰਕੇ ਕਸਟਮ ਡਿਊਟੀ ਜਿਹੜੀ ਆ ਉਹਦੇ ਉੱਪਰ ਇੱਕ ਡਿਊਟੀ ਲੱਗਦੀ ਹੈ ਜਿਹਨੂੰ ਆਪਾਂ ਕਿਹੜੀ ਡਿਊਟੀ ਕਹਿੰਦੇ ਆ ਭਲਾ? ਜਾਂ ਤਾਂ ਕਹਿ ਲਓ ਕਾਊਂਟਰਵੇਲਿੰਗ ਡਿਊਟੀ, ਜਾਂ ਕੀ ਕਹਿ ਲਓ ਐਂਟੀ ਸਬਸਿਡੀ ਡਿਊਟੀ। ਇਹ ਐਂਟੀ ਸਬਸਿਡੀ ਡਿਊਟੀ ਹੈ। ਇਹ ਹਮੇਸ਼ਾ ਕਿਹਦੇ ਰੂਲਸ ਦੇ ਅਕੋਰਡਿੰਗ ਲੱਗਦੀ ਆ? ਇਹ ਹਮੇਸ਼ਾ WTO ਦੇ ਰੂਲਸ ਦੇ ਅਕੋਰਡਿੰਗ। ਪੇਪਰ 'ਚ ਆਹ ਦੇਖੋ ਜੀ, ਇਹ ਚੀਜ਼ ਉਦੋਂ ਲੱਗਦੀ ਹੈ ਜਦੋਂ ਇੱਕ ਦੇਸ਼ ਇਨਵੈਸਟੀਗੇਟ ਕਰੇ ਕਿ ਫੋਰਨ ਕੰਟਰੀ, ਗਵਾਂਢੀ ਦੇਸ਼ ਆਪਣੇ ਦੇਸ਼ 'ਚ, ਹੋਮ ਕੰਟਰੀ 'ਚ, ਆਪਣੇ ਘਰੇਲੂ ਦੇਸ਼ 'ਚ ਸਬਸਿਡੀਆਂ ਦੇ ਕੇ ਸਮਾਨ ਨੂੰ ਸਸਤਾ ਕਰ ਰਿਹਾ ਤੇ ਇੰਡੀਆ ਵੇਚ ਰਿਹਾ ਹੈ। ਉਸ ਟਾਈਮ ਜਿਹੜੀ ਡਿਊਟੀ ਲੱਗਦੀ ਹੈ ਅਸੀਂ ਉਹਨੂੰ ਕਿਹੜੀ ਡਿਊਟੀ ਕਹਿੰਦੇ ਆ ਭਲਾ? ਕਾਊਂਟਰਵੇਲਿੰਗ ਡਿਊਟੀ। ਨੈਕਸਟ, ਆ ਸਮਝ ਆ ਗਈ ਗੱਲ? ਸੋ ਅੱਗੇ ਆ ਗਈ ਆਪਣੇ ਕੋਲ ਐਂਟੀ ਡੰਪਿੰਗ ਡਿਊਟੀ। ਕਿਹੜੀ ਭਲਾ? ਐਂਟੀ ਡੰਪਿੰਗ। ਮੰਨ ਲਓ ਮੈਂ ਚਾਈਨਾ ਹੈ, ਮੈਂ ਆਪਣਾ ਸਮਾਨ ਬਿਲਕੁਲ ਵੀ ਸਸਤਾ ਨਹੀਂ ਕੀਤਾ ਸਬਸਿਡੀਆਂ ਦੇ ਕੇ। ਚਾਈਨਾ 'ਚ ਮੰਨ ਲਓ ਉਹ ਸਮਾਨ ਵੈਸੇ ਹੀ ਸਸਤਾ ਹੋਵੇ। ਕੀ ਹੋਵੇ? ਸਮਾਨ ਸਸਤਾ ਹੋਵੇ। ਯਾਰ ਜਿਹੜਾ ਸਮਾਨ ਚਾਈਨਾ 'ਚ ਵੈਸੇ ਹੀ ਸਸਤਾ ਹੋਊਗਾ ਤੇ ਜੇ ਬਾਈ ਚਾਂਸ ਉਹਨਾਂ ਨੇ ਉਹ ਸਮਾਨ ਇੰਡੀਆ 'ਚ ਸੁੱਟਣਾ ਸ਼ੁਰੂ ਕਰਤਾ, ਚਾਈਨਾ ਦਾ ਸਮਾਨ ਜ਼ਿਆਦਾ ਵਿਕੂਗਾ ਕਿ ਇੰਡੀਆ ਦਾ? ਚਾਈਨਾ ਦਾ। ਭਾਰਤ ਸਰਕਾਰ ਕੀ ਚਾਈਨਾ ਤੇ ਕਾਊਂਟਰਵੇਲਿੰਗ ਡਿਊਟੀ ਲਾ ਸਕਦੀ ਆ? ਨਹੀਂ, ਕੋਈ ਸਬੂਤ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਕਿਹੜਾ ਸਮਾਨ ਸਬਸਿਡੀਆਂ ਦੇ ਕੇ ਸਸਤਾ ਕੀਤਾ ਹੈ? ਉਹ ਤਾਂ ਆਲਰੇਡੀ ਸਸਤਾ ਹੈ। ਤੇ ਭਾਰਤ ਕੋਲ ਇੱਕ ਤਰਕ ਇੱਥੇ ਫਿਰ ਕਿ ਬਈ ਤੁਸੀਂ ਆਪਣਾ ਸਮਾਨ ਨਜਾਇਜ਼ ਸੁੱਟ ਰਹੇ ਹੋ ਇੰਡੀਆ 'ਚ।
इस करके तुसी इन्ना समान इंडिया च डंप करते जा रहे हो तो साडे देश का समान बहुत सस्ता महंगा ये मुकाबले साडा मैन्युफैक्चरर मर जूगा। इस करके असीं इहदे ते काउंटर वेलिंग ड्यूटी ला नहीं सकते क्योंकि तुसी कोई सबसिडी दे नहीं रहे, साडे कोल बहाना है नहीं। असीं तां ये आरोप लावांगे कि तुसी साडे देश 'च समान डंप कर रहे हो, इस करके असीं उहदे खिलाफ एक ड्यूटी लावांगे, एंटी डंपिंग ड्यूटी। ਜਦੋਂ ਸਬਸਿਡੀਆਂ ਦਾ ਮਸਲਾ ਨਾ ਹੋਵੇ, ਦੂਜੇ ਦੇਸ਼ 'ਚ ਸਮਾਨ ਵੈਸੇ ਹੀ ਸਸਤਾ ਹੋਵੇ ਤੇ ਉਹ ਤੁਹਾਡੇ ਦੇਸ਼ 'ਚ ਵੀ ਸਸਤਾ ਵੇਚਣ ਤੇ ਭਾਰਤ ਦੀ ਸਰਕਾਰ ਕਵੇ ਕਿ ਘੱਟੋ ਘੱਟ ਇਹ ਇੰਡੀਆ 'ਚ ਉਨੇ ਦਾ ਤਾਂ ਵਿਕੇ ਜਿੰਨੇ ਦਾ ਸਾਡਾ ਵਿਕਦਾ ਹੈ, ਫਿਰ ਜਾ ਕੇ ਕਸਟਮਰ ਕਹੂਗਾ ਮੈਂ ਇੰਡੀਆ ਦਾ ਸਮਾਨ ਲੈਣਾ ਕਿ ਬਾਹਰਲਾ। ਤੇ ਭਾਰਤ ਸਰਕਾਰ ਤੇ ਹਮੇਸ਼ਾ ਚਾਹੁੰਦੀ ਆ ਕਿ ਸਾਡਾ ਸਮਾਨ ਜ਼ਿਆਦਾ ਵਿਕੇ ਕਿਉਂਕਿ ਜਿੰਨਾ ਭਾਰਤ ਦਾ ਸਮਾਨ ਵਿਕੂਗਾ ਉਨਾ ਭਾਰਤ ਦਾ ਕਿਸਾਨ ਜ਼ਿਆਦਾ ਖੁਸ਼ਹਾਲ ਹੋਊਗਾ, ਉਨਾ ਉਹ ਵੱਧ ਕਮਾਊਗਾ, ਜਿੰਨਾ ਵੱਧ ਕਮਾਊਗਾ ਉਨਾ ਵੱਧ ਟੈਕਸ ਪੇ ਕਰੂਗਾ। ਇਟ ਮੀਨਸ ਇਹ ਵੀ ਗੱਲ ਸਾਨੂੰ ਸਮਝ ਆ ਗਈ ਕਿ ਐਂਟੀ ਡੰਪਿੰਗ ਡਿਊਟੀ ਉਦੋਂ ਲੱਗਦੀ ਆ ਜਦੋਂ ਬਾਹਰਲਾ ਬੰਦਾ ਇੰਡੀਆ 'ਚ ਸਸਤਾ ਸਮਾਨ ਵੇਚੇ ਤੇ ਉਹਦਾ ਸਮਾਨ ਸੱਚਿਓ ਹੀ ਸਸਤਾ ਹੋਵੇ, ਉਹਨੂੰ ਕੋਈ ਸਬਸਿਡੀ ਦੇ ਕੇ ਸਸਤਾ ਨਹੀਂ ਕੀਤਾ, ਸੱਚਿਓ ਹੀ ਸਸਤਾ ਹੋਵੇ ਤੇ ਉਹ ਸਸਤੇ ਦੇ ਚੱਕਰ 'ਚ ਇੰਡੀਆ 'ਚ ਲਗਾਤਾਰ ਸਮਾਨ ਸਿੱਟੀ ਜਾਂਦੇ ਹੋਣ, ਡੰਪ ਕਰਦੇ ਹੋਣ, ਉਹਨੂੰ ਰੋਕਣ ਵਾਸਤੇ ਜਿਹੜੀ ਡਿਊਟੀ ਕੰਮ ਆਉਂਦੀ ਉਹਨੂੰ ਕੀ ਕਹਿੰਦੇ ਆਪਾਂ ਐਂਟੀ ਡੰਪਿੰਗ। ਸਾਫ਼ ਲਿਖਿਆ ਹੈ ਕਿ ਐਂਟੀ ਡੰਪਿੰਗ ਡਿਊਟੀ ਦੂਜੇ ਦੇਸ਼ਾਂ ਤੋਂ ਇੰਪੋਰਟ ਹੋਣ ਤੇ ਲਗਾਈ ਗਈ ਟੈਕਸ ਹੈ ਜਿਸ ਦੀ ਕੀਮਤ ਘਰੇਲੂ ਬਾਜ਼ਾਰ ਸਮਾਨ ਵਿੱਚ ਉਚਿਤ ਬਾਜ਼ਾਰ ਮੁੱਲ ਤੋਂ ਘੱਟ ਹੁੰਦੀ ਆ। ਚਾਈਨਾ ਦੀ ਚੀਜ਼ ਇੰਡੀਆ 'ਚ ਸਸਤੀ ਆ, ਜਦੋਂ ਸਰਕਾਰ ਇਹ ਮੰਨਦੀ ਹੈ ਕਿ ਘਰੇਲੂ ਬਾਜ਼ਾਰ ਜਿਹੜਾ ਇੰਡੀਆ ਦਾ ਬਾਜ਼ਾਰ ਆ ਉੱਥੇ ਘੱਟ ਕੀਮਤਾਂ ਕਰਕੇ ਬਾਹਰਲੇ ਦੇਸ਼ ਦਾ ਸਮਾਨ ਇੰਡੀਆ 'ਚ ਬਹੁਤ ਜ਼ਿਆਦਾ ਡਿੱਗ ਰਿਹਾ ਆ ਕਿ ਡੰਪ ਹੋ ਰਿਹਾ ਹੈ, ਤਾਂ ਉਸ ਡੰਪਿੰਗ ਨੂੰ ਰੋਕਣ ਵਾਸਤੇ ਫਿਰ ਇੱਕ ਡਿਊਟੀ ਲਾਈ ਜਾਂਦੀ ਹੈ, ਇੱਕ ਟੈਕਸ ਲਾਇਆ ਜਾਂਦਾ ਹੈ। ਉਸ ਟੈਕਸ ਨੂੰ ਕੀ ਕਿਹਾ ਜਾਂਦਾ ਹੈ? ਐਂਟੀ ਡੰਪਿੰਗ। ਕੀ ਕਿਹਾ ਜਾਂਦਾ ਹੈ? ਐਂਟੀ ਡੰਪਿੰਗ ਡਿਊਟੀ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਕਲੀਅਰ ਹੈ ਕਨਸੈਪਟ? ਫਿਰ ਅੱਗੇ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਨਫਿਊਜ਼ ਨਾ ਹੋ ਜਿਓ। ਐਂਟੀ ਡੰਪਿੰਗ ਤਾਂ ਲੱਗਦੀ ਆ ਕਿ ਜੇ ਵਾਕਈ ਦੂਜੇ ਦੇਸ਼ ਦਾ ਸਮਾਨ ਸਾਡੇ ਦੇਸ਼ 'ਚ ਸਸਤਾ ਹੈ, ਤੇ ਕਾਊਂਟਰ ਵੇਲਿੰਗ ਡਿਊਟੀ ਤਾਂ ਲੱਗਦੀ ਆ ਜੇ ਦੂਜਾ ਦੇਸ਼ ਜਾਣਬੁੱਝ ਕੇ ਆਪਣਾ ਸਮਾਨ ਸਸਤਾ ਕਰ ਲੇ। ਕਿਵੇਂ ਭਲਾ? ਆਪਣੇ ਦੇਸ਼ 'ਚ ਕੀ ਦੇ ਕੇ? ਸਬਸਿਡੀ ਦੇ ਕੇ। ਫਿਰ ਕਿਹੜੀ ਲੱਗਦੀ ਹੈ ਭਲਾ? ਕਾਊਂਟਰ ਵੇਲਿੰਗ। ਕਿਹੜੀ ਲੱਗਦੀ ਹੈ ਫਿਰ? ਕਾਊਂਟਰ ਵੇਲਿੰਗ। ਆ ਦੋ ਪ੍ਰਕਾਰ ਦੀਆਂ ਡਿਊਟੀਆਂ ਦਾ ਮੈਂ ਜ਼ਿਕਰ ਕੀਤਾ। ਇਸ ਤੋਂ ਬਿਨਾਂ ਆਹ ਲਓ ਜੀ, ਇਹ ਛੋਟੇ ਛੋਟੇ ਟੈਕਸ ਆ। ਕਸਟਮ ਡਿਊਟੀ ਦੇ ਉੱਪਰ ਇੱਕ ਛੋਟਾ ਜਿਹਾ ਟੈਕਸ ਲੱਗਦਾ ਹੈ, ਸੋਸ਼ਲ ਵੈਲਫੇਅਰ ਚਾਰਜ। ਇਹ ਤਾਂ ਲੱਗਦਾ ਹੈ ਕਿ ਬਈ ਇਹਦਾ ਪੈਸਾ ਜਿਹੜਾ ਹੈ ਉਹ ਸਮਾਜ 'ਚ ਖੁਸ਼ਹਾਲੀ ਵਾਸਤੇ ਵਰਤਿਆ ਜਾ ਸਕਦਾ ਹੈ। ਬਹੁਤੀ ਗੱਲ ਨਹੀਂ ਗੀ। ਅੱਗੇ ਆਪਣੇ ਕੋਲ ਆ ਗਿਆ ਸਭ ਤੋਂ ਇੰਪੋਰਟੈਂਟ ਗੱਲ, ਇੰਟੀਗ੍ਰੇਟਡ GST। ਕੀ ਨਾਮ ਆ ਜੀ? ਇੰਟੀਗ੍ਰੇਟਡ GST। ਬਹੁਤ ਧਿਆਨ ਨਾਲ ਸੁਣਿਓ। ਦੇਖੋ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ। ਕਹਿੰਦਾ ਜੀ ਮੈਂ ਹੁਣੇ ਇੱਕ ਗੱਲ ਦੱਸੀ ਸੀ ਤੁਹਾਨੂੰ ਕਸਟਮ ਡਿਊਟੀ ਦੀ। ਕਸਟਮ ਡਿਊਟੀ ਇੱਕ ਤਾਂ ਬੇਸਿਕ ਆ, ਉਹਦਾ ਕੀ ਨਾਮ ਆ? ਬੇਸਿਕ ਕਸਟਮ ਡਿਊਟੀ ਆਹੀ ਆ। ਇਹਦੇ ਤੇ ਜੇ ਦੂਜਾ ਦੇਸ਼ ਆਪਣੇ ਦੇਸ਼ 'ਚ ਸਬਸਿਡੀ ਲਾਊਗਾ ਤੇ ਭਾਰਤ ਉਹਦੇ ਅਗੇਂਸਟ ਕਿਹੜੀ ਡਿਊਟੀ ਲਾ ਦੂਗਾ? CVD, ਕਾਊਂਟਰ ਵੇਲਿੰਗ ਡਿਊਟੀ ਆਹੀ ਆ। ਜੇ ਬਾਹਰਲਾ ਦੇਸ਼ ਸਸਤਾ ਸਾਡੇ ਦੇਸ਼ 'ਚ ਸਮਾਨ ਸੁੱਟੂਗਾ ਉਹਦੇ ਤੇ ਕੀ ਲਾ ਦੂਗਾ? ਐਂਟੀ ਡੰਪਿੰਗ। ਠੀਕ ਆ। ਆਹ ਤਾਂ ਕਸਟਮ ਡਿਊਟੀ ਆ, ਇਹ ਤਾਂ ਕਿਸੇ 'ਚ ਮਰਜ਼ ਨਹੀਂ ਹੋਈ। ਪਰ ਜਿਹੜੀਆਂ ਉੱਪਰਲੀਆਂ ਕਾਊਂਟਰ ਵੇਲਿੰਗ ਤੇ ਐਡੀਸ਼ਨਲ ਆ ਜਿਹੜੀ, ਅਸਲ 'ਚ ਇਹਨੂੰ ਅਸੀਂ ਕਿਹਦੇ 'ਚ ਮਰਜ਼ ਕਰਤਾ ਹੈ? GST 'ਚ। ਮਤਲਬ ਜਿੰਨੀ ਡਿਊਟੀ ਇਸ ਤੋਂ ਉੱਪਰ ਲੱਗੂਗੀ ਬੇਸਿਕ ਤੋਂ, ਉਹ ਭਾਰਤ ਦੀ ਸੈਂਟਰ ਸਰਕਾਰ ਸੂਬਿਆਂ ਨਾਲ ਸ਼ੇਅਰ ਕਰੂਗੀ ਕਿਉਂਕਿ ਜਿਹੜੀ ਚੀਜ਼ GST ਦਾ ਪਾਰਟ ਹੋਗੀ ਉਹਨੂੰ ਤਾਂ ਸੈਂਟਰ ਸਟੇਟਾਂ ਨਾਲ ਕੀ ਕਰੂਗਾ ਭਲਾ? ਸ਼ੇਅਰ। ਤੇ ਸਟੇਟ ਕਿਹਦੇ ਨਾਲ ਸ਼ੇਅਰ ਕਰੂਗਾ? ਬਰਾਬਰ ਬਰਾਬਰ ਸੈਂਟਰ ਨਾਲ। ਹੁਣ ਤੁਸੀਂ ਕੀ ਕਹੋਗੇ? ਇਸ ਕਸਟਮ ਡਿਊਟੀ ਦਾ ਨਾਮ ਪਤਾ ਕੀ ਆ? ਜਿਹੜੀ ਕਸਟਮ ਡਿਊਟੀ ਆ, ਆਹ ਸੁਣੋ ਦੇਖੋ, ਆਹ ਕਸਟਮ ਡਿਊਟੀ ਆ। ਕਹਿੰਦੇ ਬੇਸਿਕ ਕਸਟਮ ਡਿਊਟੀ ਦਾ ਨਾਮ ਤੇ ਅੱਜ ਵੀ ਬੇਸਿਕ ਕਸਟਮ ਡਿਊਟੀ ਆ। ਉਹ ਬੇਸਿਕ ਕਸਟਮ ਡਿਊਟੀ ਦਾ ਨਾਮ ਕੀ ਆ ਜੀ ਅੱਜ? ਬੇਸਿਕ ਕਸਟਮ ਡਿਊਟੀ। ਇਹ ਅੱਜ ਵੀ ਸੈਂਟਰ ਦੀ ਆ। ਆਹ ਜਿਹੜੀਆਂ ਇਸ ਤੋਂ ਬਿਨਾ ਕਾਊਂਟਰ ਵੇਲਿੰਗ, ਐਂਟੀ ਡੰਪਿੰਗ, ਇਹਨਾਂ ਸਾਰੀਆਂ ਦਾ ਨਾਮ ਬਦਲ ਕੇ ਰੱਖਿਆ ਗਿਆ ਕੀ ਭਲਾ? GST। ਕੀ ਨਾਮ ਆ ਜੀ ਇਹਦਾ? GST। ਸਪੋਜ਼ ਕਰੋ ਭਾਰਤ ਨੂੰ ਪਤਾ ਲੱਗਾ ਕਿ ਭਾਰਤ ਦੇ ਵਿੱਚ ਇੱਕ ਚਾਈਨਾ ਦੀ ਚੀਜ਼ ਤੇ ਟੈਕਸ ਲੱਗਦਾ ਹੈ 20%। ਕੀ ਲੱਗਦਾ ਹੈ? 20%। ਉਹਨਾਂ ਨੇ ਆਪਣੇ ਦੇਸ਼ 'ਚ ਸਾਡਾ ਸਮਾਨ ਆਪਣਾ ਸਮਾਨ ਸਸਤਾ ਕਰਕੇ ਸਾਡੇ ਦੇਸ਼ 'ਚ ਵੇਚਿਆ। ਉਹਨਾਂ ਨੇ ਆਪਣੇ ਕਿਸਾਨਾਂ ਨੂੰ 12% ਸਬਸਿਡੀ ਦਿੱਤੀ ਆ ਤੇ ਭਾਰਤ ਸਰਕਾਰ ਨੇ ਇਹਦੇ ਤੇ 12% ਹੋਰ ਟੈਕਸ ਲਾਤਾ ਐਂਟੀ ਡੰਪਿੰਗ ਦੇ ਉਹਦੇ ਨਾਮ ਤੇ, ਕਾਊਂਟਰ ਵੇਲਿੰਗ ਦੇ ਨਾਮ ਤੇ। ਆਹ 20% ਜਿਹੜਾ ਹੈ ਇਹ ਬੇਸਿਕ ਕਸਟਮ ਡਿਊਟੀ ਆ, ਇਹ ਤਾਂ ਲੱਗਣੀ ਆ। ਇਹ ਤਾਂ ਜਾਊਗੀ ਕਿਹਦੇ ਕੋਲ ਭਲਾ? ਸੈਂਟਰ ਕੋਲ। ਆਹ ਜਿਹੜੀ ਵਾਧੂ ਦੇ ਆ, ਇਹ ਬਾਹਰਲਾ ਹਿੱਸਾ ਜਿਹੜਾ 12%, ਇਹ ਸੈਂਟਰ ਦਾ ਉਹ ਨਹੀਂਗਾ, ਕਸਟਮ ਡਿਊਟੀ ਨਹੀਂਗੀ। ਜਿਹੜੀ ਬੇਸਿਕ ਡਿਊਟੀ ਨੂੰ ਛੱਡ ਕੇ ਬਾਕੀ ਡਿਊਟੀ ਆ ਨਾ, ਉਹਦਾ ਨਾਮ ਹੁਣ ਕਾਊਂਟਰ ਵੇਲਿੰਗ ਜਾਂ ਐਂਟੀ ਡੰਪਿੰਗ ਨਹੀਂ ਰਿਹਾ। ਹੁਣ ਇਹਨੂੰ ਸਾਰਿਆਂ ਨੂੰ ਇੱਕ ਟੈਕਸ ਕਹਿਣ ਲੱਗ ਪਿਆ, ਇੰਟੀਗ੍ਰੇਟਡ GST। ਕੀ ਕਹਿਣ ਲੱਗ ਪਿਆ? ਕੀ ਕਹਿਣ ਲੱਗ ਪਿਆ ਆਪਾਂ ਇਹਨੂੰ? ਇੰਟੀਗ੍ਰੇਟਡ GST। ਵਟ ਇਜ਼ ਦਿਸ ਇੰਟੀਗ੍ਰੇਟਡ GST? ਇੱਕ ਦੇਸ਼ ਦਾ, ਚਾਈਨਾ ਮੰਨ ਲਓ, ਚਾਈਨਾ ਦਾ ਸਮਾਨ ਦਿੱਲੀ ਏਅਰਪੋਰਟ ਤੇ ਉਤਰਿਆ ਤੇ ਦੇਖਿਆ ਕਿ ਨਾ ਤਾਂ ਉਹ ਸਮਾਨ ਸਸਤਾ ਹੈ ਤੇ ਦੂਜੀ ਗੱਲ ਨਾ ਹੀ ਉਹਦੇ ਤੇ ਕੋਈ ਸਬਸਿਡੀ ਲਾਈ ਸੀ। ਭਾਰਤ ਨੇ ਚੁੱਪ ਕਰਕੇ ਉਹਦੇ ਤੇ 20% ਕਸਟਮ ਡਿਊਟੀ ਲਾਈ ਤੇ 20 ਰੁਪਏ ਕਿਹਦੀ ਜੇਬ 'ਚ ਗਏ? ਮੋਦੀ ਜੀ ਕੇ ਭਗਵੰਤ ਮਾਨ? ਮੋਦੀ।
फिर एक अगले दिन फिर समान उतरिया तो पता लग्या कि इस समान चों कुछ समान इहो जाए या सारा ही समान इहो जाए जिहदे ते इन्हां ने अपने देश 'च सबसिडी दे के इहनूं इंडिया 'च सस्ता करके भेजिया है। भारत ने उहदे ते 20 रुपए तो लै ली, 100 रुपए का समान सी, 20 रुपए या 20% तो लै ली, उत्ते किहड़ी ड्यूटी भला बेसिक ड्यूटी, तो उपरों उन्होंने अपने देश की दे रखी सी भला सबसिडी। सबसिडी नूं काउंटर करने वास्ते इंडिया 'च किहड़ा टैक्स आ काउंटर वेलिंग, उहदे ते भारत सरकार ने 5% लै ली काउंटर वेलिंग ड्यूटी जां 12% किहड़ी लै ली भला काउंटर वेलिंग। 20% ਦਾ ਸੈਂਟਰ ਕੋਲ ਗਿਆ ਕਿਉਂਕਿ ਉਹ ਕਸਟਮ ਆ। ਇਹ 12% ਕੀ ਆ 12% ਨੂੰ ਪਹਿਲੇ ਜ਼ਮਾਨੇ 'ਚ ਤਾਂ ਕਹਿੰਦੇ ਸੀ ਕਾਊਂਟਰ ਵੇਲਿੰਗ, ਅੱਜ ਇਹਨੂੰ ਕਾਊਂਟਰ ਵੇਲਿੰਗ ਡਿਊਟੀ ਨਹੀਂ ਕਹਿੰਦੇ, ਅੱਜ ਇਹਨੂੰ ਕਹਿੰਦੇ IGST। ਕੀ ਕਹਿੰਦੇ ਆ ਇੰਟੀਗ੍ਰੇਟਡ GST। ਸੈਂਟਰ ਤੇ ਸਟੇਟਾਂ ਨੇ ਬੈਠ ਕੇ ਇੱਕ ਸਮਝੌਤਾ ਕੀਤਾ ਹੋਇਆ ਪੁਰਾਣਾ। ਉਹ ਸਮਝੌਤਾ ਪਤਾ ਕੀ ਕਹਿੰਦਾ ਹੈ ਕਿ ਬਈ ਤੁਸੀਂ ਆਪਣਾ ਜਿਹੜਾ ਕਸਟਮ ਡਿਊਟੀ ਆ ਇਹ ਸੈਂਟਰ ਨੂੰ ਕਹਿੰਦੇ ਤੁਸੀਂ ਆਪ ਹੀ ਰੱਖੋ, ਪਰ ਜਿਹੜਾ ਕਸਟਮ ਡਿਊਟੀ ਦੇ ਉੱਪਰਲਾ ਹਿੱਸਾ ਹੈ ਜਿਹਨੂੰ ਆਪਾਂ ਕੀ ਕਹਿੰਦੇ ਆ ਭਲਾ ਕਾਊਂਟਰ ਵੇਲਿੰਗ ਪਲੱਸ ਸੇਫਗਾਰਡ ਪਲੱਸ ਫਲਾਣੀ ਪਲੱਸ ਐਜੂਕੇਸ਼ਨ ਸੈਸ ਪਲੱਸ ਐਂਟੀ ਡੰਪਿੰਗ ਸਾਰੀਆਂ ਜਿੰਨੀਆਂ ਬੇਸਿਕ ਡਿਊਟੀ ਨੂੰ ਛੱਡ ਕੇ ਬਾਹਰਲੀਆਂ ਸਾਰੀਆਂ ਡਿਊਟੀਆਂ ਹੈ ਅੱਜ ਤੋਂ ਬਾਅਦ ਇਹਨਾਂ ਨੂੰ ਵੱਖਰੇ ਵੱਖਰੇ ਨਾਮ ਨਾਲ ਨਹੀਂ ਬੁਲਾਇਆ ਜਾਊਗਾ। ਅੱਜ ਤੋਂ ਬਾਅਦ ਇਹਨਾਂ ਨੂੰ ਕਿਹਾ ਜਾਊਗਾ ਇੰਟੀਗ੍ਰੇਟਡ GST। ਕੀ ਕਿਹਾ ਜਾਊਗਾ ਇੰਟੀਗ੍ਰੇਟਡ GST। ਇਹ ਸੈਂਟਰ ਸਾਰੀਆਂ ਸਟੇਟਾਂ ਨਾਲ ਵੰਡੂਗੀ। ਕਿਹਦੇ ਨਾਲ ਵੰਡੂਗੀ ਇਹ ਸਮਾਨ ਇਹ ਟੈਕਸ ਸੈਂਟਰ ਸਾਰੀਆਂ ਸਟੇਟਾਂ ਨਾਲ ਵੰਡੂਗੀ। ਇਟ ਮੀਨਸ ਪੰਜਾਬ ਨਾਲ ਵੀ ਵੰਡੂਗੀ ਤੇ ਹਰਿਆਣੇ ਨਾਲ ਵੀ ਨਹੀਂ। ਇਹ ਜਿਹੜਾ ਸਮਾਨ ਦਿੱਲੀ 에ਅਰਪੋਰਟ ਤੇ ਉਤਰਿਆ ਹੈ ਤੇ ਇਹਦੇ ਤੇ ਐਂਟੀ ਡੰਪਿੰਗ ਲੱਗੀ ਆ। ਇਹ ਮੰਨ ਲਓ 4 ਕੋਕੇ ਕੋਲੇ ਦੀਆਂ ਬੋਤਲਾਂ ਹੈ। ਕਿਹਦੀਆਂ ਬੋਤਲਾਂ ਹੈ 4 ਕੋਕ ਦੀਆਂ ਬੋਤਲਾਂ ਹੈ। ਇਹ 4 ਕੋਕ ਦੀਆਂ ਬੋਤਲਾਂ ਅੱਗੇ ਜਾ ਕੇ ਗੁਜਰਾਤ 'ਚ ਵਿਕੀਆਂ। ਕਿੱਥੇ ਵਿਕੀਆਂ ਗੁਜਰਾਤ 'ਚ। ਤਾਂ ਜਿਹੜੀ ਸੈਂਟਰ ਆ ਉਹ ਜਿਹੜਾ ਬੇਸਿਕ ਡਿਊਟੀ ਤਾਂ ਆਪ ਹੀ ਰੱਖੂਗੀ, ਆ ਜਿਹੜਾ ਉੱਪਰੋਂ ਇਕੱਠੀ ਹੋਈ ਹੈ ਡਿਊਟੀ ਇਹ ਡਿਊਟੀ ਸੈਂਟਰ ਸਰਕਾਰ ਕਿਹਦੇ ਨਾਲ ਵੰਡੂਗੀ ਗੁਜਰਾਤ ਨਾਲ ਕਿ ਕਿਸੇ ਨਾਲ ਵੀ ਨਹੀਂ ਕਿ ਸਾਰੀਆਂ ਸਟੇਟਾਂ ਨਾਲ। GST ਦਾ ਰੂਲ ਆ ਕਿ ਜਿਹੜਾ ਵੀ GST ਇਕੱਠਾ ਹੋਊਗਾ ਕਿਸੇ ਵੀ ਪ੍ਰਕਾਰ ਦਾ ਉਹ 2 ਜਣਿਆਂ 'ਚ ਵੰਡਿਆ ਜਾਊਗਾ, ਇੱਕ ਸੈਂਟਰ ਸਰਕਾਰ 'ਚ ਤੇ ਪਲੱਸ ਉਸ ਸਟੇਟ 'ਚ ਜਿਹੜੀ ਸਟੇਟ 'ਚੋਂ ਵਿਕਿਆ ਹੈ। ਮੇਰੀ ਗੱਲ ਸਮਝ ਗਏ। ਇਹਦਾ ਮਤਲਬ ਆ ਜਿਹੜੀ ਮੈਂ ਅੱਜ ਤੋਂ ਬਾਅਦ ਤੁਹਾਨੂੰ ਅੱਜ ਚੀਜ਼ ਪੜ੍ਹਾਈ ਹੈ ਨਾ ਕਾਊਂਟਰ ਵੇਲਿੰਗ ਡਿਊਟੀ ਐਂਟੀ ਡੰਪਿੰਗ ਡਿਊਟੀ ਸੇਫਗਾਰਡ ਡਿਊਟੀ ਬੇਸਿਕ ਨੂੰ ਛੱਡ ਕੇ ਬਾਕੀ ਸਾਰੀਆਂ ਡਿਊਟੀਆਂ ਨੂੰ ਮਰਜ ਕਰਕੇ ਉਹਨਾਂ ਦਾ ਇੱਕੋ ਹੀ ਨਾਮ ਰੱਖ ਦਿੱਤਾ ਗਿਆ। ਕੀ ਭਲਾ IGST। ਕੀ ਨਾਮ ਰੱਖਿਆ ਹੈ ਇੰਟੀਗ੍ਰੇਟਡ GST। ਵਟ ਇਜ਼ ਇੰਟੀਗ੍ਰੇਟਡ GST ਬੇਸਿਕਲੀ ਇਹ ਇੱਕ ਕਸਟਮ ਡਿਊਟੀ ਹੀ ਆ, ਪਰ ਇਹ ਕਸਟਮ ਡਿਊਟੀ ਦੇ ਉੱਪਰ ਲੱਗਣ ਵਾਲੀ ਡਿਊਟੀ ਆ ਜਿਹੜੀ ਇਸ ਕਰਕੇ ਲੱਗਦੀ ਆ ਕਿ ਨਾ ਤਾਂ ਕੋਈ ਸਾਡੇ ਦੇਸ਼ 'ਚ ਸਮਾਨ ਨੂੰ ਡੰਪ ਕਰ ਸਕੇ, ਨਾ ਹੀ ਸਬਸਿਡੀ ਦੇ ਕੇ ਵੇਚ ਸਕੇ ਤੇ ਨਾ ਹੀ ਸਾਡੇ ਦੇਸ਼ ਦਾ ਸਮਾਨ ਜੇ ਸਾਡੇ ਦੇਸ਼ 'ਚ ਲੋੜ ਆ ਉਹਨੂੰ ਕੋਈ ਬਾਹਰ ਵੇਚ ਸਕੇ। ਅਦਰਵਾਈਜ਼ ਸੇਫਗਾਰਡ ਡਿਊਟੀ ਪੜ੍ਹਾਈ ਹੈ ਨਾ ਮੈਂ। ਇਹ ਸਾਰੀਆਂ ਡਿਊਟੀਆਂ ਜਿਹੜੀਆਂ ਨੇ ਸੇਫਗਾਰਡ ਡਿਊਟੀ ਐਂਟੀ ਡੰਪਿੰਗ ਡਿਊਟੀ ਤੇ ਤੀਜੀ ਕਿਹੜੀ ਪੜ੍ਹਾਈ ਹੈ ਮੈਂ ਆਪਣੀ ਕਾਊਂਟਰ ਵੇਲਿੰਗ ਡਿਊਟੀ। ਇਹ ਸਾਰੀਆਂ ਡਿਊਟੀਜ਼ ਜਿਹੜੀਆਂ ਬੇਸਿਕ ਨੂੰ ਛੱਡ ਦਈਏ ਤੇ ਬਾਕੀ ਸਾਰੀਆਂ ਜਿਹੜੀਆਂ ਨੇ ਇਹ GST ਦਾ ਪਾਰਟ ਆ। ਤੇ ਇਹ ਜਿਹੜਾ GST ਇੱਥੇ ਲੱਗਦਾ ਹੈ ਉਹਦਾ ਨਾਮ IGST ਆ। ਉਹਦਾ ਨਾਮ IGST ਕਿਉਂ ਆ ਇਹ ਮੈਂ ਅੱਗੇ ਜਾ ਕੇ ਦੱਸੂਗਾ। ਗੱਲ ਪੱਲੇ ਪੈ ਗਈ। ਪਤਾ ਲੱਗ ਗਿਆ ਨਾ ਸਾਰਿਆਂ ਨੂੰ ਕਿ ਵਟ ਇਜ਼ IGST। ਘਰੇ ਜਾ ਕੇ ਇਸ ਲੈਕਚਰ ਨੂੰ 2 ਵਾਰ ਸੁਣਿਓ, ਵਜ੍ਹਾ ਇਹ ਐਕਸਾਈਜ਼ ਦੇ ਪੇਪਰ 'ਚ ਵੀ ਆਉਣਾ ਹੈ ਤੇ ਆਪਾਂ ਬਹੁਤ ਡਿਟੇਲ 'ਚ ਪੜ੍ਹਨਾ ਇਹ ਚੀਜ਼ ਕਿਉਂਕਿ ਬਹੁਤ ਬਰੀਕੀ ਨਾਲ ਸਵਾਲ ਪਿਛਲੀ ਵਾਰ ਐਕਸਾਈਜ਼ ਦੇ ਪੇਪਰ 'ਚ ਆ ਗਏ ਸੀ ਤੇ ਉਸ ਲੈਵਲ ਤੇ ਤਾਂ ਘੱਟੋ ਘੱਟ ਸਾਨੂੰ ਇਹ ਪੜ੍ਹਨਾ ਪੈਣਾ ਹੈ। ਇਹ GST ਦਾ ਜਿਹੜਾ ਇਹ ਟੈਕਸ ਬੇਸਿਕ ਡਿਊਟੀ ਤੋਂ ਉੱਪਰ ਲਾਏ ਇਹਦਾ ਨਾਮ ਕੀ ਰੱਖਤਾ ਲੋਕਾਂ ਨੇ ਹੁਣ ਭਲਾ IGST। IGST ਕਿਉਂ ਕਹਿੰਦੇ ਆ ਬਾਅਦ ਦੀ ਗੱਲ ਆ, ਫਿਲਹਾਲ ਕਹਾਣੀ ਸਮਝ ਆ ਗਈ। ਨੈਕਸਟ ਅੱਗੇ ਆ ਜਾਓ। ਆ ਦੇਖੋ ਜੀ ਇੱਕ ਸੋਸ਼ਲ ਵੈਲਫੇਅਰ ਟੈਕਸ ਆ, ਇਹ ਦੱਸਣ ਦੀ ਲੋੜ ਹੀ ਨਹੀਂ, ਕੁਛ ਨਹੀਂ ਹੈਗਾ। ਇੱਕ ਕੰਪਨਸੇਸ਼ਨ ਸੈਸ ਆ, ਠੀਕ ਆ। ਕੰਪਨਸੇਸ਼ਨ ਸੈਸ ਕੀ ਆ ਬੜੇ ਧਿਆਨ ਨਾਲ ਸਮਝਿਓ, ਠੀਕ ਆ। ਇਹ ਵੈਸੇ ਆਪਣੇ ਪੜ੍ਹਨ ਦੀ ਲੋੜ ਨਹੀਂ ਹੈਗੀ ਕੰਪਨਸੇਸ਼ਨ ਸੈਸ, ਇਹ ਮੈਂ ਅੱਗੇ ਜਾ ਕੇ ਪੜ੍ਹਾਊਂਗਾ। ਵੈਸੇ ਵੀ ਇਹ ਜਿਹੜਾ ਕੰਪਨਸੇਸ਼ਨ ਸੈਸ ਆ ਨਾ ਇਹ ਐਡਾ ਕੋਈ ਇੰਪੋਰਟੈਂਟ ਕੰਟਰੋਵਰਸ਼ੀਅਲ ਟੌਪਿਕ ਆ। ਭਗਵੰਤ ਮਾਨ ਹੁਣਾਂ ਨੂੰ ਟੈਨਸ਼ਨ ਪੈ ਚੁੱਕੀ ਆ ਸਟੇਟਾਂ ਨੂੰ। ਕਿਸੇ ਟਾਈਮ ਤੱਕ ਕੰਪਨਸੇਸ਼ਨ ਸੈਸ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਹੁਣ ਭਾਰਤ ਸਰਕਾਰ ਇਹ ਕੰਪਨਸੇਸ਼ਨ ਸੈਸ ਬੰਦ ਕਰਨ ਜਾ ਰਹੀ ਆ। मैं जरूर समझाऊंगा कि वट इज़ दिस कंपनसेशन सैस। असल 'ਚ गलत लिखिया गया, ये GST वाले चैप्टर 'ਚ आना चाहिए सी, इत्थे नहीं सी होना चाहिए कंपनसेशन सैस। ये उत्थे ही पढ़ाऊंगा मैं। नैक्सट अगे आ गया कस्टम हैंडलिंग फीस, ठीक है। कस्टम ड्यूटी के नाल भारत सरकार कस्टम की हैंडलिंग वास्ते, कस्टम हैंडलिंग मतलब टैक्स इकट्ठा करने वास्ते जो खर्चा आता वो हैंडलिंग वास्ते कस्टम हैंडलिंग की फीस तो कस्टम चार्ज के नाल 1% वाधू वसूल करती है, ठीक है ना, ताकि उहदे नाल भारत सरकार जिन्ना भी विच खर्चा होया कस्टम इकट्ठा करन च उहदा भरपूर कर सके, उहनूं खर्च किया जा सके, ठीक है। सो जे कोई मैनूं पुछे कि जी 2022 च फरवरी च करंट वो आया सीगा इकनॉमिक सर्वे, आ 2005 का बजट आया सी भारत सरकार का। भारत सरकार के इस साल के बजट च कस्टम ड्यूटी वधी आ, बाहरों आउण वालीआं चीज़ां दे टैक्स वधे आ कि घटे आ तुहाडे सामणे ही आ।
ਸਾਹਮਣੇ ਕੀ ਆ ਕਿ ਭਾਰਤ 'ਚ ਕਸਟਮ ਡਿਊਟੀ ਜਿਹੜੀ ਆ ਉਹਨੂੰ ਪਹਿਲਾਂ 10% ਸੀ, ਵਧਾ ਕੇ ਕਿੰਨਾ ਕਰਤਾ ਜੀ ਹੁਣ 20%। ਸਿੱਧੀ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਮਹਿੰਗੀਆਂ ਕਰਤੀਆਂ। ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸਸਤੀਆਂ ਕੀਤੀਆਂ, ਜਿਵੇਂ ਸਿੰਗਲ ਤੇ ਮਲਟੀਪਲ ਲਾਊਡ ਸਪੀਕਰ ਜਿਹੜੀ ਆ ਉਹਨਾਂ ਤੇ ਕਸਟਮ ਡਿਊਟੀ ਜਿਹੜੀ ਆ ਉਹ 15% ਤੋਂ ਵਧਾ ਕੇ 20% ਕਰਤੀ ਆ। ਜਿਹੜਾ ਡਾਇਮੰਡ ਵਗੈਰਾ ਹੁੰਦਾ ਹੈ, ਠੀਕ ਆ, ਉਹਨਾਂ ਤੋਂ ਡਿਊਟੀ ਘਟਾਤੀ ਆ। ਤੇ ਉਸ ਤੋਂ ਬਾਅਦ ਆ ਜਿੰਨਾ ਇੰਡੀਆ 'ਚ ਕੈਪੀਟਲ ਗੁੱਡਸ ਆ, ਸਮਾਨ ਪਿਆ ਹੈ, ਉਹਦੇ ਤੇ ਜਿਹੜੀ ਡਿਊਟੀ ਆ ਉਹਨੂੰ ਐਡਜਸਟ ਕੀਤਾ ਗਿਆ ਹੈ। ਕੁੱਲ ਮਿਲਾ ਕੇ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਕੁਛ ਚੀਜ਼ਾਂ ਦੇ ਡਿਊਟੀ ਵਧਾਈ ਗਈ ਆ ਤੇ ਕੁਛ ਚੀਜ਼ਾਂ ਦੇ ਡਿਊਟੀ ਕੀ ਕੀਤੀ ਇਹਨਾਂ ਨੇ, ਘਟਾਈ ਆ, ਪਰ ਓਵਰਆਲ ਡਿਊਟੀ ਵਧਾਈ ਹੋਈ ਗਈ ਆ। ਠੀਕ ਆ, ਕਸਟਮ ਡਿਊਟੀ ਇਸ ਵਾਰ ਕਾਫੀ ਜ਼ਿਆਦਾ ਕਰਤੀ ਆ। ਬਾਹਰੋਂ ਆਉਣ ਵਾਲੀਆਂ ਚੀਜ਼ਾਂ ਤੁਹਾਨੂੰ 2022 ਦੀ 1 ਮਈ ਤੋਂ ਬਾਅਦ, ਕਿੰਨੀ ਤਰੀਕ ਤੋਂ ਬਾਅਦ, 1 ਮਈ 2000, ਕਿਉਂਕਿ ਐਲਾਨ ਤਾਂ ਕਰਤਾ ਸੀ ਫਰਵਰੀ 2022 'ਚ ਹੀ, ਪਰ ਇਹ ਕਿਹਾ ਗਿਆ ਸੀਗਾ ਕਿ ਇਹ ਚੀਜ਼ਾਂ ਤੁਹਾਨੂੰ, ਇਹ ਨਵੀਆਂ ਟੈਕਸ ਸਲੈਬਾਂ ਜਿਹੜੀਆਂ ਕਸਟਮ ਦੀਆਂ ਹੈ ਇਹ 1 ਫਰਵਰੀ 2022 ਤੋਂ ਲਾਗੂ ਹੋਣਗੀਆਂ। ਸੋ ਇਸ ਕਰਕੇ 2022 ਦੀ 1 ਮਈ ਤੋਂ ਇਹ ਟੈਕਸ ਰੇਟ ਜਿਹੜੇ ਆ ਕਸਟਮ ਡਿਊਟੀ ਦੇ ਉਹ ਵੱਧ ਚੁੱਕੇ ਆ। ਪੱਲੇ ਪੈ ਗਈ ਗੱਲ, ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਹੋਣੀ ਚਾਹੀਦੀ ਇਹਦੇ 'ਚ, ਬਹੁਤ ਸਿੰਪਲ ਜੀ ਗੱਲ ਦੱਸੀ ਆ ਮੈਂ। ਠੀਕ ਆ, ਉਸ ਤੋਂ ਬਾਅਦ ਅਗਲੀ ਗੱਲ ਕੀ ਆ, ਜੇ ਤੁਸੀਂ ਕਸਟਮ ਡਿਊਟੀ ਵਾਲਿਆਂ ਦਾ ਪੇਜ ਖੋਲੋਗੇ ਨਾ, ਕਿਹਦਾ ਭਲਾ, ਮਿਨਿਸਟਰੀ ਆਫ ਫਾਈਨਾਂਸ, ਡਿਪਾਰਟਮੈਂਟ ਆਫ ਰੈਵਨਿਊ, ਉਹਦੇ ਅੰਦਰ CBIT ਦਾ ਉੱਥੇ ਇੱਕ ਫੋਲਡ ਉਹ ਬਣਿਆ ਹੋਊਗਾ ਪੋਰਟਲ, ਆਈਸਗੇਟ, ਇੰਡੀਅਨ ਕਸਟਮ ਇਲੈਕਟ੍ਰੋਨਿਕ ਕਮਰਸ ਇਲੈਕਟ੍ਰੋਨਿਕ ਡਾਟਾ ਇੰਟਰਚੇਂਜ, ਇਹਨੂੰ ਕਹਿੰਦੇ ਆ ਆਈਸਗੇਟ। ਰੱਟਾ ਮਾਰ ਲਿਓ, ਪੇਪਰ 'ਚ ਇਹ ਵੀ ਸਵਾਲ ਆ ਸਕਦਾ ਕਿ ਆਈਸਗੇਟ ਦਾ ਸੰਬੰਧ ਕਿਹਦੇ ਨਾਲ ਆ, ਉਹ ਬਈ ਕਿਹੜੇ ਟੈਕਸ ਨਾਲ ਇਕੱਠਾ ਕਰਨ ਵਾਲਾ ਆਈਸਗੇਟ ਦਾ ਸੰਬੰਧ, ਕਸਟਮ ਨਾਲ। ਠੀਕ ਆ, ਕਸਟਮ ਇਕੱਠਾ ਕਰਨ ਵਾਸਤੇ ਜਿਹੜਾ ਟੈਕਸ ਆ ਉਹਨੂੰ ਆਈਸਗੇਟ ਕਿਹਾ ਜਾਂਦਾ ਪੋਰਟਲ ਨੂੰ। ਉਸ ਪੋਰਟਲ ਤੇ ਜਾਓ, ਤੁਸੀਂ ਆਪਣੀ ਕਸਟਮ ਡਿਊਟੀ ਜਿੰਨੀ ਬਣਦੀ ਆ ਤੁਸੀਂ ਆਪਣਾ ਪਿੰਨ ਭਰੋ, GST ਨੰਬਰ ਭਰੋ, ਤੁਹਾਡੀ ਜਿੰਨੀ ਕਸਟਮ ਡਿਊਟੀ ਬਣੂਗੀ ਉਹ ਸਾਰੀ ਉਹਦੇ ਤੇ ਆ ਜਾਊਗੀ ਤੇ ਤੁਸੀਂ ਉਹਨੂੰ ਬੜੇ ਆਸਾਨੀ ਨਾਲ ਫਿਲ ਕਰ ਸਕਦੇ ਹੋ, ਭਰ ਸਕਦੇ ਹੋ। ਆ ਦੱਸੋ ਜੀ, ਗੱਲ ਸਮਝ ਆ ਗਈ, ਕਲੀਅਰ ਹੈ ਕਨਸੈਪਟ। ਸੋ ਆਈਸਗੇਟ ਜਿਹੜਾ ਹੈ ਉਹਦੇ 'ਚ ਸਭ ਕੁਛ ਆ, ਇਲੈਕਟ੍ਰੋਨਿਕ ਫਿਲਿੰਗ ਆਫ ਬਿਲਸ ਵੀ ਆ, ਸ਼ਿਪਿੰਗ ਆਫ ਬਿਲਸ ਵੀ ਆ, ਸਭ ਕੁਛ ਆ। ਬੜੀ ਕਸਟਮਰ ਫਰੈਂਡਲੀ ਜਿਹਾ ਪੋਰਟਲ ਹੈ ਜਿੱਥੇ ਬੜੀ ਆਸਾਨੀ ਨਾਲ ਕੋਈ ਵੀ ਆਪਣੇ ਬਿੱਲ ਭਰ ਸਕਦਾ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਨਾ ਆਵੇ। ਠੀਕ ਆ, ਪੇਪਰ 'ਚ ਆਊਗਾ ਕਿ ਕਸਟਮ ਕਲੈਕਟ ਕਰਨ ਵਾਸਤੇ ਜਿਹੜਾ ਭਾਰਤ 'ਚ ਰੂਲ ਆ, ਉਹ ਜਿਹੜਾ ਪੋਰਟਲ ਆ ਉਹ ਕਿਹੜਾ ਹੈ, ਕਸਟਮ ਕਿਹੜਾ ਪੋਰਟਲ ਆ ਜੀ ਆਪਣੇ ਕੋਲ, ਆਈਸਗੇਟ। ਕਲੀਅਰ ਹੈ ਗੱਲ। ਇਸ ਤੋਂ ਬਿਨਾਂ ਵੀ ਭਾਰਤ 'ਚ ਹੋਰ ਵੀ ਕਈ ਤਰੀਕੇ ਆ, ਪੇਮੈਂਟ ਦੇ ਜਾਂ ਹੋਰ ਕਈ ਤਰੀਕੇ ਆ, ਪਰ ਸਭ ਤੋਂ ਮੇਨ ਜਿਹੜਾ ਪੇਪਰ 'ਚ ਪੁੱਛਿਆ ਜਾਂਦਾ ਉਹ ਕਿਹੜਾ ਭਲਾ, ਆਈਸਗੇਟ। ਸਮਝ ਆ ਗਈ ਇਹ ਗੱਲ, ਕਲੀਅਰ ਹੈ ਕਨਸੈਪਟ। ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ 24/7 ਸਰਵਿਸ ਅਵੇਲੇਬਲ ਹੈ ਇਹਦੀ, ਕਿਸੇ ਦਿਨ ਬੰਦ ਨਹੀਂ ਹੁੰਦਾ, ਤਾਂ ਜੋ ਤੁਸੀਂ ਕਿਸੇ ਵੀ ਦੇਸ਼ 'ਚ ਬੈਠੇ ਹੋ, ਕਿਤੇ ਵੀ ਬੈਠੇ ਹੋ, ਕਿਸੇ ਵੀ ਟਾਈਮ ਤੁਸੀਂ ਆਪਣਾ ਇਹਦੇ ਤੇ ਟੈਕਸ ਜਿਹੜਾ ਹੈ ਉਹ ਪੇ ਕਰ ਸਕਦੇ ਹੋ, ਕਸਟਮ ਡਿਊਟੀ। ਠੀਕ ਆ, ਕਸਟਮ ਡਿਊਟੀ ਨੂੰ ਲੈ ਕੇ ਬੜੀਆਂ ਛੋਟੀਆਂ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ। ਕਸਟਮ ਡਿਊਟੀ ਕਿੰਨੇ ਪ੍ਰਕਾਰ ਦੀ ਹੁੰਦੀ ਆ, ਕਸਟਮ ਕਿਵੇਂ ਲੱਗਦਾ ਹੈ, ਕਿਹੜੇ ਐਕਟ ਦੇ ਤਹਿਤ ਲੱਗਦਾ ਹੈ ਤੇ ਕੀ ਹਿਸਾਬ ਕਿਤਾਬ ਆ। ਇਹ ਮੇਰੀ ਬੇਨਤੀ ਆ, ਐਪ ਦੇ ਵਿੱਚ ਇਹਨੂੰ ਮੈਂ ਨਾਲ ਦੀ ਨਾਲ ਅਪਲੋਡ ਕਰ ਦੂੰਗਾ ਤੇ ਨਾਲ ਦੀ ਨਾਲ ਇਹਦੀ ਥਿਊਰੀ ਵੀ ਅਪਲੋਡ ਕਰ ਦੂੰਗਾ। ਮੈਂ ਇਹ ਕਹਿੰਦਾ ਜਿੰਨੀ ਡਿਟੇਲ 'ਚ ਮੈਂ ਪੜ੍ਹਾਇਆ ਹੈ ਇੰਨੀ ਡਿਟੇਲ 'ਚ ਜਾਣ ਦੀ ਵੀ ਲੋੜ ਨਹੀਂ। ਜਿੰਨੇ ਮੈਂ ਅੱਜ ਤੋਂ ਬਾਅਦ ਅਗਲੇ ਲੈਕਚਰ ਲਾਉਂਗਾ, ਜੇ ਤੁਸੀਂ ਜਿੰਨਾ ਮੈਂ ਬੋਲਿਆ ਇਹਨੂੰ 2 ਵਾਰ ਵੀ ਸੁਣ ਲਿਆ ਨਾ, PPSC ਦੇ ਪੇਪਰ ਦਾ ਤੇ ਪਤਾ ਨਹੀਂ, ਪਰ PSSB ਦੇ ਪੇਪਰ ਦੀ ਮੈਂ ਗਾਰੰਟੀ ਦਿੰਦਾ ਤੁਹਾਨੂੰ ਪੇਪਰ 'ਚ ਆਪਸ਼ਨ ਦੇ ਕੇ ਯਾਦ ਆ ਜਾਊਗਾ, ਕਿਉਂਕਿ 1 ਲਾਈਨਰ ਆਪਸ਼ਨ ਹੁੰਦੀ ਉਹਨਾਂ ਦੀ, ਤੁਹਾਨੂੰ ਆਪਸ਼ਨ ਦੇ ਕੇ ਯਾਦ ਆ ਜਾਊਗਾ ਕਿ ਹਾਂ ਆਹ ਸਹੀ ਸੀ। ਇਹਦਾ 2 ਵਾਰ ਜਾਂ 3 ਵਾਰ ਪੜ੍ਹਨਾ ਪਊਗਾ। ਬੜੀ ਧਿਆਨ ਨਾਲ ਤੁਸੀਂ ਇਹਦੀ ਤਿਆਰੀ ਕਰੋ, ਆਪਣੇ ਪੇਪਰਾਂ ਦੀ ਤਿਆਰੀ ਨੂੰ ਬੜਾ ਸਟ੍ਰੈਟੇਜਿਕਲੀ ਬਣਾਓ। ਠੀਕ ਆ, ਮੈਂ ਸਪੈਸ਼ਲੀ ਤੁਹਾਨੂੰ ਇੱਕ ਬਕਾਇਦਾ ਇੱਕ ਦਿਨ ਨਾ, ਮੈਂ ਜਿਵੇਂ ਕੱਲ ਮੈਂ YouTube ਤੇ ਤੁਸੀਂ ਜ਼ਰੂਰ ਦੇਖਿਓ, ਮੈਂ ਇੱਕ ਵੀਡੀਓ ਅਪਲੋਡ ਕੀਤੀ ਆ PPSC ਦੇ ਨੈਬ ਟੂ ਕੋਆਪਰੇਟਿਵ, ਕਿ ਨੈਬ ਦੀ ਤਿਆਰੀ ਤੋਂ ਬਾਅਦ ਕੋਆਪਰੇਟਿਵ ਦੀ ਤਿਆਰੀ ਤੇ ਜੇ ਸਵਿਚ ਕਰਨਾ ਹੈ ਤਾਂ ਪ੍ਰੋਪਰਲੀ ਕਿਵੇਂ ਕੀਤਾ ਜਾ ਸਕਦਾ ਹੈ। ਹੁਣ ਮੈਂ PSSB ਨੂੰ ਲੈ ਕੇ ਵੀਡੀਓ ਬਣਾਉਂਗਾ। ਠੀਕ ਆ, ਜਿਵੇਂ ਪੇਪਰ ਆਈ ਜਾਂਦੇ ਆ, ਜੇ ਅੱਗੇ A2 ਦਾ, ਮੇਨਸ ਦਾ, PCS ਜੋ ਵੀ ਆਊਗਾ ਸਾਰਾ ਕੁਝ ਆਪਾਂ ਅਵੇਲੇਬਲ ਕਰਾਉਂਗਾ। ਮੈਂ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੱਤੀ ਆ ਕਿ PPSC ਦੀ ਵੀਡੀਓ, ਜਿਹੜੇ ਬੱਚਿਆਂ ਦੇ ਪੇਪਰ ਹੈਗੇ ਆ ਹੁਣ ਜਿਹੜੇ ਐਲੀਜੀਬਲ ਨੇ, ਉਹ ਉਸੇ ਸਟ੍ਰੈਟੇਜੀ ਨਾਲ ਚੱਲਣ। ਤੇ ਮੈਂ ਵਾਰ-ਵਾਰ ਕਹਿ ਰਿਹਾ ਕਿ ਇਸ ਵੀਡੀਓ ਨੂੰ ਤੁਸੀਂ PPSC ਦੀ ਤਿਆਰੀ ਵਾਸਤੇ ਵੀ ਵਰਤ ਸਕਦੇ ਹੋ, ਕਿਉਂਕਿ ਇਕਨੋਮੀ PPSC 'ਚ ਆਉਂਦੀ ਹੈ, ਤੇ PSSB ਦੇ ਐਕਸਾਈਜ਼ ਦੇ ਪੇਪਰ ਵਾਸਤੇ ਵੀ ਇਹ ਬਹੁਤ ਵਧੀਆ ਹੈ, ਬਿਕੋਜ਼ ਉਹਦੇ 'ਚ ਐਕਸਾਈਜ਼ 'ਚ ਇਕੱਲੀ ਇਕਨੋਮੀ ਹੀ ਚੰਗੀ ਤਰ੍ਹਾਂ ਆਉਣੀ ਆ। ਉਮੀਦ ਕਰਦਾ ਕਿ ਇਹ ਕਨਸੈਪਟ ਜਿਹੜਾ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ। ਠੀਕ ਆ, ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਠੀਕ ਆ, ਕੱਲ ਆਪਾਂ ਇਸੇ ਤੋਂ ਅੱਗੇ ਕੈਰੀ ਔਨ ਕਰਾਂਗੇ ਤੇ ਕੱਲ ਜਿਹੜੀ ਚੀਜ਼ ਅਸੀਂ ਪੜਾਂਗੇ ਉਹ ਕੀ ਆ ਭਲਾ, ਆਪਣੀ ਐਕਸਾਈਜ਼। ਪਲੀਜ਼ ਇੱਥੋਂ ਤੱਕ ਚੰਗੀ ਤਰ੍ਹਾਂ ਪੜ੍ਹ ਕੇ ਆਇਓ ਤੇ ਜਿਹੜਾ ਮੇਰਾ ਲੈਕਚਰ ਆ ਨਾ ਇਹਨੂੰ ਇੱਕ ਵਾਰ ਜ਼ਰੂਰ ਸੁਣਿਓ। ਇਹਦਾ ਫਾਇਦਾ ਪਤਾ ਕੀ ਆ, ਕੱਲ ਮੈਂ ਨਾ ਇੱਕ ਚੀਜ਼ ਪੜਾਉਣੀ ਆ, ਮੋਡ ਵੈਟ, ਸੈਨ ਵੈਟ, ਐਕਸਾਈਜ਼ ਡਿਊਟੀ। ਘੱਟੋ ਘੱਟ ਤੁਹਾਨੂੰ ਪਹਿਲਾਂ ਵੈਟ ਤਾਂ ਪਤਾ ਹੋਵੇ, ਫਿਰ ਹੀ ਮੈਂ ਮੋਡ ਵੈਟ ਪੜਾਉਂਗਾ। ਐਕਸਾਈਜ਼ ਤੋਂ ਬਾਅਦ ਆਪਾਂ ਪੜਾਂਗੇ ਕਸਟਮ। 3 ਹੀ ਇੰਡਾਇਰੈਕਟ ਟੈਕਸ ਇੰਪੋਰਟੈਂਟ ਆ, ਐਕਸਾਈਜ਼, ਕਸਟਮ ਤੇ GST।
बस इस तो बाद फिर ਆਪਾਂ ਇੱਕ ਲੈਕਚਰ 'ਚ ਇਹਨੂੰ ਇਵੈਲੂਏਟ ਕਰ ਦਾਂਗੇ, ਓਵਰਆਲ ਖਤਮ ਹੀ ਕਰ ਦਾਂਗੇ। ਠੀਕ ਆ, ਉਹੀ ਫਾਰਮੂਲੇ ਤੇ ਕੰਮ ਕਰ ਰਹੇ ਆ। ਸੋਮਵਾਰ ਮੰਗਲਵਾਰ ਬੁੱਧਵਾਰ ਇਕਨੋਮੀ, ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਆਪਣੀ ਪੋਲਿਟੀ। ਠੀਕ ਆ, ਸੋ ਇਸ ਵਾਰ ਆਪਾਂ ਪੋਲਿਟੀ ਨੂੰ ਕਾਫੀ ਸਪੀਡ ਅਪ ਕਰਾਂਗੇ, ਐਕਸਲਰੇਟ ਕਰਾਂਗੇ ਤਾਂ ਜੋ ਪਾਰਲੀਮੈਂਟ ਵਾਲਾ ਚੈਪਟਰ ਨਿਬੇੜ ਕੇ ਅੱਗੇ ਵਧੀਏ। ਠੀਕ ਆ, ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਪਰ ਇੱਕ ਗੱਲ ਦੱਸਦਾ ਮੈਂ, ਕਿੰਨੀ ਤਰੀਕ ਅੱਜ 24 ਮਈ 2022। ਠੀਕ ਆ, ਸਾਡੇ ਕੋਲ ਤੁਹਾਡੀਆਂ ਪੋਲਿਟੀ ਦੀਆਂ ਬੁੱਕਸ ਆ ਚੁੱਕੀਆਂ ਨੇ। ਠੀਕ ਆ, ਮਤਲਬ ਕਿ ਜਿਹੜੇ ਵੀ ਬੱਚਿਆਂ ਨੇ ਬੁੱਕਸ ਵਗੈਰਾ ਬਾਈਲੈਂਗੁਅਲ ਲੈਣੀਆਂ ਹੋਣਗੀਆਂ ਉਹ 27 ਤਰੀਕ ਤੋਂ ਬੁੱਕਸ ਆ ਚੁੱਕੀਆਂ ਨੇ। ਥੋੜਾ ਜਿਹਾ ਪੈਕਿੰਗ ਵਗੈਰਾ ਦਾ ਕੰਮ ਚੱਲ ਰਿਹਾ, ਤੁਸੀਂ ਉਹਨਾਂ ਨੂੰ 27 ਤਰੀਕ ਤੋਂ ਸਾਨੂੰ ਆਰਡਰ ਕਰ ਸਕਦੇ ਹੋ। ਮੈਂ ਚੈਟ ਬਾਕਸ 'ਚ ਦੱਸੂਗਾ ਕਿ ਕਿਹੜੇ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਹੈ ਤੇ ਕਿਵੇਂ ਤੁਹਾਨੂੰ ਇਹ ਬੁੱਕ ਅਵੇਲੇਬਲ ਹੋ ਜਾਣਗੀਆਂ। ਠੀਕ ਆ, ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।